ਸਤਿ ਸ਼੍ਰੀ ਅਕਾਲ। ਨਮਸਕਾਰ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ। ਸਪੈਸ਼ਲ ਸ਼ੋਅ ਵਿਦ ਡਾਕਟਰ ਰਾਜ ਦੇ ਨਾਲ ਐਵਰੀ ਟਿਊਜ਼ਡੇ ਬਿਟਵੀਨ 11 ਤੋਂ 12। ਅਗਰ ਤੁਸੀਂ ਯੂਕੇ ਦੇ ਵਿੱਚ ਜਾਂ ਕਿਸੇ ਵੀ ਦੁਨੀਆ 'ਚ ਦੇਖਦੇ ਹੋ, ਪਲੀਜ਼ ਸਟੇ ਟਿਊਨਡ ਇਨ। ਬੜਾ ਇੰਟਰਸਟਿੰਗ, ਬੜਾ ਇਨਫੋਰਮੇਟਿਵ ਸ਼ੋਅ ਹੁੰਦਾ ਹੈ। ਮੈਂ ਐਵਰੀ ਲਫ਼ਜ਼ ਹਮੇਸ਼ਾ ਕਹਿੰਦਾ ਨਾ, ਅਗਰ ਤੁਹਾਨੂੰ ਬਿਮਾਰੀ ਨਹੀਂ, ਬੜੀ ਅੱਛੀ ਗੱਲ ਹੈਗੀ ਹੈ। ਰੱਬ ਦਾ ਸ਼ੁਕਰ ਕਰੋ ਕਿ ਤੁਸੀਂ ਸਹੀ ਸਲਾਮਤ ਹੈਗੇ ਹੋ, ਲੇਕਿਨ ਬਿਮਾਰੀ ਦਾ ਕੁਝ ਪਤਾ ਨਹੀਂ ਹੁੰਦਾ। ਜੋ ਹਾਲਾਤ ਦੁਨੀਆ ਦੇ ਹੈ, ਕੋਈ ਬੰਦਾ ਜਿੱਦਾਂ ਹੁਣ ਕੋਵਿਡ ਦੀ ਗੱਲ ਕਰੋ, ਮੈਨੂੰ ਲੱਗਦਾ ਨਹੀਂ ਕਿ ਕਿਸੇ ਘਰ ਵਿੱਚ ਕੋਈ ਬੰਦਾ ਬਚਿਆ ਹੋਵੇ। ਵਨ ਵੇ ਦੇ ਅਦਰ ਹਰ ਬੰਦੇ ਨੂੰ ਇਹ ਬਿਮਾਰੀ ਨੇ ਪਕੜਿਆ। ਕਿੰਨਾ ਵੀ ਤੁਸੀਂ ਇਹਨੂੰ ਬਚ ਕੇ ਰਹੇ ਹੋ, ਲੇਕਿਨ ਆਖਿਰ ਬੰਦੇ ਨੂੰ ਫਾੜ ਹੀ ਲੈਂਦੀ ਹੈ। ਚਲੋ ਤੁਸੀਂ ਦੇਖੋ, ਥੋੜ੍ਹਾ ਬਹੁਤਾ ਇੰਟਰਸਟਿੰਗ ਪ੍ਰੋਗਰਾਮ, ਨੌਲੇਜ ਹੁੰਦੀ ਹੈ। ਤੁਸੀਂ ਕੀ ਅਸੀਂ ਗੱਲਾਂ ਕਰਦੇ ਹਾਂ। ਅਗਰ ਤੁਸੀਂ ਕਿਸੇ ਵੀ ਸਬਜੈਕਟ ਉੱਪਰ ਚਾਹੁੰਦੇ ਅਸੀਂ ਟੌਪਿਕ ਕਰੀਏ ਡਾਕਟਰ ਨਾਲ ਗੱਲਬਾਤ, ਉਹ ਪਲੀਜ਼ ਮੈਨੂੰ ਤੁਸੀਂ ਰਿੰਗ ਕਰਕੇ ਦੱਸਦਿਆ ਕਰੋ। ਅੱਜ ਮੇਰੇ ਪਾਸ 2 ਸਵਾਲ ਹੋ ਗਏ। ਮੈਂ ਸ਼ੋਅ ਪਹਿਲਾਂ ਡਾਕਟਰ ਜੀ ਦਾ ਸਵਾਗਤ ਕਰਕੇ ਫਿਰ ਬਾਅਦ 'ਚ ਗੱਲ ਕਰਦੇ ਹਾਂ। ਡਾਕਟਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਹਮੇਸ਼ਾ ਧਿਆਨ, ਕੀ ਹਾਲ ਹੈ ਤੁਹਾਡਾ ਡਾਕਟਰ ਬਹੁਤ ਜੀ? ਵਧੀਆ ਜੀ, ਸ਼ੁਕਰੀਆ ਪਰਮਾਤਮਾ ਦਾ। ਮੈਂ ਤਾਂ ਜੇ ਤਕਲੀਫ ਹੋਵੇ ਕੋਈ ਹੋਰ ਡਾਕਟਰ ਦਾ ਨਾਮ ਦੇ ਦਾਂਗਾ, ਤੁਸੀਂ ਉਹਦੇ ਕੋਲੋਂ ਇਲਾਜ ਕਰਾ ਲਓ। ਬਿਲਕੁਲ ਬਿਲਕੁਲ, ਐਨੀ ਟਾਈਮ। ਹਾਂਜੀ ਭਾਜੀ, ਮੈਨੂੰ ਤਾਂ ਨਾ, ਮੈਂ ਹਮੇਸ਼ਾ ਹਰ ਸ਼ੋਅ ਦਾ ਆਪਾਂ ਗੱਲ ਕਰਦੇ ਹਾਂ। ਤੁਸੀਂ ਕਹਿੰਦੇ ਅਸੀਂ ਤਾਂ ਵੀ ਇਨਸਾਨ, ਤੁਸੀਂ ਇਨਸਾਨ ਨਹੀਂ ਹੈਗੇ, ਤੁਸੀਂ ਇਹ ਕਹਿੰਦਾ ਉੱਪਰੋਂ ਥੋੜ੍ਹੇ। ਤੇ ਡਾਕਟਰ ਤੇ ਬਿਮਾਰ ਹੋਣ ਲੱਗੇ ਤੇ ਸਾਡਾ ਤਾਂ ਫਿਰ ਕੋਈ ਹਾਂਜੀ, ਨਹੀਂ ਡਾਕਟਰ ਹੈਗੇ ਤਾਂ ਇਨਸਾਨ ਹੀ ਆ। ਹਾਂਜੀ, ਇੱਦਾਂ ਪਈ ਉਹਨਾਂ ਨੂੰ ਇੱਕ ਸਟੇਟਸ ਮਿਲਿਆ ਜ਼ਰੂਰ। ਹਾਂਜੀ, ਅਤੇ ਕੋਸ਼ਿਸ਼ ਤਾਂ ਇਹੀ ਕਰੀਦੀ ਆ ਪਈ ਪਰਮਾਤਮਾ ਦੀ ਗੱਲ ਮੰਨੀ ਦੀ ਆ। ਹਾਂਜੀ, ਪਰਮਾਤਮਾ ਦੇ ਭਾਣੇ 'ਚ ਰਹੀਦਾ ਆ, ਕਿਉਂਕਿ ਜੋ ਕੁਛ ਕਰਨਾ ਤਾਂ ਉਹਨੇ ਕਰਨਾ ਹੈ। ਹਾਂਜੀ, ਅਸੀਂ ਤਾਂ ਆਪਣੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ, ਠੀਕ ਕਰਨਾ ਤਾਂ ਉਹਨੇ ਕਰਨਾ ਹੈ। ਹਾਂਜੀ ਭਾਜੀ, ਜਦੋਂ ਵੀ ਕਿਸੇ ਦਾ ਬੁਰਾ ਹੋਣਾ ਜਾਂ ਅੱਛਾ ਦਾ ਰੱਬ ਥੱਲੇ ਨਹੀਂ ਆਉਂਦਾ, ਉਹ ਬੰਦੇ ਭੇਜਦਾ। ਹਾਂਜੀ, ਕੋਈ ਸੁਧਾਰ ਜਾਂਦਾ, ਕਿਉਂਕਿ ਤੁਹਾਡਾ ਨੁਕਸਾਨ ਕਰ ਜਾਂਦਾ। ਹਾਂਜੀ ਹਾਂਜੀ, ਦੈਟਸ ਰਾਈਟ। ਇਹ ਸਭ ਲਿਖਿਆ ਹੁੰਦਾ ਆਪਣੇ ਕਰਮਾਂ ਦੇ ਵਿੱਚ। ਹਾਂਜੀ, ਕਰਮਾਂ ਨੂੰ ਮੰਨਣਾ ਹੀ ਪੈਂਦਾ ਹੈ। ਹਾਂਜੀ ਭਾਜੀ, ਗੱਲ ਹੈ ਥੋੜੀ ਸਬਜੈਕਟ ਤੋਂ ਬਾਅਦ ਗੱਲ ਕਰਦਾ। ਹਾਂ। ਜਦੋਂ ਨਾ ਤੁਹਾਨੂੰ ਕੋਈ ਬਿਮਾਰੀ ਪੈਂਦੀ, ਤੁਸੀਂ ਹਸਪੀਟਲ ਬੈੱਡ 'ਤੇ ਪਏ, ਜਾਂ ਤੁਹਾਨੂੰ ਕੋਈ ਤਕਲੀਫ ਆਉਂਦੀ ਕਿਸੇ ਤਰ੍ਹਾਂ ਦੀ, ਰੱਬ ਨਾ ਕਰਕੇ ਆਏ, ਉਸ ਦਫਾ ਆਦਮੀ ਹਮੇਸ਼ਾ ਰੱਬ, ਮੈਂ ਤਾਂ ਕੁਛ ਕੀਤਾ ਨਹੀਂ ਹੈ, ਮੈਨੂੰ ਕਿਉਂ ਦਿੱਤੀ ਤਕਲੀਫ? ਹਾਂਜੀ ਹਾਂਜੀ ਭਾਜੀ, ਅਗਰ ਤੁਸੀਂ ਸੀਰੀਅਸਲੀ ਸੋਚੋ, ਕੁਛ ਤਾਂ ਹੋਇਆ ਹੋਏਗਾ। ਹਾਂ, ਕੁਛ ਤਾਂ ਜ਼ਰੂਰ ਹੋਇਆ ਹੋਗਾ, ਕਿਉਂਕਿ ਇੱਕ ਕੋਇਨਸੀਡੈਂਸ ਨਹੀਂ ਹੋ ਸਕਦਾ ਹੈ ਨਾ, ਉਹਦਾ ਵਜ੍ਹਾ ਕੋਈ ਨਾ ਕੋਈ ਜ਼ਰੂਰ ਹੁੰਦੀ ਹੈ। ਬਿਲਕੁਲ ਡੈਫੀਨਿਟਲੀ ਵਜ੍ਹਾ ਹੋਏਗੀ। ਹਾਂ, ਜੇ ਇਸ ਜਨਮ ਵਿੱਚ ਨਹੀਂ ਹੋਏਗੀ ਤਾਂ ਪਿਛਲੇ ਜਨਮ ਵਿੱਚ ਹੋਈ ਹੋਊਗੀ। ਅਸੀਂ ਸਾਰੇ ਜਣੇ ਹੱਥ ਖੜਾ ਕਰਕੇ ਕਹਿੰਦੇ ਜੀ ਮੈਂ ਤਾਂ ਕਿਸੇ ਦਾ ਬੁਰਾ ਨਹੀਂ। ਮੈਂ ਭਾਜੀ, ਜਾਣੇ ਤੁਸੀਂ ਬੁਰਾ ਕੀਤਾ ਕਿਸੇ ਦਾ, ਉਹ ਬੰਦਾ ਤੁਸੀਂ ਇੱਥੇ ਭਰ ਕੇ ਜਾਂਦੇ ਹੋ ਐਸੇ ਜ਼ਮੀਨ ਦੇ ਉੱਪਰ। ਹਾਂਜੀ, ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਦੈਟਸ ਰਾਈਟ। ਸੋ ਜਾਂ ਪਿਛਲੇ ਜਨਮ ਦਾ ਕੁਛ ਪ੍ਰੋਬਲਮ ਹੈ, ਜਾਂ ਉਹ ਤੋਂ ਵੀ ਪਿਛਲੇ ਜਨਮ ਦਾ ਹੋ ਸਕਦਾ, ਅਤੇ ਉਹ ਇਸ ਜਨਮ ਵਿੱਚ ਤੁਸੀਂ ਉਹ ਭੁਗਤ ਰਹੇ ਹੋ। ਮੁਸ਼ਕਿਲ ਹੈ ਲਾਈਫ ਨੂੰ ਸਮਝਣਾ। ਜੋ ਭਲਾ ਕਰੋ ਲੋਕਾਂ ਦਾ। ਓਨੈਸਟਲੀ ਡਾਕਟਰ ਜੀ, ਇਨਸਾਨ ਦੀ ਜ਼ਿੰਦਗੀ ਇੰਨੀ ਛੋਟੀ ਹੈ ਨਾ, ਕਿ ਤੁਸੀਂ ਕਿੰਨਾ ਭਲਾ ਕਰੋ ਉਹਦੀ ਸ਼ਾਬਾਸ਼ ਨਹੀਂ ਮਿਲੇਗੀ, ਸ਼ਾਇਦ ਅਗਲੇ ਜਨਮ 'ਚ ਮਿਲੇਗੀ। ਸ਼ਾਇਦ ਅਗਲੇ ਜਨਮ ਮਿਲ ਜਾਏਗੀ। ਦੈਟਸ ਰਾਈਟ। ਸਾਨੂੰ ਕੋਈ ਪਤਾ ਨਹੀਂ ਹੈਗਾ। ਜਿਹੜਾ ਐਸ ਤੁਸੀਂ ਕਰੋਗੇ ਉਹਦਾ ਫਲ ਅਗਲੇ 'ਚ ਮਿਲੇਗਾ। ਹੋ ਸਕਦਾ ਜੀ, ਹੋ ਸਕਦਾ। ਚਲੋ ਉਮੀਦ ਰੱਖ ਕੇ ਤੁਸੀਂ ਅੱਛੇ ਕੰਮ ਕਰੀ ਜੋ, ਹੋ ਸਕਦਾ ਹੁਣ ਵੀ ਮਿਲ ਜਾਵੇ, ਵੱਡੀ ਗੱਲ ਨਹੀਂ ਹੈ। ਹਾਂਜੀ, ਕਈ ਹੈਗੇ ਆ ਜਿਹੜੇ ਤੁਸੀਂ ਚੰਗੇ ਕੰਮ ਕਰਦੇ, ਉਹਨਾਂ ਦਾ ਫਲ ਬਹੁਤ ਜਲਦੀ ਮਿਲ ਜਾਂਦਾ ਹੈ। ਹਾਂਜੀ, ਬਿਲਕੁਲ ਮਿਲ ਜਾਂਦਾ। ਹਾਂਜੀ, ਕਈ ਹੈਗੇ ਆ ਉਹ ਬਹੁਤ ਦੇਰ ਬਾਅਦ ਮਿਲਦਾ ਹੈ, ਕਈ ਹੈਗੇ ਜਿਨ੍ਹਾਂ ਦਾ ਅਗਲੇ ਜਨਮ ਵਿੱਚ ਵੀ ਮਿਲ ਸਕਦਾ। ਪਰ ਫਲ ਨਾਲੋਂ ਜਲਦੀ ਮਿਲਣ ਨਾਲੋਂ ਨੁਕਸਾਨ ਛੇਤੀ ਹੁੰਦਾ ਹੈ ਸਭ ਤੋਂ ਪਹਿਲਾਂ। ਇਹ ਪੱਕੀ ਗੱਲ ਹੈਗੀ ਹੈ, ਤੁਹਾਨੂੰ ਮੈਂ ਦੱਸ ਦਵਾਂ। ਦੈਟਸ ਰਾਈਟ। ਸਾਨੂੰ ਸੁਬਾਹ ਕਰੋ, ਸ਼ਾਮ ਨੂੰ ਤੁਹਾਨੂੰ ਉਹਦਾ ਰਿਜ਼ਲਟ ਮਿਲ ਜਾਂਦਾ। ਹਾਂ, ਦੈਟਸ ਰਾਈਟ। ਸਾਨੂੰ ਕੋਈ ਹੁਣ ਵਧੀਆ ਚੀਜ਼ ਮਿਲ ਜਾਵੇ, ਸਾਨੂੰ ਸਾਂਭਣੀ ਨਹੀਂ ਆਉਂਦੀ ਕਈ ਵਾਰ। ਨਹੀਂ ਆਉਂਦੀ ਭਾਜੀ, ਦੈਟਸ ਅ ਪ੍ਰੋਬਲਮ। ਹਾਂਜੀ, ਦੈਟਸ ਰਾਈਟ। ਫਿਰ ਅਸੀਂ ਸ਼ੁਕਰਾਨਾ ਵੀ ਨਹੀਂ ਕਰਦੇ ਰੱਬ ਦਾ। ਸ਼ੁਕਰਾਨਾ ਵੀ ਕਰਨਾ ਭੁੱਲ ਜਾਂਦੇ ਹਾਂ। ਜਦੋਂ ਕੰਪਲੇਨ ਕਰਨੀ, ਉਹ ਫਟਾਫਟ ਨਹੀਂ ਭੁੱਲਦੇ, ਉਹ ਕਰਦੇ ਹੀ ਨਹੀਂ ਅਸੀਂ, ਹੈ ਨਾ। ਇਹ ਤਾਂ ਹਿਊਮਨ ਨੇਚਰ ਆ ਨਾ, ਹਰੇਕ ਚੀਜ਼ ਬਾਰੇ ਕੰਪਲੇਨ ਜ਼ਰੂਰੀ ਕਰਨਾ ਆ, ਪਰ ਅਪਰੀਸ਼ੀਏਟ ਘੱਟ ਕਰਨਾ ਆ। ਡਾਕਟਰ ਜੀ, ਹੁਣ ਆਪਾਂ ਹਕੀਕਤ ਵੱਲ ਆਈਏ, ਜਿੱਥੇ ਆਪਾਂ ਪਲੈਨਟ ਉੱਪਰ ਰਹਿੰਦੇ ਆ, ਬਿਮਾਰੀਆਂ ਨਾਲ ਕੋਈ ਕਮੀ ਨਹੀਂ ਹੈਗੀ, ਬੇਸ਼ੁਮਾਰ। ਇਹ ਕਈ ਕਹਿੰਦੇ ਨਾ, ਬੰਦਾ ਪੈਸਾ ਕਮਾਉਂਦਾ, ਇਹ ਇੱਜ਼ਤ ਕਮਾਉਂਦਾ, ਉਹ ਕਮਾਉਂਦਾ, ਇਹ ਤਾਂ ਤੁਹਾਨੂੰ ਮਿਲ ਜਾਣੀ ਅਗਰ ਤੁਸੀਂ ਥੋੜ੍ਹਾ ਆਪਣਾ ਜਿਸਮ ਨੂੰ ਨਹੀਂ ਲੁੱਕ ਆਫਟਰ ਕੀਤਾ। ਡਾਕਟਰ ਜੀ, 2-3 ਗੱਲਾਂ। ਇੱਕ ਤੇ ਨਾ, ਜਿਹੜਾ ਇਹਦੇ ਗੋਡਿਆਂ ਦੀ ਨਾ, ਬਹੁਤ ਲੋਕਾਂ ਨੂੰ ਨਾ ਉਹਦੀ ਤਕਲੀਫ ਹੈਗੀ ਹੈ, ਔਰ ਤੁਹਾਨੂੰ ਪਤਾ ਐਵਰੀਬਾਡੀ ਨੋਜ਼ ਕਿ ਮੈਨੂੰ ਲੱਗਦਾ ਮੈਜੋਰਿਟੀ ਜਿਹਨਾਂ ਨੂੰ ਹੈ, ਤੇ ਜਿਹੜੇ ਡਾਕਟਰ ਹੈਗੇ ਕਹਿੰਦੇ ਕਿ ਤੁਸੀਂ ਆਪਰੇਸ਼ਨ ਦਾ ਇਲਾਜ ਐਂਡ ਦੇ ਵਿੱਚ। ਹਾਂਜੀ ਹਾਂਜੀ, ਦੈਟਸ ਰਾਈਟ। ਸੋ ਜਦੋਂ ਆਪਰੇਸ਼ਨ ਦੀ ਸਲਾਹ ਦਿੰਦੇ ਆ, ਫਿਰ ਉਹਦਾ ਮਤਲਬ ਉਹਨਾਂ ਆਸਟੀਓਆਰਥਰਾਈਟਿਸ ਹੋਇਆ ਹੁੰਦਾ। ਅਤੇ ਆਸਟੀਓਆਰਥਰਾਈਟਿਸ ਇਹਦਾ ਮਤਲਬ ਇਹ ਹੈਗਾ ਵੀ ਉਹ ਜੋੜ ਦੇ ਵਿਚਾਲੇ ਜਿਹੜੀ ਕਾਰਟਲੇਜ ਹੁੰਦੀ ਹੈ, ਜਿਹੜੀ ਕੁਸ਼ਨਿੰਗ ਇਫੈਕਟ ਕਰਦੀ ਆ, ਉਹ ਘਸ ਜਾਂਦੀ ਆ। ਜਦੋਂ ਖਤਮ ਹੋ ਜਾਂਦੀ ਆ, ਅਤੇ ਫਿਰ ਜਿਹੜੀਆਂ ਦੋਨੇ ਹੱਡੀਆਂ ਇੱਕ ਦੂਜੇ ਦੇ ਨਾਲ ਰਗੜਨ ਲੱਗ ਪੈਂਦੀਆਂ ਆ, ਅਤੇ ਫਿਰ ਪੇਨ ਬਹੁਤ ਹੁੰਦਾ ਆ ਜਦੋਂ ਕਾਮਨ ਇੱਥੇ ਬਹੁਤ ਜ਼ਿਆਦਾ ਆ, ਕਿਉਂਕਿ ਇੱਕ ਤਾਂ ਇੱਥੇ ਦਾ ਕਲਾਈਮੇਟ ਨਹੀਂ ਠੀਕ ਹੈਗਾ ਇਸ ਮੁਲਕ ਦਾ। ਹਾਂਜੀ, ਦੂਸਰੀ ਗੱਲ ਇਹ ਸਾਡੀ ਡਾਇਟ ਜਿਹੜੀ ਆ ਉਹ ਬਹੁਤ ਖਰਾਬ ਹੋ ਚੁੱਕੀ ਆ। ਹਾਂਜੀ, ਕਿਉਂ ਅਸੀਂ ਨੈਚੁਰਲ ਫੂਡਸ ਘੱਟ ਖਾਂਦੇ ਆ,
ਤੇ ਰਿਫਾਈਨਡ ਫੂਡਸ ਜਿਹੜੇ ਜ਼ਿਆਦਾ ਖਾਂਦੇ ਆ। ਤੇ ਜਿੱਦਾਂ ਆਪਾਂ ਲਾਸਟ ਟਾਈਮ ਕੀਤਾ ਸੀ ਨਾ ਫੈਟਸ ਐਂਡ ਆਇਲਸ 'ਤੇ ਕੀਤਾ ਸੀ, ਤੇ ਉਹ ਜਿਹੜੇ ਕੁਕਿੰਗ ਆਇਲ ਵਰਤ ਰਹੇ ਆ ਨਾ ਉਹਨਾਂ ਨਾਲ ਬਹੁਤ ਪ੍ਰੋਬਲਮ ਪੈ ਰਿਹਾ। ਹਾਂਜੀ, ਸੋ ਉਹ ਟਿਸ਼ੂ ਜਿਹੜੇ ਡੀਜਨਰੇਸ਼ਨ ਹੋ ਜਾਂਦੇ ਆ। ਇੱਕ ਅਸੀਂ ਆਪਣੇ ਢਿੱਡ ਦਾ weight ਬਹੁਤ ਪਾਇਆ ਹੁੰਦਾ ਗੋਡਿਆਂ ਤੇ। ਹਾਂਜੀ, ਦੈਟਸ ਰਾਈਟ। ਇੱਕ ਓਵਰਵੇਟ ਓਬੈਸਿਟੀ ਜਿਹੜੀ ਆ, ਹਾਂਜੀ, ਇਹ ਤਾਂ ਹੁਣ ਜੇ USA 'ਚ ਦੇਖ ਲਓ ਉੱਥੇ ਮੋਸਟ ਪੀਪਲ ਆ ਓਵਰਵੇਟ। ਹਾਂਜੀ, ਕਿਉਂਕਿ ਉਹਨਾਂ ਦਾ ਖੁਰਾਕ ਬਹੁਤ ਜ਼ਿਆਦਾ ਆ, ਤੇ ਜਿਹੜੀ ਖੁਰਾਕ ਵੀ ਖਾਂਦੇ ਬਹੁਤ ਗਲਤ ਖੁਰਾਕ ਖਾਂਦੇ ਆ। ਹਾਂਜੀ, ਫਾਸਟ ਫੂਡਸ ਬਹੁਤ ਖਾਂਦੇ ਉਹ, ਤੇ ਬਾਕੀ ਸਾਰਾ ਰਿਫਾਈਨਡ ਫੂਡਸ ਆ। ਸੋ ਇਹਦੇ ਨਾਲ ਭਾਰ ਜ਼ਿਆਦਾ ਹੋ ਜਾਂਦਾ, ਤੇ ਉਹ ਭਾਰ ਤਾਂ ਗੋਡਿਆਂ 'ਤੇ ਪੈਣਾ ਸਾਰਾ। ਇਲਾਜ ਹੋਮਿਓਪੈਥੀ। ਹਾਂਜੀ, ਸੋ ਇਹਦੇ ਲਈ ਅਸੀਂ ਹੋਮਿਓਪੈਥੀ ਦਵਾਈ ਵੀ ਦੇਈਦੀ ਆ, ਤੇ ਜੇ ਬਹੁਤੀ ਬਿਮਾਰੀ ਨਾ ਵਧੀਆ ਹੋਵੇ ਹੈ ਨਾ, ਫਿਰ ਉਹਨਾਂ ਦਾ ਗੁੱਡ ਚਾਂਸ ਹੈਗਾ ਆ। ਅਸੀਂ ਕੁਝ ਸਪਲੀਮੈਂਟਸ ਫਾਰਮੂਲੇਟ ਕੀਤੇ ਆ ਜਿਹੜੇ ਅਸੀਂ ਉਹ ਦੇਈਦੇ ਪਿਓ ਟਿਸ਼ੂ ਜਿਹੜਾ ਰੀਜਨਰੇਟ ਹੋ ਜਾਵੇ, ਤੇ ਕਾਫੀ ਲੋਕਾਂ ਨੂੰ ਦਿੱਤੇ ਹੈਗੇ, ਤੇ ਆਲਰੇਡੀ ਉਹਨਾਂ ਦੇ ਰਿਜ਼ਲਟ ਕਾਫੀ ਵਧੀਆ ਆ ਰਹੇ ਆ। ਡਾਕਟਰ, ਆਮ ਲੋਕ ਦੇਖਦਾ ਸਭ ਤੋਂ ਪਹਿਲਾਂ ਆਪਰੇਸ਼ਨ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਠੀਕ ਹੋਣਾ ਨਹੀਂ ਹੋਣਾ, ਕਿਉਂਕਿ ਗਰੰਟੀ ਨਹੀਂ ਦਿੰਦੇ ਕੋਈ ਵੀ ਟੀਮ ਜਿਹੜੀ ਹੁੰਦੀ ਹੈ। ਮਾਲਿਸ਼ ਨੂੰ ਚਲੇ ਜਾਂਦੇ, ਉਹਦੇ ਨਾਲ ਫਰਕ ਪੈਂਦਾ? ਮਾਲਿਸ਼ ਨਾਲ? ਹਾਂ, ਆਸਟੀਓਆਰਥਰਾਈਟਿਸ ਵਿੱਚ ਮਾਲਿਸ਼ ਨਾਲ ਨਹੀਂ ਫਰਕ ਪੈਂਦਾ। ਨਹੀਂ ਜੀ, ਨਹੀਂ। ਜੇ ਗੋਡੇ ਦੇ ਆਲੇ ਦੁਆਲੇ ਜਿਹੜੇ ਹੁੰਦੇ ਟੈਂਡਨਸ, ਲਿਗਾਮੈਂਟਸ ਵਗੈਰਾ, ਤੇ ਉੱਥੇ ਪ੍ਰੋਬਲਮ ਹੋਵੇ ਤਾਂ ਮਾਲਿਸ਼ ਨਾਲ ਫਰਕ ਪੈਂਦੀ ਆ। ਨਹੀਂ ਤਾਂ ਮੈਨੂੰ ਬਹੁਤ ਲੋਕਾਂ ਨੇ ਦੱਸਿਆ, ਕਹਿੰਦੇ ਅਸੀਂ ਕਦੇ ਕਿਸੇ ਚੀਜ਼ ਨਾਲ ਮਾਲਿਸ਼ ਕੀਤੀ, ਕਦੇ ਕਿਸੇ ਚੀਜ਼ ਨਾਲ ਮਾਲਿਸ਼ ਕੀਤੀ, ਪਰ ਫਰਕ ਕਿਸੇ ਚੀਜ਼ ਨਾਲ ਨਹੀਂ ਪੈਂਦਾ। ਉਹਦਾ ਹੋਮਿਓਪੈਥ ਹੈ ਥੋੜ੍ਹਾ ਬਹੁਤਾ ਸਾਡੇ ਕੋਲ ਹੈਗਾ, ਸਪਲੀਮੈਂਟਸ ਪਲੱਸ ਹੋਮਿਓਪੈਥਿਕ ਮੈਡੀਸਨ, ਉਹ ਜ਼ਰੂਰ ਹੈਲਪ ਕਰਦੀ ਹੈ। ਬਹੁਤ ਲੋਕਾਂ ਦੀ ਹੈਲਪ ਕੀਤੀ ਹੈ ਆਲਰੇਡੀ। ਤੁਹਾਨੂੰ ਪਤਾ ਹੈ ਕਈ ਲੋਕਾਂ ਨੇ ਫੋਨ ਕਰਕੇ ਵੀ ਦੱਸਿਆ ਸਾਨੂੰ ਫਰਕ ਪਿਆ, ਤੇ ਸੋ ਚਾਂਸ ਹੈਗਾ ਵੀ ਜੇ ਬਿਮਾਰੀ ਨਹੀਂ ਵਧੀ ਹੈਗੀ ਤਾਂ ਗੁੱਡ ਚਾਂਸ ਹੈਗਾ ਰਿਵਰਸ ਹੋ ਸਕਦੀ ਆ। ਜੇ ਜ਼ਿਆਦਾ ਵਧੀ ਆ ਤਾਂ ਫਿਰ ਚਾਂਸ ਘਟ ਜਾਂਦਾ ਹੈ। ਦੂਜਾ ਸਵਾਲ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਟੈਲੀਫੋਨ ਨੰਬਰ ਰਿਪੀਟ ਕਰ ਦਿੰਦਾ, ਪਹਿਲੇ ਸਾਡਾ ਸਕਰੀਨ 'ਤੇ ਵੀ ਆਉਂਦਾ। ਅਸੀਂ ਗੱਲਾਂ ਕਰਦੇ ਹੁੰਦੇ ਹਾਂ ਜਿਹੜੇ ਡਿਫਰੈਂਟ ਬਿਮਾਰੀ ਦਾ, ਤੁਸੀਂ ਕਾਲ ਕਰੋ। ਔਰ ਹਮੇਸ਼ਾ ਮੈਂ ਕਹਿੰਦਾ ਪਲੀਜ਼ ਤੁਸੀਂ ਲਾਸਟ ਮਿੰਟ ਨਾ ਛੱਡਿਆ ਕਰੋ, ਕੋਸ਼ਿਸ਼ ਕਰੋ ਛੇਤੀ ਕਾਲ ਕਰਿਆ ਕਰੋ। 0121-551-1001 'ਤੇ ਕਾਲ ਕਰਕੇ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤੁਸੀਂ ਡਾਕਟਰ ਜੀ ਨੂੰ ਉਹਨਾਂ ਦਾ ਫਾਇਦਾ ਉਠਾਓ। ਫ੍ਰੀ ਕੰਸਲਟੇਸ਼ਨ ਤੁਹਾਨੂੰ ਮਿਲਦੀ ਪਈ ਹੈ, ਤੁਸੀਂ ਫੋਨ ਹੀ ਕਰਨਾ। ਅੱਜ ਕੱਲ੍ਹ ਲੈਂਡਲਾਈਨ ਵੀ ਤਾਂ ਫ੍ਰੀ ਹੈਗੀ, ਉਹ ਵੀ ਨਹੀਂ ਕੋਸਟ ਹੁੰਦਾ ਹੁਣ ਹੈ। ਬਾਕੀ ਚੈਨਲ ਤੁਹਾਡੀ ਸੇਵਾ ਕਰ ਰਹੀ ਹੈ, ਉਹ ਚੀਜ਼ ਦੀ ਰਿਸਪੈਕਟ ਕਰੋ। ਔਰ ਹਮੇਸ਼ਾ ਮੈਂ ਕਹਿੰਦਾ ਪਲੀਜ਼ ਚੈਨਲ ਨੂੰ ਸਪੋਰਟ ਕਰਿਆ ਕਰੋ, ਤਾਂ ਕਿ ਜੋ ਚੈਨਲ ਕੰਮ ਕਰਦੇ ਆ ਤੁਹਾਡਾ ਭਲਾ ਕਰਦੇ, ਤੁਸੀਂ ਚੈਨਲ ਦਾ ਭਲਾ ਕਰੋ, ਤਾਂ ਕਿ ਇਸ ਇੱਦਾਂ ਦੇ ਹੋਰ ਪ੍ਰੋਗਰਾਮ ਜਿੱਥੇ ਨਾਲ ਤੁਹਾਡਾ ਫਾਇਦਾ ਹੋ ਸਕੇ। ਡਾਕਟਰ ਜੀ, ਇੱਕ ਹੋਰ ਹੈਗਾ ਕਿ ਜਿਹੜੀ ਨਾ ਲੌਂਗ ਕੋਵਿਡ, ਉਹ ਜੀ ਤਰ੍ਹਾਂ ਦੇ ਲੋਕਾਂ ਨੂੰ ਨਾ ਬਿਮਾਰੀਆਂ ਰਹਿ ਗਈਆਂ ਨੇ, ਰੁਕ ਗਈਆਂ ਨੇ। ਉਹ ਇੱਕ ਤੇ ਨਾ ਕੋਈ ਮੇਰਾ ਖਾਸ ਬੰਦੇ ਹੈਗੇ, ਮੈਂ ਉਹ ਪ੍ਰੋਗਰਾਮ ਦੇਖਦਾ, ਉਹਨਾਂ ਦਾ ਨਾਮ ਨਹੀਂ ਲੈਂਦਾ, ਤੇ ਉਹਨਾਂ ਦਾ ਫੋਨ ਆਇਆ ਸੀਗਾ। ਉਹਨਾਂ ਨੂੰ ਹੈਲਦੀ ਹੈ, ਵੈਰੀ ਫਿਟ ਗਾਈ, ਪਰ ਅਸਮੈਟਿਕ ਹੈਗੇ ਨੇ, ਪਰ ਉਹ ਵੀ ਉਹਨਾਂ ਨੂੰ ਇਨਹੇਲਰ 2-3 ਮਹੀਨਿਆਂ ਬਾਅਦ ਇੱਕ ਅੱਧੀ ਦਫਾ ਲੈਣਾ ਪੈਂਦਾ। ਇਹ ਵੀ ਨਹੀਂ ਕਿ ਮਹੀਨੇ 'ਚ ਇੱਕ ਦਫਾ ਵੀ ਚਲੋ ਤੁਸੀਂ ਕਹਿ ਲਵੋ, ਪਰ ਉਹਨਾਂ ਨੂੰ ਕੋਵਿਡ ਹੋਇਆ ਸੀ, ਉਹਨਾਂ ਨੂੰ ਐਵਰੀ ਡੇ ਇਨਹੇਲਰ ਯੂਜ਼ ਕਰਨਾ ਪੈਂਦਾ। ਹਾਂਜੀ, ਦੈਟਸ ਰਾਈਟ। ਸੋ ਇਹ ਲੌਂਗ ਕੋਵਿਡ ਨਾਲ ਬਹੁਤ ਹੀ ਲੋਕਾਂ ਨੂੰ ਇੱਦਾਂ ਦਾ ਪ੍ਰੋਬਲਮ ਆਇਆ, ਜਿਨ੍ਹਾਂ ਨੂੰ ਸਾਹ ਦਾ ਪ੍ਰੋਬਲਮ ਨਹੀਂ ਵੀ ਸੀਗਾ, ਉਹਨਾਂ ਨੂੰ ਵੀ ਸਾਹ ਦਾ ਪ੍ਰੋਬਲਮ ਆ ਗਿਆ ਹੁਣ ਉਹਦੇ ਨਾਲ। ਹੈ, ਹਾਂਜੀ, ਦੈਟਸ ਰਾਈਟ। ਤੇ ਕਿਉਂਕਿ ਇਹ ਜ਼ਿਆਦਾ ਫੇਫੜਿਆਂ 'ਤੇ ਅਟੈਕ ਕੀਤਾ ਸੀ ਇਸ ਵਾਇਰਸ ਨੇ, ਤੇ ਉਹਨਾਂ ਦੇ ਫੇਫੜਿਆਂ ਦੇ ਵਿੱਚ ਕੁਝ ਸਟਰਕਚਰ ਜਿਹੜਾ ਬਦਲ ਗਿਆ, ਉਹਨੂੰ ਗਰਾਊਂਡ ਗਲਾਸ ਚੇਂਜਸ ਕਹਿੰਦੇ ਆ, ਤੇ ਉਹਦੇ ਨਾਲ ਉਹ ਸਟਰਕਚਰ ਬਦਲਣ ਦੇ ਨਾਲ ਉਹਦੇ ਸੋਜ ਪੈ ਜਾਂਦੀ ਹੈ, ਤੇ ਸਕਲਰੋਸਿਸ ਜਿਹਨੂੰ ਕਹਿੰਦੇ, ਫਾਈਬਰੋਸਿਸ, ਉਹ ਸਟਰਕਚਰ ਬਦਲ ਜਾਂਦਾ ਹੈ ਲੰਗਸ ਦਾ। ਹਾਂਜੀ, ਤੇ ਇਹਦੇ ਨਾਲ ਫਿਰ ਉਹਨਾਂ ਨੂੰ ਸਾਹ ਚੜ੍ਹਦਾ, ਜਦੋਂ ਵੀ ਤੁਰਦੇ ਆ ਜਾਂ ਕੋਈ ਕੰਮ ਕਰਦੇ ਆ ਸਾਹ ਚੜ੍ਹਦਾ ਹੈ, ਤੇ ਜਾਂ ਖੰਘ ਵੀ ਆਉਂਦੀ ਰਹਿੰਦੀ ਹੈ। ਸੋ ਇੱਦਾਂ ਦੇ ਕੇਸ ਸਾਡੇ ਕੋਲ ਆਲਰੇਡੀ ਆ ਚੁੱਕੇ ਕਾਫੀ, ਤੇ ਅਸੀਂ ਇਹਦੇ ਲਈ ਖਾਸ ਇੱਕ ਦਵਾਈ ਬਣਾਈ ਸੀਗੀ ਕੋਵਿਡ, ਲੌਂਗ ਕੋਵਿਡ ਲਈ, ਤੇ ਬਹੁਤ ਵਧੀਆ ਕੰਮ ਕਰ ਰਹੀ ਆ, ਤੇ ਮੋਸਟਲੀ ਲੋਕੀ ਠੀਕ ਹੋ ਜਾਂਦੇ ਆ। ਭਾਜੀ, ਕਾਫੀ ਤਰ੍ਹਾਂ ਦੀ ਲੌਂਗ ਕੋਵਿਡ ਲੋਕਾਂ ਨੂੰ ਸੀ। ਮੈਨੂੰ ਪਤਾ ਆਪਣੇ ਕਈ ਭੈਣਾਂ ਨੇ ਕਰਕੇ ਵੀ ਦੱਸਿਆ, ਉਹਨਾਂ ਨੂੰ ਫਰਕ ਪੈ ਗਿਆ ਸੀ ਉਹਦੀ ਦਵਾ ਦੇ ਨਾਲ। ਹਾਂਜੀ, ਦੈਟਸ ਰਾਈਟ। ਉਹ ਮੋਸਟਲੀ ਜਿਹੜੇ ਸਾਡੇ ਕੋਲ ਕੇਸ ਆਏ ਸੀ, ਉਹਨਾਂ ਨੂੰ ਲੰਗਸ ਦਾ ਹੀ ਪ੍ਰੋਬਲਮ ਹੋਇਆ ਸੀਗਾ, ਤੇ ਜਾਂ ਉਹਨਾਂ ਨੂੰ ਸਾਹ ਚੜ੍ਹਦਾ ਸੀ, ਜਾਂ ਥਕਾਵਟ ਰਹਿੰਦੀ ਸੀ ਬਹੁਤ, ਤੇ ਜਾਂ ਉਹਨਾਂ ਨੂੰ ਫਿਰ ਖੰਘ ਨਹੀਂ ਸੀ ਹਟਦੀ, ਤੇ ਐਂਡ ਵੀ ਗੋਟ ਕੁਆਇਟ ਗੁੱਡ ਰਿਜ਼ਲਟਸ। ਆਈ ਹੋਪ ਤੁਸੀਂ ਪ੍ਰੋਗਰਾਮ ਦੇਖਦੇ ਹੋ। ਦੇਖੋ, ਜਿਸ ਗੁੱਡ ਨਿਊਜ਼, ਕਿਉਂਕਿ ਜਿਹੜੀ ਹੋਮਿਓਪੈਥ ਹੈਗੀ ਉਹਦਾ ਕੋਈ ਸਾਈਡ ਇਫੈਕਟ ਨਹੀਂ, ਕੋਈ ਨੁਕਸਾਨ ਨਹੀਂ ਹੈਗਾ। ਜੇ ਹੋਏਗਾ ਤਾਂ ਫਾਇਦਾ ਹੀ ਹੋਏਗਾ, ਅਤੇ ਬੰਦਾ ਦਾ ਖਾਣੀ ਬਹੁਤ ਜ਼ਰੂਰੀ ਹੈ। ਅਤੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ, ਜਿਹਦਾ ਡਾਕਟਰ ਜੀ ਨੇ ਦੱਸਿਆ ਕਿ ਹਾਂ ਇਲਾਜ ਹੈਗਾ, ਹੋ ਸਕਦਾ ਹੈ, ਪਰ ਇਹ ਹੋ ਵੀ ਸਕਦਾ ਕਿ ਸਾਰਿਆਂ ਦਾ ਨਾ ਹੋਵੇ, ਕਿਉਂਕਿ ਡਿਪੈਂਡ ਕਰਦਾ ਕੀ ਹੈਗਾ ਕੀ ਨਹੀਂ ਹੈਗਾ, ਕਿੰਨੀ ਦੇਰ ਦੀ ਹੈਗੀ ਹੈ। ਅਤੇ ਡਾਕਟਰ ਨੂੰ ਬੜੇ ਸਵਾਲ ਜਵਾਬ ਕਰਨੇ ਹੁੰਦੇ ਨੇ, ਜੋ 1-to-1 ਕੰਸਲਟੇਸ਼ਨ ਕਰਦੇ ਨੇ। ਉਹ ਤੁਸੀਂ ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਕੇ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਤੁਸੀਂ ਡਾਕਟਰ ਨਾਲ ਗੱਲ ਕਰ ਸਕਦੇ ਹੋ। ਹੁਣ ਤੁਸੀਂ ਕਾਲ ਕਰ ਸਕਦੇ ਹੋ 0121-551-1001। ਪਲੀਜ਼ ਕੀਪ ਕਾਲਿੰਗ। ਕਿਸੇ ਵੀ ਤਰ੍ਹਾਂ ਦਾ ਸਵਾਲ ਤੁਸੀਂ ਆਪਣਾ ਪੁੱਛੋ,
ਮੈਂ ਹਮੇਸ਼ਾ ਕਹਿੰਦਾ ਫਾਇਦਾ ਉਠਾਓ ਡਾਕਟਰ ਜੀ ਦਾ। ਜਦੋਂ ਹੱਥ ਹੈ ਸਾਡੇ ਪਾਸ ਘੰਟਾ ਪ੍ਰੋਗਰਾਮ ਹੁੰਦਾ ਹੈ, ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਮੇਰੇ ਜਿੰਨੇ ਸਵਾਲ ਹੁੰਦੇ ਆ ਮੈਂ ਔਨ ਯੋਰ ਬਿਹਾਫ ਮੈਂ ਪੁੱਛਦਾ ਰਹਿਣਾ ਡਾਕਟਰ ਨੂੰ। ਤੇ ਬਾਕੀ ਤੁਸੀਂ ਵੀ ਆਪਣਾ ਪੁੱਛੋ ਤੇ ਅੱਛਾ ਲੱਗੇਗਾ। ਅਗਰ ਤੁਹਾਡਾ ਕਾਲ ਹੈਗਾ ਜ਼ਰਾ ਹੋਰ ਇੰਟਰਸਟਿੰਗ ਹੋ ਜਾਂਦਾ ਹੈ, ਹੋਰ ਲੋਕਾਂ ਦੀ ਮਦਦ ਹੋ ਜਾਂਦੀ ਹੈ। ਜੀ ਡਾਕਟਰ ਜੀ। ਹਾਂਜੀ, ਸੋ ਮੇਰੇ ਕੋਲ ਵੀ ਕਈ ਕਾਲ ਆਏ ਸੀਗੇ ਤੇ ਉਹ ਪੁੱਛ ਰਹੇ ਸੀ ਆਪਾਂ ਓਮੇਗਾ 3 ਆਇਲਸ ਬਾਰੇ ਕੀਤਾ ਸੀ ਨਾ ਲਾਸਟ ਵੀਕ ਪ੍ਰੋਗਰਾਮ, ਵੀ ਕਿਹੜੇ ਅੱਛੇ ਹੁੰਦੇ ਆਇਲਸ, ਕਿਹੜੇ ਮਾੜੇ ਹੁੰਦੇ ਆ। ਤੇ ਉਹਦੇ ਲਈ ਫਿਰ ਮੈਂ ਇੱਕ ਪਿਕਚਰ ਬਣਾਈ ਹੈਗੀ ਆ ਤੇ ਉਹ ਤੁਸੀਂ ਲਿਸਟ ਦੇਖ ਸਕਦੇ ਆ। ਆਪਾਂ ਹੁਣ ਸਕਰੀਨ ਤੇ ਪਾਵਾਂਗੇ ਉਹ ਲਿਸਟ। ਤੇ ਜਿੱਦਾਂ ਅਸੀਂ ਦੱਸਿਆ ਸੀ ਓਮੇਗਾ 3 ਆਇਲਸ ਜਿਹੜੇ ਆ ਉਹ ਵਾਲੀ ਹੈ। ਹਾਂਜੀ, ਸੋ ਗੁੱਡ ਫੈਟਸ ਐਂਡ ਬੈਡ ਫੈਟਸ ਤੁਸੀਂ ਦੇਖ ਸਕਦੇ ਆ। ਤੇ ਫੈਟਸ ਜ਼ਿਆਦਾ ਖਰਾਬ ਹੁੰਦੇ ਆ ਜਿਹੜੇ ਕੈਨੋਲਾ ਆਇਲ, ਇਹਨੂੰ USA ਵਿੱਚ ਕੈਨੋਲਾ ਕਹਿੰਦੇ ਆ, ਇੱਥੇ ਰੇਪਸੀਡ ਆਇਲ ਕਹਿੰਦੇ ਆ, ਤੇ ਪੰਜਾਬੀ ਵਿੱਚ ਇਹਨੂੰ ਤਾਰਾ ਮੀਰਾ ਕਹਿੰਦੇ ਆ। ਹਾਂਜੀ, ਤੇ ਇਹ ਸੋਇਆ ਆਇਲ ਜਿਹੜਾ ਸੋਇਆ ਆਇਲ ਹੈ ਇਸ ਦਾ ਸੋਇਆ ਸੌਸ ਨਹੀਂ, ਸੋਇਆ ਸੌਸ ਨਹੀਂ ਜੀ, ਉਹ ਹੋਰ ਚੀਜ਼ ਹੈ। ਉਹ ਹੋਰ ਚੀਜ਼ ਆ। ਇਹ ਐਕਚੁਅਲੀ ਆਇਲ ਕੱਢਿਆ ਹੁੰਦਾ ਹੈ। ਹਾਂਜੀ, ਦਿਖਾਓਗੇ? ਅੱਛਾ ਹਾਂਜੀ, ਸਨਫਲਾਵਰ ਆਇਲ, ਕਾਟਨ ਸੀਡ ਆਇਲ, ਕੋਰਨ ਆਇਲ ਜਿਹੜਾ ਮੱਕੀ ਤੋਂ ਬਣਾਇਆ ਹੁੰਦਾ ਹੈ, ਗ੍ਰੇਪ ਸੀਡ ਆਇਲ, ਸੈਫਲਾਰ ਆਇਲ। ਤੇ ਇੱਦਾਂ ਦੀਆਂ ਚੀਜ਼ਾਂ ਪਹਿਲਾਂ ਕਹਿੰਦੇ ਹੁੰਦੇ ਸੀ 60s 70s ਵਿੱਚ ਵੀ ਇਹ ਵਧੀਆ ਆ, ਤੁਸੀਂ ਬਟਰ ਨਾ ਖਾਇਆ ਕਰੋ। ਹਾਂਜੀ, ਤੇ ਹੁਣ ਬਾਅਦ 'ਚ ਸਾਨੂੰ ਪਤਾ ਲੱਗਾ ਵੀ ਐਕਚੁਅਲੀ ਇਹ ਜਿਹੜੇ ਹੈਗੇ ਆ ਨਾ ਆਇਲਸ, ਇਹ ਤੁਹਾਡੇ ਬਾਡੀ ਨੂੰ ਡੈਮੇਜ ਕਰਦੇ ਆ। ਇਹਨਾਂ ਵਿੱਚ ਓਮੇਗਾ 6 ਬਹੁਤ ਜ਼ਿਆਦਾ ਹੁੰਦਾ ਹੈ ਤੇ ਓਮੇਗਾ 6 ਦੇ ਨਾਲ ਇਨਫਲੇਮੇਸ਼ਨ ਹੋ ਜਾਂਦੀ ਸਰੀਰ ਵਿੱਚ। ਹਾਂਜੀ, ਸੋ ਤੁਹਾਡੇ ਬਲੱਡ ਵੈਸਲਸ ਨੂੰ ਡੈਮੇਜ ਕਰ ਰਿਹਾ, ਤੁਹਾਡੇ ਹਾਰਟ ਨੂੰ ਡੈਮੇਜ ਕਰ ਰਿਹਾ, ਤੇ ਇਸ ਵਜ੍ਹਾ ਹਾਰਟ ਅਟੈਕ ਜ਼ਿਆਦਾ ਹੁੰਦੇ ਲੋਕਾਂ ਨੂੰ ਅੱਜ ਕੱਲ੍ਹ। ਤੇ ਇੱਕ ਵਾਰੀ ਫੇਰ ਦੇਖੀਏ ਭਾਜੀ ਲਿਸਟ ਆਪਾਂ। ਤੇ ਬਾਕੀ ਜਿਹੜੇ ਤੁਸੀਂ ਘਰ ਦੇਖਦੇ ਹੋ ਪਲੀਜ਼ ਇਹਦਾ ਸਕਰੀਨਸ਼ਾਟ ਲੈ ਲਓ, ਐਟਲੀਸਟ ਫਿਰ ਤੁਹਾਨੂੰ ਰਿੰਗ ਨਹੀਂ ਕਰਨਾ ਪਏਗਾ ਕਿਹੜਾ ਆਇਲ ਚੰਗਾ ਕਿਹੜਾ ਮਾੜਾ ਹੈ। ਹਾਂਜੀ, ਸੋ ਜਿਹੜੇ ਵਧੀਆ ਹੈਗੇ ਆ ਮੈਂ ਤੁਹਾਨੂੰ ਐਡਵਾਈਜ਼ ਕਰੂੰਗਾ, ਜੇ ਤੁਸੀਂ ਕੁਕਿੰਗ ਲਈ ਵਰਤਨੇ ਤਾਂ ਤੁਸੀਂ ਘਿਓ ਵਰਤੋ ਜਾਂ ਕੋਕੋਨਟ ਆਇਲ ਵਰਤੋ। ਹਾਂਜੀ, ਥੀਸ ਆਰ ਦ ਬੈਸਟ ਥਿੰਗਸ ਫॉर ਕੁਕਿੰਗ। ਤੇ ਜੇ ਤੁਸੀਂ ਉੱਦਾਂ ਪਾਉਣਾ ਹੁੰਦਾ ਫੂਡ ਵਿੱਚ ਆਇਲ ਬਾਅਦ 'ਚ ਜਾਂ ਸੈਲਡ ਤੇ ਉੱਥੇ ਓਲਿਵ ਆਇਲ ਵਰਤਿਆ ਕਰੋ। ਹਾਂਜੀ, ਤੇ ਪੀਨਟ ਆਇਲ ਮੈਂ ਬਾਹਲਾ ਨਹੀਂ ਰეკਮੈਂਡ ਕਰਦਾ ਹੈ, ਕਈ ਲੋਕਾਂ ਨੂੰ ਐਲਰਜੀ ਹੁੰਦੀ ਪੀਨਟ ਤੋਂ। ਬਿਲਕੁਲ। ਹਾਂਜੀ, ਉਹਨਾਂ ਨੂੰ ਬਹੁਤ ਸਵੇਅਰ ਰਿਐਕਸ਼ਨ ਹੋ ਸਕਦਾ, ਸੋ ਪੀਨਟ ਆਇਲ ਪਲੀਜ਼ ਨਾ ਵਰਤਿਓ। ਹਾਂਜੀ, ਤੇ ਐਨੀਮਲ ਫੈਟਸ ਇਹ ਤਾਂ ਜਿਹੜੇ ਨੋਨ ਵੈਜੀਟੇਰੀਅਨ ਨੇ ਉਹ ਐਨੀਮਲ ਫੈਟਸ ਵਰਤ ਸਕਦੇ ਆ, ਪਰ ਇਹ ਗੱਲ ਇਹ ਹੈ ਵੀ ਜਿਹੜੇ ਐਨੀਮਲ ਫੈਟਸ ਸਾਨੂੰ ਕਹਿੰਦੇ ਹੁੰਦੇ ਸੀਗੇ ਵੀ ਇਹ ਮਾੜੇ ਆ, ਉਹ ਇੰਨੇ ਮਾੜੇ ਨਹੀਂ ਹੈਗੇ ਸਰੀਰ ਵਾਸਤੇ। ਹਾਂਜੀ, ਇਨਫੈਕਟ ਦੇ ਬੈਟਰ। ਤੇ ਜਿਹੜੇ ਹੈਗੇ ਆ ਰਿਫਾਈਨਡ ਆਇਲਸ ਉਹ ਸਭ ਤੋਂ ਭੈੜੇ ਆ, ਉਹ ਨੁਕਸਾਨ ਕਰਦੇ ਸਰੀਰ ਨੂੰ। ਹਾਂਜੀ, ਇਹ ਜਿੱਦਾਂ ਤੁਸੀਂ ਦੱਸਿਆ ਉਹ ਜਿਹੜਾ ਪੀਨਟ ਬਟਰ ਹੈਗਾ ਆਇਲ, ਜਿਹੜੇ ਆਇਲ ਦੇ ਤੁਸੀਂ ਲਿਸਟ ਸਾਰੇ ਦੇ ਦੇਖੀਏ ਉਹ ਹਰ ਬੰਦੇ ਨੂੰ ਸੂਟ ਨਹੀਂ ਕਰੇਗਾ, ਕਿਉਂਕਿ ਜੇ ਉੱਥੇ ਦੱਸਿਆ ਕਿ ਗੁੱਡ ਫੈਟ ਤੇ ਬੈਡ ਫੈਟ, ਬੈਡ ਤੇ ਬੈਡ ਉਹ 'ਤੇ ਨੁਕਸਾਨ ਹੈਗਾ, ਜਿਹੜੇ ਗੁੱਡ ਹੈਗੇ ਉਹ ਵੀ ਨੁਕਸਾਨ ਕਰ ਸਕਦੇ ਨੇ। ਅਗੇਨ ਥੋੜੀ ਬਿਮਾਰੀਆਂ 'ਤੇ ਡਿਪੈਂਡ ਕਰਦਾ, ਆਪਣੀ GP ਨਾਲ ਚੈੱਕ ਕਰਕੇ ਆਪਣੀ ਜੇ ਡਾਇਟ ਚੇਂਜ ਕਰਨੀ ਹਮੇਸ਼ਾ ਉਹਦੇ ਨਾਲ ਕਰਿਆ ਕਰੋ। ਹਾਂਜੀ ਹਾਂਜੀ, ਦੈਟਸ ਰਾਈਟ। ਸੋ ਇਹੀ ਆ ਵੀ ਹੁਣ ਕਹਿੰਦੇ ਹੁੰਦੇ ਸੀ ਵੀ ਹਾਰਟ ਅਟੈਕ ਹੁੰਦੇ ਆ ਬਟਰ ਦੇ ਨਾਲ। ਹਾਂਜੀ, ਇਹ ਇੱਕ ਪ੍ਰੋਪਾਗੈਂਡਾ ਕੀਤਾ ਗਿਆ। ਡਾਕਟਰ ਜੀ ਕਿੰਨਾ ਟ੍ਰੈਂਡ ਚੇਂਜ ਹੋ ਗਿਆ ਚੀਜ਼ ਹਾਂ, ਦਾ। ਇਟ ਵਾਸ ਅ ਪ੍ਰੋਪਾਗੈਂਡਾ। ਉਹਨੇ ਆਪਣੀ ਮਾਰਜਰੀਨ ਵੇਚਣੀ ਸੀਗੀ ਜਾਂ ਰਿਫਾਈਨਡ ਆਇਲਸ ਵਰਤਣੇ ਸੀਗੇ, ਬਿਜ਼ਨਸ ਜਿਹੜੇ ਇੰਡਸਟਰੀਅਲ ਬਿਜ਼ਨਸ ਸੀਗੇ, ਤੇ ਉਹਨੇ ਇਹ ਪ੍ਰੋਪਾਗੈਂਡਾ ਸ਼ੁਰੂ ਕਰ ਦਿੱਤਾ ਵੀ ਬਟਰ ਦੇ ਖਰਾਬ ਆ, ਇਹ ਨਾ ਵਰਤੋ, ਆਇਲ ਵਰਤੋ। ਹਾਂਜੀ, ਤੇ ਹੁਣ ਪਤਾ ਲੱਗਦਾ ਵੀ ਉਹ ਬਿਲਕੁਲ ਗਲਤ ਸੀ। ਇਟਸ ਦ ਰਿਵਰਸ ਇਜ਼ ਟਰੂ। ਹਾਂਜੀ, ਤੇ ਜਿਹੜੇ ਆਪਾਂ ਦੱਸੇ ਗੁੱਡ ਫੈਟਸ ਇਹ ਬਾਡੀ ਲਈ ਐਕਚੁਅਲੀ ਚੰਗੇ ਆ, ਤੇ ਇਹਨਾਂ ਵਿੱਚ ਓਮੇਗਾ 3 ਹੁੰਦਾ ਹੈ ਜਿਹੜਾ ਇਨਫਲੇਮੇਸ਼ਨ ਸੋਜ ਨੂੰ ਘੱਟ ਕਰਦਾ ਆ। ਹਾਂਜੀ, ਤੇ ਜਿਹੜੇ ਇਹ ਰਿਫਾਈਨਡ ਆਇਲਸ ਆ ਇਹਨਾਂ ਵਿੱਚ ਹੁੰਦਾ ਓਮੇਗਾ 6 ਜ਼ਿਆਦਾ, ਤੇ ਇਹਦੇ ਨਾਲ ਸੋਜ ਬਾਡੀ ਵਿੱਚ ਜ਼ਿਆਦਾ ਪੈਂਦੀ ਹੈ ਤੇ ਹਾਰਟ ਨੂੰ ਤੇ ਖੂਨ ਦੀਆਂ ਨਾੜੀਆਂ ਨੂੰ ਡੈਮੇਜ ਕਰ ਰਿਹਾ। ਪਰ ਜੀ ਇਹ ਜਿਹੜੀ ਮੈਡੀਕਲ ਰਿਸਰਚ ਕਰਦੇ ਨੇ ਇਨਸਾਨ ਨੂੰ ਗਿਨੀ ਪਿਗ ਬਣਾ ਦਿੰਦੇ, ਉਹਨਾਂ 'ਤੇ ਟੈਸਟ ਕਰਕੇ ਉਹਨਾਂ ਨੂੰ ਥੋੜਾ ਨੰਬਰ ਲੈ ਕੇ ਜਿਹਦੀ ਉਹਨਾਂ ਨੇ ਸੇਲ ਵਧਾਉਣੀ ਆ ਉਹ ਇੱਕ ਨੂੰ ਖਰਾਬ ਕਹਿ ਦਿੰਦੇ, ਇੱਕ ਨੂੰ ਠੀਕ ਕਹਿ ਦਿੰਦੇ ਨੇ। ਦੈਟਸ ਰਾਈਟ, ਉਹ ਫਿਗਰਸ ਮੈਨੀਪੂਲੇਟ ਕਰ ਲੈਂਦੇ ਮੈਨੀਪੂਲੇਟ ਕਰ ਲੈਂਦੇ ਨੇ ਨਾ ਫਿਰ। ਦੈਟਸ ਰਾਈਟ। ਹਾਂਜੀ, ਪਰ ਜੁਰਮ ਹੈ, ਚੀਜ਼ ਦਾ ਬੜੀ ਭੈੜੀ ਗੱਲ ਹੈ। ਦੈਟਸ ਰਾਈਟ, ਬਿਲਕੁਲ ਜੁਰਮ ਆ ਯਾਰ। ਜਿੱਦਾਂ ਹੁਣ ਤੁਹਾਨੂੰ ਲਿਸਟ ਵੀ ਦਿਖਾਈ, ਅਸੀਂ ਹੁਣ ਗੱਲ ਕਰਕੇ ਹਟੇ, ਜਿਹੜੇ ਗੁੱਡ ਫੈਟ ਹੈਗੇ ਨੇ, ਗੁੱਡ ਹੈ ਵੀ ਹੈ, ਉਹਨਾਂ 'ਚੋਂ ਨੁਕਸਾਨ ਵੀ। ਡਾਕਟਰ ਜੀ ਇੱਕ ਜ਼ਰੂਰੀ ਗੱਲ ਹੈ, ਜਿਹਦਾ ਕਿਸੇ ਚੀਜ਼ ਦਾ ਫਾਇਦਾ ਉਹਦਾ ਨੁਕਸਾਨ ਵੀ ਹੈਗਾ, ਕਿ ਤੁਸੀਂ ਕਿਸ ਤਰ੍ਹਾਂ ਕੰਜ਼ਿਊਮ ਕਰਦੇ ਹੋ ਉਹਨੂੰ। ਜੇ ਤੁਹਾਨੂੰ ਕਹਿਤਾ ਕਿ ਬੜਾ ਚੰਗਾ ਹੈਗਾ, ਤੁਸੀਂ ਉਹਨੂੰ ਜ਼ੋਰ ਸੁਬਾਹ ਸ਼ਾਮ ਕਰ ਦੇਵੋ ਤੇ ਉਹ ਵੀ ਤਾਂ ਫਿਰ ਨੁਕਸਾਨ ਹੋਏਗਾ। ਹਾਂਜੀ, ਤੁਸੀਂ ਜ਼ਿਆਦਾ ਵਰਤੋ, ਕੋਈ ਵੀ ਚੀਜ਼ ਜ਼ਿਆਦਾ ਵਰਤੋ, ਓਵਰ ਦ ਟੌਪ ਵਰਤਦੇ ਉਹਦਾ ਨੁਕਸਾਨ ਤਾਂ ਹੁੰਦਾ ਹੀ ਆ। ਹਾਂਜੀ, ਸੋ ਜਿਹੜੀ ਵੀ ਵਰਤਣੀ ਚੀਜ਼ ਹਿਸਾਬ ਦੀ ਵਰਤਣੀ ਪੈਂਦੀ ਆ। ਵੀ ਜਿੱਦਾਂ ਤੁਸੀਂ ਕਹਿੰਦੇ ਆ ਹਰੇਕ ਨੂੰ ਹਰੇਕ ਚੀਜ਼ ਨਹੀਂ ਸੂਟ ਕਰਦੀ ਹੈਗੀ, ਤੁਸੀਂ ਆਪ ਦੇਖਣਾ। ਜਿਹਨੂੰ ਐਲਰਜੀਸ ਹੈਗੀ ਆ ਉਹ, ਜਿੱਦਾਂ ਮੈਂ ਕਿਹਾ ਪਿਆ, ਉਹ ਪੀਨਟ ਆਇਲ ਨਾ ਵਰਤਣ। ਹਾਂਜੀ, ਕਰਕੇ ਇਹ ਹਾਈਲੀ ਐਲਰਜਿਕ ਹੈ ਕਈ ਲੋਕਾਂ ਨੂੰ, ਤੇ ਬਹੁਤ ਬੈਡ ਰਿਐਕਸ਼ਨ ਹੁੰਦਾ ਕਈਆਂ ਨੂੰ ਪੀਨਟਸ ਤੋਂ।
ਪਰ ਜੀ ਦੂਸਰੀ ਗੱਲ ਤੇ ਤੁਸੀਂ ਜਿਹੜਾ ਵੀ ਆਇਲ ਹੈਗਾ ਤੁਸੀਂ ਕਿਸੇ ਆਪਣੀ ਵੈਬਸਾਈਟ ਤੇ ਪਾ ਕੇ ਤੁਸੀਂ ਰਿਸਰਚ ਕਰ ਸਕਦੇ ਹੋ ਤੇ ਹਾਂ ਪਤਾ ਲੱਗ ਬਿਲਕੁਲ ਜਾਂਦਾ। ਬਿਲਕੁਲ ਅੱਜ ਕੱਲ ਦੇਖੋ ਇੰਟਰਨੈਟ ਹੈਗਾ, ਤੁਸੀਂ ਕੁਝ ਵੀ ਲੱਭ ਸਕਦੇ ਆ। ਬਿਲਕੁਲ ਬਿਲਕੁਲ। ਯਾ ਤੇ ਡਾਕਟਰ ਰਾਜ ਹਰ ਜਗ੍ਹਾ ਦੀ ਇੰਟਰਨੈਟ ਤੇ ਬੈਠੇ ਨੇ ਹੈ ਸਾਰੇ ਜਵਾਬ ਦੇਣ ਵਾਲੇ, ਜਿਹਨੂੰ ਮਰਜ਼ੀ ਪੁੱਛ ਲਵੋ। ਦੈਟਸ ਰਾਈਟ, ਲੋਟ ਆਫ ਇਨਫੋਰਮੇਸ਼ਨ। ਤੇ ਸੋ ਲਾਸਟ ਟਾਈਮ ਦਰਸ਼ਕ ਨੇ ਕਿਹਾ ਸੀ ਭਈ ਤੁਸੀਂ ਬਲੱਡ ਪ੍ਰੈਸ਼ਰ ਤੇ ਕਰਿਓ ਪ੍ਰੋਗਰਾਮ। ਪਲੀਜ਼ ਹਾਂ ਹਾਂਜੀ, ਸੋ ਮੈਂ ਥੋੜ੍ਹੇ ਜਿਹੇ ਨੋਟਸ ਬਣਾਏ ਹੈਗੇ ਆ ਤੇ ਉੱਤੇ ਆਪਾਂ ਥੋੜ੍ਹੀ ਜਿਹਾ ਜਾਣਕਾਰੀ ਦਿੰਦੇ ਆ। ਸੋ ਬਲੱਡ ਪ੍ਰੈਸ਼ਰ ਇਹਨੂੰ ਇੱਕ ਸਾਇਲੈਂਟ ਡਿਜ਼ੀਜ਼ ਵੀ ਕਹਿੰਦੇ ਆ, ਕਰਕੇ ਕਈ ਲੋਕੀ ਹੈਗੇ ਆ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਬਲੱਡ ਪ੍ਰੈਸ਼ਰ ਹਾਈ ਆ। ਹਾਂਜੀ, ਸੋ ਕਈਆਂ ਦੇ ਸਿੰਪਟਮ ਖਾਸ ਨਹੀਂ ਆਉਂਦੇ ਹੈਗੇ। ਹਾਂਜੀ, ਤੇ ਉਹਨਾਂ ਦਾ ਲਾਈਫ ਸਟਾਈਲ ਹੁੰਦਾ ਹੈ ਬਿਜ਼ੀ, ਉਹ ਕਿਤੇ ਸਿਰ ਦੁਖਿਆ, ਉਹ ਨਹੀਂ ਕਹਿਣਾ ਚਲੋ ਉਹਦੇ ਮੈਂ ਬਿਜ਼ੀ ਕਰਕੇ ਬਹੁਤ ਕੰਮ ਕੀਤਾ ਤਾਂ ਮੇਰਾ ਸਿਰ ਦੁਖਿਆ, ਤੇ ਪਰ ਉਹ ਇਗਨੋਰ ਕਰਦੇ ਰਹਿੰਦੇ ਆ। ਤੇ ਜਦੋਂ ਫਿਰ ਕੁਝ ਸੀਰੀਅਸ ਹੋ ਜਾਂਦਾ ਫਿਰ ਇਹ ਪਤਾ ਲੱਗਦਾ ਵੀ ਉਹਨੂੰ ਤਾਂ ਬਲੱਡ ਪ੍ਰੈਸ਼ਰ ਸੀਗਾ। ਹਾਂਜੀ, ਸੋ ਇੱਦਾਂ ਦੇ ਜੇ ਸਿੰਪਟਮ ਆਉਂਦੇ ਰਹਿੰਦੇ ਆ ਵੀ ਸਿਰ ਭਾਰਾ ਭਾਰਾ ਰਹਿੰਦਾ ਆ, ਜਾਂ ਸਿਰ ਦੁਖਦਾ ਰਹਿੰਦਾ ਹਰ ਰੋਜ਼, ਹਾਂਜੀ, ਜਾਂ ਚੱਕਰ ਆਉਂਦੇ ਰਹਿੰਦੇ ਆ, ਤੇ ਜਾਂ ਉਹ ਨੱਕ ਵਿੱਚੋਂ ਖੂਨ ਵਗਣ ਲੱਗ ਪੈਂਦਾ ਆ, ਤੇ ਜਾਂ ਅੱਖਾਂ ਵਿੱਚ ਝੋਲਾ ਦਿਸਣ ਲੱਗ ਪੈਂਦਾ ਹੈ, ਇੱਦਾਂ ਦੀ ਇਗਨੋਰ ਨਹੀਂ ਕਰਨੇ ਚਾਹੀਦੇ ਸਿੰਪਟਮ। ਹਾਂਜੀ, ਤੇ ਇਹਦਾ ਚੈੱਕਅਪ ਕਰਾਉਣਾ ਚਾਹੀਦਾ। ਤੇ ਬਲੱਡ ਪ੍ਰੈਸ਼ਰ ਦੀ ਮਸ਼ੀਨ ਅੱਜ ਕੱਲ੍ਹ ਤਕਰੀਬਨ 20 ਪਾਉਂਡ ਦੀ ਆਉਂਦੀ ਆ। ਹਾਂਜੀ, ਤੁਸੀਂ ਘਰ ਲੈ ਕੇ ਰੱਖ ਸਕਦੇ ਹੋ, ਖੁਦ ਈਜ਼ੀ ਆ, ਇੱਕੋ ਹੀ ਬਟਨ ਦੱਬਣਾ ਪੈਂਦਾ ਹੈ, ਤੁਸੀਂ ਆਪਣਾ ਆਪ ਬਲੱਡ ਪ੍ਰੈਸ਼ਰ ਮੈਜਰ ਕਰ ਸਕਦੇ ਆ। ਹਾਂਜੀ, ਸੋ ਇਟਸ ਵੈਰੀ ਈਜ਼ੀ ਟੂ ਡੂ ਇਟ। ਤੇ ਬਲੱਡ ਪ੍ਰੈਸ਼ਰ ਦੇ ਇੱਦਾਂ ਦਾ ਕਿ ਕੰਟਰੋਲ 'ਚ ਹੋਣਾ ਚਾਹੀਦਾ ਹੈ। ਹਾਂਜੀ, ਕਿਉਂਕਿ ਨਹੀਂ ਕੰਟਰੋਲ 'ਚ ਹੁੰਦਾ ਫਿਰ ਤੁਹਾਡੀ ਸਿਹਤ ਕਾਫੀ ਖਰਾਬ ਹੋ ਸਕਦੀ ਆ। ਹਾਂਜੀ, ਤੇ ਜ਼ਿਆਦਾ ਹਾਈ ਹੋਵੇ ਉਹਦੇ ਨਾਲ ਤੁਹਾਨੂੰ ਹਾਰਟ ਅਟੈਕ ਵੀ ਹੋ ਸਕਦਾ। ਤੇ ਬਲੱਡ ਪ੍ਰੈਸ਼ਰ ਹਾਈ ਹੋਣ ਦੇ ਨਾਲ ਤੁਹਾਡੇ ਖੂਨ ਦੀਆਂ ਨਾੜੀਆਂ ਜਿਹੜੀਆਂ ਉਹ ਡੈਮੇਜ ਹੁੰਦੀਆਂ। ਜੇ ਤੁਸੀਂ ਐਗਜ਼ਾਮਪਲ ਤੁਹਾਨੂੰ ਦਿੰਦਾ ਪਈ, ਹੁਣ ਕੋਈ ਪਾਈਪ ਆ, ਇੱਕ ਪਾਸੇ ਪੰਪ ਆ, ਹਾਂਜੀ, ਉਹ ਪੰਪ ਕਰ ਰਿਹਾ ਫਲੂਇਡ ਪਾਈਪ ਦੇ ਵਿੱਚ, ਰਾਈਟ, ਤੇ ਉਹ ਜੇ ਜ਼ਿਆਦਾ ਪ੍ਰੈਸ਼ਰ ਨਾਲ ਪੰਪ ਕਰ ਰਿਹਾ ਹੋਵੇ, ਹਾਂਜੀ, ਜਾਂ ਉਹ ਜਿਹੜੀ ਨਾੜੀ ਘੁੱਟਵੀਂ ਹੋਵੇ ਤਾਂ ਪ੍ਰੈਸ਼ਰ ਬਹੁਤ ਬਿਲਡਅਪ ਹੋ ਜਾਂਦਾ। ਹਾਂਜੀ, ਸੋ ਉਹ ਪਾਈਪ ਡੈਮੇਜ ਹੋ ਸਕਦਾ ਪ੍ਰੈਸ਼ਰ ਦੇ ਨਾਲ, ਤੇ ਜਿਹੜਾ ਪੰਪ ਆ ਉਹ ਵੀ ਡੈਮੇਜ ਹੋ ਸਕਦਾ। ਹਾਂਜੀ, ਸੋ ਇਸੇ ਤਰ੍ਹਾਂ ਹਾਰਟ ਵੀ ਡੈਮੇਜ ਹੋ ਸਕਦਾ, ਤੇ ਖੂਨ ਦੀਆਂ ਨਾੜੀਆਂ ਜਿਹੜੀਆਂ ਜਿਹਨਾਂ ਵਿੱਚ ਹੀ ਖੂਨ ਪੰਪ ਹੁੰਦਾ ਹੈ ਉਹ ਵੀ ਡੈਮੇਜ ਹੋ ਸਕਦੀਆਂ। ਡਾਕਟਰ ਜੀ ਬੜੇ ਡਿਫਰੈਂਟ ਕਾਜ਼ਸ ਹੈਗੇ ਨੇ ਬਲੱਡ ਪ੍ਰੈਸ਼ਰ ਦੇ। ਡਾਈਟ ਹੋ ਸਕਦੀ ਹੈ, ਆਪਣੀ ਸਟ੍ਰੈਸ ਹੋ ਸਕਦੀ ਹੈ, ਬੜਾ ਕੁਝ ਹੈਗਾ। ਹਾਂਜੀ, ਲੇਕਿਨ ਸਾਰਿਆਂ ਨੂੰ ਕਿਹੜੀ ਕਾਮਨ ਚੀਜ਼ ਹੈਗੀ ਹੈ? ਹਾਂਜੀ, ਸੋ ਮੋਸਟ ਕਾਮਨ ਇਹੀ ਆ ਭਾਜੀ, ਸਟ੍ਰੈਸ ਦਾ। ਹਾਂ, ਲਾਈਫ ਸਟਾਈਲ ਜਿਹੜਾ ਆ। ਤੇ ਕਿਉਂਕਿ ਅੱਜ ਕੱਲ੍ਹ ਸਾਰੇ ਬਿਜ਼ੀ ਆ, ਜੋਬਸ ਤੇ ਸਟ੍ਰੈਸ ਬਹੁਤ ਆ। ਹਾਂਜੀ, ਜਿਹੜੇ EMPLOYERS ਉਹ ਜ਼ਿਆਦਾ ਕੰਮ ਲੈਂਦੇ ਲੋਕਾਂ ਤੋਂ, ਤੇ ਸਟ੍ਰੈਸ ਬਹੁਤ ਰਹਿੰਦੀ ਆ, ਤੇ ਉਹਦੇ ਨਾਲ ਜਿਹੜੇ ਤੁਹਾਡੇ ਇਮੋਸ਼ਨਸ ਨਿਕਲਦੇ ਨਹੀਂ ਬਾਹਰ। ਤੇ ਘਰਾਂ 'ਚ ਵੀ ਕਾਫੀ ਸਟ੍ਰੈਸ ਰਹਿੰਦੀ ਲੋਕਾਂ ਦੇ। ਹਾਂਜੀ, ਕੋਈ ਨਾ ਕੋਈ ਫੈਮਿਲੀ ਪ੍ਰੋਬਲਮ ਪਿਆ ਰਹਿੰਦਾ, ਤੇ ਉਹ ਹੁਣ ਜੋ ਕਹਿਣਾ ਚਾਹੁੰਦੇ ਕਹਿ ਨਹੀਂ ਸਕਦੇ ਹੈਗੇ ਕਿਉਂਕਿ ਦੂਸਰਾ ਅਪਸੈਟ ਹੋ ਜਾਊਗਾ, ਤੇ ਉਹ ਜਿਹੜੀ ਇਮੋਸ਼ਨਸ ਅੰਦਰ ਹੀ ਰਹਿੰਦੇ ਆ ਤੁਹਾਡੇ, ਉਹਦੇ ਨਾਲ ਵੀ ਬਲੱਡ ਪ੍ਰੈਸ਼ਰ ਵੱਧਦਾ ਡਾਕਟਰ ਹੈ। ਆਪਾਂ ਕਾਲ ਲੈ ਲਈਏ ਫਿਰ ਆਪਾਂ ਗੱਲ ਜਾਰੀ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ। ਹਾਂਜੀ, ਸਤਿ ਸ਼੍ਰੀ ਅਕਾਲ। ਆਪਣਾ ਨਾਮ ਦੱਸੋਗੇ, ਕਿੱਥੋਂ ਬੋਲਦੇ ਹੋ? ਮੈਂ ਸੁਰਜੀਤ ਸਿੰਘ ਚਾਨਾ ਬਰਮਿੰਘਮ ਤੋਂ ਬੋਲ ਰਿਹਾ ਜੀ। ਸੁਰਜੀਤ ਸਿੰਘ ਜੀ, ਤੁਹਾਡਾ ਸਵਾਗਤ ਕਰਦੇ ਹਾਂ। ਥੈਂਕ ਯੂ ਜੀ। ਹੁਣ ਤੁਸੀਂ ਗੱਲ ਕਰੋ, ਸਿੱਧਾ ਡਾਕਟਰ ਜੀ ਜਵਾਬ ਦੇਣਗੇ। ਜੀ ਥੈਂਕ ਯੂ ਜੀ। ਬੋਲੋ ਜੀ। ਹਾਂਜੀ, ਡਾਕਟਰ ਸਾਹਿਬ ਮੇਰੀ ਗੱਲ ਕਰਾਇਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਰਜੀਤ ਸਿੰਘ ਚਾਨਾ ਬੋਲ ਰਿਹਾ ਜੀ। ਹਾਂਜੀ, ਡਾਕਟਰ ਸਾਹਿਬ ਮੇਰੀ ਇੱਕ ਬੜੀ ਭਾਰੀ ਪ੍ਰੋਬਲਮ ਹੈਗੀ ਆ। ਮੈਂ ਕਾਫੀ ਦੇਰ ਤੋਂ ਮੈਨੂੰ ਪਿਸ਼ਾਬ ਦੀ ਪ੍ਰੋਬਲਮ ਹੈਗੀ ਆ, ਪਿਸ਼ਾਬ ਬਾਰ ਆਉਂਦਾ, ਹਾਂਜੀ, ਤੇ ਰਾਤ ਵੀ 3-4 ਦਿਨ ਦਾ, ਦਿਨ 'ਚ ਕਈ ਦਫਾ ਘੰਟੇ ਬਾਅਦ ਆਉਂਦਾ ਰਹਿੰਦਾ ਹੈਗਾ। ਹਾਂਜੀ, ਮੈਂ ਡਾਕਟਰ ਤੋਂ ਇਹਦੇ ਕੈਪਸੂਲ ਲਏ ਆ, ਪ੍ਰਾਈਵੇਟਲੀ ਲੈ ਕੇ ਦੇਖੇ, ਮੈਨੂੰ ਫਰਕ ਨਹੀਂ ਕੋਈ ਪਿਆ ਹੈਗਾ। ਅੱਛਾ ਅੱਛਾ, ਸੋ ਪਲੀਜ਼ ਇੱਥੇ ਬਾਹਰ ਆਉਣਾ ਜਾਣਾ ਬਿਲਕੁਲ ਮੁਸ਼ਕਿਲ ਹੋ ਚੁੱਕਾ ਹੈ। ਸੋ ਪਲੀਜ਼ ਮੈਨੂੰ ਕੋਈ ਐਸਾ ਅਰੇਂਜਮੈਂਟ ਕਰਕੇ ਦਿਓ ਜਿਹਦੇ ਨਾਲ ਪਿਸ਼ਾਬ ਦੀ ਪ੍ਰੋਬਲਮ ਕੰਟਰੋਲ ਹੋ ਜਾਵੇ। ਹਾਂਜੀ, ਹਾਂਜੀ, ਤੁਹਾਨੂੰ ਤੁਸੀਂ ਨਾਲ ਤੁਹਾਨੂੰ ਦੱਸ ਦੇਣਾ, ਆਪਣੀ ਮੈਡੀਕਲ ਹਿਸਟਰੀ ਤੁਹਾਨੂੰ ਦੱਸ ਦੇਣਾ। ਮੈਂ ਡਾਇਬੈਟਿਕ ਹਾਂ, ਹਾਂਜੀ, ਮੈਟਾਫਾਰਮਨ ਲੈਣਾ, ਤੇ ਡਾਕਟਰ ਨੇ ਮੈਨੂੰ ਦਿੱਤੀ ਇਹ ਆਪਣੇ ਕੀ ਬਲੱਡ ਪ੍ਰੈਸ਼ਰ ਵਾਸਤੇ ਮੈਨੂੰ ਡੋਕਸੋਜ਼ਨ ਟੈਬਲੇਟ ਦਿੱਤੀਆਂ ਹੈਗੀਆਂ, ਤੇ ਇਹਦੇ ਵਾਸਤੇ ਟੈਮਸੋਲੋਸ਼ਨ ਤੇ ਆਪਣੇ ਕੈਪਸੂਲ ਦਿੱਤੇ ਸੀਗੇ ਪਿਸ਼ਾਬ ਕੰਟਰੋਲ ਲਈ। ਹਾਂਜੀ, ਇਹੀ ਦਿੰਦੇ ਫਰਕ ਕੋਈ ਨਹੀਂ ਪੈ ਰਿਹਾ। ਓਕੇ ਜੀ। ਤੇ ਡਾਕਟਰ ਜੀ ਮੈਂ ਸਵਾਲ ਪੁੱਛ ਰਿਹਾ, ਤੁਹਾਨੂੰ ਰਾਤ ਨੂੰ ਜ਼ਿਆਦਾ ਪਿਸ਼ਾਬ ਆਉਂਦਾ? ਕਿਉਂਕਿ ਮੇਰਾ ਨੈਕਸਟ ਸਵਾਲ ਆ ਵੀ ਸੀਗਾ। ਦਿਨ ਵਿੱਚ ਕਈ ਬਹੁਤ ਦਫਾ ਆਉਂਦਾ, ਕਿਤੇ ਬਾਹਰ ਆਉਣਾ ਜਾਣਾ ਹੋਵੇ ਬਿਲਕੁਲ ਮੁਸ਼ਕਿਲ ਹੋ ਜਾਂਦੀ ਆ, ਤੇ ਰਾਤੀ ਵੀ ਆਉਂਦਾ ਬਹੁਤ ਹੈ। ਰਾਤ ਨੂੰ 4 ਵਜੇ ਰਹੇ, ਫੈਮਿਲੀ ਡਿਸਟਰਬ ਹੁੰਦੀ ਸਾਰੀ। ਡਾਕਟਰ ਜੀ ਮੇਰਾ ਨੈਕਸਟ ਸਵਾਲ ਸੀਗਾ, ਮੈਨੂੰ ਯਾਦ ਆ ਗਿਆ, ਤੁਸੀਂ ਪਹਿਲਾਂ ਜਵਾਬ ਦੇ ਦਿਓ। ਹਾਂਜੀ ਹਾਂਜੀ, ਹਾਂਜੀ, ਅੱਛਾ ਭਾਜੀ, ਮੈਂ ਤੁਹਾਨੂੰ ਪੁੱਛਣਾ ਸੀ ਵੀ ਤੁਹਾਡਾ ਪ੍ਰੋਸਟੇਟ ਗਲੈਂਡ ਚੈੱਕ ਕੀਤਾ ਉਹਨੇ? ਹਾਂਜੀ, ਪ੍ਰੋਸਟੇਟ ਗਲੈਂਡ ਜਿਹੜਾ ਹੁੰਦਾ ਉਹ ਚੈੱਕ ਕੀਤਾ ਕਿ ਨਹੀਂ ਜੀਪੀ ਨੇ? ਮੈਂ ਕਰਵਾਇਆ ਨਹੀਂ ਵੈਸੇ। ਨਹੀਂ ਚੈੱਕ ਕੀਤਾ ਹੈ ਨਾ?
ਸੋ ਇੱਕ ਤਾਂ ਗੱਲ ਪ੍ਰੋਸਟੇਟ ਗਲੈਂਡ ਚੈੱਕ ਕਰਨਾ ਚਾਹੀਦਾ ਕਿ ਉਹ ਕਾਫੀ ਵਧਿਆ ਹੁੰਦਾ, ਕਈ ਵਾਰੀ ਉਹਦਾ ਬਲੈਡਰ ਉੱਤੇ ਪ੍ਰੈਸ਼ਰ ਪੈਂਦਾ। ਹਾਂਜੀ। ਅੱਛਾ ਜੀ। ਤੇ ਦੂਸਰੀ ਗੱਲ ਹੈਗੀ ਆ ਵੀ ਤੁਸੀਂ ਸ਼ੂਗਰ ਆਪਣੀ ਚੈੱਕ ਕਰਦੇ ਹੁੰਦੇ ਆ ਵਿਦਿਨ ਲਿਮਿਟਸ ਰਹਿੰਦੀ ਹੈ? ਵਗੈਰਾ ਚੈੱਕ ਕਰੀ ਦੀ ਹੈ, ਹਾਂਜੀ, ਅੰਡਰ ਕੰਟਰੋਲ ਹੈ। ਅੰਡਰ ਕੰਟਰੋਲ ਆ, ਠੀਕ ਆ। ਸੋ ਇੱਦਾਂ ਵੀ ਜਿਹੜੀ ਡਾਇਬੈਟਿਕਸ ਆ ਉਹਨਾਂ ਨੂੰ ਖਾਸ ਇਹ ਪ੍ਰੋਬਲਮ ਆਉਂਦਾ, ਜਾਂ ਤਾਂ ਜਿਹੜਾ ਬਲੈਡਰ ਉਹ ਸਲੈਕ ਹੋ ਜਾਂਦਾ ਤੁਹਾਡਾ। ਹਾਂਜੀ। ਹਾਂਜੀ। ਤੇ ਬਲੈਡਰ ਦਾ ਵਾਲਵ ਹੁੰਦਾ ਉਹ ਸਫਿੰਕਟਰ ਮਸਲ ਉਹ ਸਲੈਕ ਹੋਣ ਕਰਕੇ ਵੀ ਪਿਸ਼ਾਬ ਵਾਰ-ਵਾਰ ਆਉਂਦਾ ਰਹਿੰਦਾ ਹੈ, ਜਾਂ ਫਿਰ ਤੁਹਾਡੇ ਖੂਨ ਵਿੱਚ ਹਲੇ ਵੀ ਸ਼ੂਗਰ ਕਾਫੀ ਹੈਗੀ ਆ। ਹਾਂਜੀ। ਸ਼ੂਗਰ ਅੰਡਰ ਕੰਟਰੋਲ ਹੈ। ਹਾਂ, ਠੀਕ ਹੈ। ਹਾਂਜੀ, ਵੀ ਲੈਣਾ, ਸ਼ਾਮ ਨੂੰ ਇੱਕ ਟੈਬਲੇਟ ਮੈਂ ਲੈਣਾ ਹੈਗਾ। ਹਾਂਜੀ, ਉਹ ਚਲੋ ਠੀਕ ਹੈ, ਤੁਸੀਂ ਦਵਾਈਆਂ ਲੈਂਦੇ ਆ ਸ਼ੂਗਰ ਵਾਸਤੇ, ਉਹ ਜਿੰਨਾ ਕੁ ਨਹੀਂ ਦੱਸਿਆ ਉਹਨਾਂ ਕੰਟਰੋਲ ਵਿੱਚ ਹੈਗਾ ਆ। ਪਰ ਜਿਹੜਾ ਕੰਟਰੋਲ ਦੱਸਦੇ ਆ ਹਰੇਕ ਲਈ ਸੇਮ ਨਹੀਂ ਹੁੰਦਾ ਹੈਗਾ ਐਕਚੁਅਲੀ। ਇਹਨੀ ਤਾਂ ਇੱਕ ਸਟੈਂਡਰਡ ਬਣਾਇਆ ਨਾ ਵੀ ਜੇ ਇੰਨੇ ਤੇ ਵਿਚਾਲੇ ਹੈਗਾ ਤਾਂ ਠੀਕ ਆ, ਪਰ ਹਰੇਕ ਇਨਸਾਨ ਜਿਹੜਾ ਆ ਉਹਦਾ ਰਿਸਪੌਂਸ ਅਲੱਗ ਹੁੰਦਾ ਆ। ਸੋ ਹੋ ਸਕਦਾ ਵੀ ਤੁਹਾਨੂੰ ਥੋੜ੍ਹੀ ਜਿਹੀ ਹੋਰ ਐਡਜਸਟਮੈਂਟ ਕਰਨੀ ਪਵੇ। ਦੱਸੋ ਕੀ ਇਲਾਜ ਕੀਤਾ ਕਿਉਂਕਿ ਜਿਹੜੇ ਡਾਇਬੈਟਿਕਸ ਨੂੰ ਇਹ ਸਿੰਪਟਮ ਬਹੁਤ ਜ਼ਿਆਦਾ ਆਉਂਦਾ ਡਾਇਬੈਟਿਕਸ ਨੂੰ। ਹਾਂਜੀ। ਕਿਉਂਕਿ ਇੰਡੀਆ ਵੀ ਆਉਣ ਜਾਣਾ ਜਾ ਨਹੀਂ ਸਕਦਾ। ਹਾਂ, ਕਿਉਂਕਿ ਬਾਰ-ਬਾਰ ਪਿਸ਼ਾਬ ਆਉਂਦਾ, ਪਲੇਨ 'ਚ ਵੀ ਪ੍ਰੋਬਲਮ ਹੋਏਗੀ ਜਾਊਂਗਾ ਤਾਂ। ਹਾਂਜੀ, ਪਲੀਜ਼ ਮੈਨੂੰ ਖੁਦ ਦਿਓ, ਐਸੀ ਦਵਾ ਦਿਓ ਜਿਹਨਾਂ ਮੇਰਾ ਜਿਹੜਾ ਪਿਸ਼ਾਬ ਤੇ ਕੰਟਰੋਲ ਹੋ ਜਾਏ। ਹਾਂਜੀ, ਠੀਕ ਹੈ ਜੀ, ਤੁਸੀਂ ਕੰਟੈਕਟ ਕਰਿਓ ਫਿਰ ਸਾਰੇ ਡਿਟੇਲਸ ਲੈ ਕੇ ਫਿਰ ਤੁਹਾਨੂੰ ਮੈਨੂੰ ਆਪਣਾ ਲੰਡਨ ਦਾ ਟੈਲੀਫੋਨ ਨੰਬਰ ਦੇ ਦਿਓ। ਹਾਂਜੀ, ਤੁਸੀਂ ਹੁਣ ਅਕਾਲ ਚੈਨਲ ਦੇ ਹੈੱਡ ਆਫਿਸ ਨੂੰ ਫੋਨ ਕਰੋ, ਉੱਥੋਂ ਮੇਰਾ ਨੰਬਰ ਲੈ ਲਿਓ ਜੀ। ਠੀਕ ਹੈ ਡਾਕਟਰ ਸਾਹਿਬ, ਮੈਂ ਤੁਹਾਨੂੰ ਕੰਟੈਕਟ ਕਰਾਂਗਾ। ਭਾਜੀ ਸੁਰਜੀਤ ਸਿੰਘ ਦੇ ਪ੍ਰੋਗਰਾਮ ਦੇਖਦੇ ਰਹੋ, ਅਸੀਂ ਥੋੜੀ ਹੋਰ ਚਰਚਾ ਕਰਾਂਗੇ। ਫੋਨ ਰੱਖ ਦਵੋ, ਹੁਣ ਤੁਸੀਂ ਟੀਵੀ ਦੇ ਸਾਹਮਣੇ ਬੈਠ ਜਾਵੋ। ਡਾਕਟਰ ਜੀ, ਇਹ ਵੀ ਮੇਰਾ ਨੈਕਸਟ ਸਵਾਲ ਸੀਗਾ, ਜਦੋਂ ਡਾਇਬੀਟਿਕ ਉਹਨਾਂ ਨੂੰ ਸ਼ਾਬਤਾ ਤਾਂ ਹੁੰਦਾ ਨੰਬਰ 1, ਇੱਕ ਹੁੰਦਾ ਕਿ ਦਿਨੇ ਟਾਈਮ ਤੇ ਘੱਟ ਹੁੰਦਾ, ਰਾਤੀ ਜ਼ਿਆਦਾ ਹੁੰਦਾ, ਇਹ ਕਿਉਂ ਹੈ? ਹਾਂਜੀ, ਦੈਟਸ ਰਾਈਟ। ਸੋ ਨਾਈਟ ਟਾਈਮ ਨੂੰ ਜਦੋਂ ਜ਼ਿਆਦਾ ਹੁੰਦਾ ਆ, ਇਹਦਾ ਮਤਲਬ ਹੈਗਾ ਵੀ ਜਦੋਂ ਤੁਸੀਂ ਸ਼ਾਮ ਨੂੰ ਕੁਛ ਖਾਂਦੇ ਪੀਂਦੇ ਆ, ਹੈ ਨਾ, ਤੇ ਡਾਇਬੈਟਿਸ ਨੂੰ ਖਾਸ ਕਰਕੇ ਜ਼ਿਆਦਾ ਹੁੰਦਾ ਆ। ਉਹ ਪ੍ਰੋਸੈਸ ਹੁੰਦੀ ਸ਼ੂਗਰ ਜਿਹੜੀ ਹੈ ਨਾ, ਪੂਰੀ ਪ੍ਰੋਸੈਸ ਨਹੀਂ ਹੁੰਦੀ ਹੈਗੀ, ਉਹ ਫਿਰ ਪਿਸ਼ਾਬ ਰਾਹ ਨਿਕਲਣੀ ਹੁੰਦੀ ਆ। ਅੱਛਾ। ਤੇ ਜਿੱਦਾਂ ਆਪਾਂ ਦੱਸਿਆ ਨਾ ਵੀ ਇਹਨੀ ਸਟੈਂਡਰਡ ਬਣਾਈ ਆ ਵੀ ਜੇ ਬਿਟਵੀਨ ਦਿਸ ਫਿਗਰ ਐਂਡ ਦਿਸ ਫਿਗਰ ਇਜ਼ ਅ ਨੋਰਮਲ, ਪਰ ਉਹ ਹਰੇਕ ਲਈ ਉਹ ਨੋਰਮਲ ਹਰੇਕ ਲਈ ਨਾ ਬੋਡੀ ਤੇ ਡਿਪੈਂਡ। ਦੈਟਸ ਰਾਈਟ। ਮੈਂ ਸਮਝ ਗਿਆ ਤੁਹਾਡੀ ਗੱਲ। ਹਾਂ, ਸੋ ਇੰਡੀਵਿਜੂਅਲ ਤੌਰ ਤੇ ਉਹ ਕਈ ਵਾਰੀ ਨਹੀਂ ਉਹ ਸਹੀ ਹੁੰਦਾ ਉਹ ਜਿਹੜਾ। ਡਾਕਟਰ ਜੀ, ਬਹੁਤ ਇੰਪੋਰਟੈਂਟ ਗੱਲ ਹੈ। ਹੁਣ ਜਿੱਦਾਂ ਤੁਸੀਂ ਇਹਨਾਂ ਨੇ ਅਫੀਸ਼ੀਅਲ ਰੀਡਿੰਗ ਬਣਾਈ ਹੈ, ਤੁਸੀਂ ਉਹ ਕਹਿੰਦੇ ਮੇਰੇ ਜਿੱਦਾਂ ਭਾਜੀ ਸੁਰਜੀਤ ਸਿੰਘ ਨੇ ਕਿਹਾ ਕਿ ਮੇਰੀ ਕੰਟਰੋਲ ਹੈਗੀ ਹੈ, ਉਹਨਾਂ ਦੇ ਬੋਡੀ ਮੁਤਾਬਿਕ ਸ਼ਾਇਦ ਕੰਟਰੋਲ ਨਹੀਂ ਹੈਗੀ ਕੰਟਰੋਲ। ਦੈਟਸ ਅ ਰੀਜ਼ਨ ਫॉर ਇਟ। ਹਾਂਜੀ, ਸ਼ੂਗਰ ਕਰਕੇ ਇਹਨਾਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਮੈਨੂੰ ਲੱਗਦਾ ਕਾਲ ਹੈ ਕਿ ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਡ੍ਰੌਪ ਹੋ ਗਿਆ। ਹਾਂਜੀ ਭਾਈ, ਕੋਸ਼ਿਸ਼ ਕਰਦੇ ਰਹੋ, ਹਾਲੇ ਬੜਾ ਟਾਈਮ ਹੈਗਾ। ਸੋ ਇੱਦਾਂ ਦੀ ਗੱਲ ਜਿਹੜੀ ਉਹ ਜਿਹੜਾ ਥਾਇਰੋਇਡ ਗਲੈਂਡ ਆ ਉਹਦੇ ਵਿੱਚ ਬਹੁਤ ਇੱਦਾਂ ਦੇ ਕੇਸ ਆਉਂਦੇ ਭਾਜੀ। ਅੱਛਾ। ਹਾਂ, ਉਹਨਾਂ ਦੇ ਜਦ ਟੈਸਟ ਕਰਦੇ ਕਹਿੰਦੇ ਤੁਹਾਡਾ ਥਾਇਰੋਇਡ ਲੋ ਆ, ਤੁਹਾਨੂੰ ਟੈਬਲੇਟ ਲੈਣੀ ਪੈਣੀ ਆ, ਹਾਂਜੀ, ਥਾਇਰੋਕਸਿਨ। ਤੇ ਉਹ ਜਦੋਂ ਥਾਇਰੋਕਸਿਨ ਲੈਂਦੇ ਆ ਤਾਂ ਉਹਨਾਂ ਨੂੰ ਬਹੁਤ ਹੀ ਉਹਦੇ ਇਫੈਕਟ ਹੁੰਦੇ ਆ। ਉਹਨਾਂ ਥਾਇਰੋਕਸਿਨ ਹੁੰਦਾ ਤੁਹਾਡਾ ਮੈਟਾਬੋਲਿਕ ਰੇਟ ਕੰਟਰੋਲ ਕਰਨ ਲਈ ਹੁੰਦਾ ਵੀ ਸਹੀ ਤਰੀਕੇ ਨਾਲ ਚੱਲੇ, ਤੇ ਪਰ ਉਹ ਜਦੋਂ ਥਾਇਰੋਕਸਿਨ ਲੈਂਦੇ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਵਧ ਜਾਂਦਾ ਹੈ, ਉਹਨਾਂ ਦਾ ਦਿਲ ਧੜਕਣ ਲੱਗ ਪੈਂਦਾ ਆ। ਹਾਂਜੀ, ਤੇ ਉਹਨਾਂ ਭੁੱਖ ਬਹੁਤ ਲੱਗਣ ਲੱਗ ਪੈਂਦੀ ਹੈ, ਓਵਰ ਐਕਟਿਵ ਹੋ ਜਾਂਦੀ ਬੋਡੀ, ਜਾਣੀ ਕਿ ਤੇ ਉਹਨਾਂ ਨੂੰ ਨਹੀਂ ਸੂਟ ਕਰਦਾ ਹੈਗਾ, ਪਰ ਉਹ ਕਹਿੰਦੇ ਨਹੀਂ ਤੈਨੂੰ ਖਾਣੀ ਪੈਣੀ ਹੈ ਗੋਲੀ। ਹਾਂਜੀ ਡਾਕਟਰ ਜੀ, ਇਹ ਜਿਹੜਾ ਹੁਣ ਆਪਣੇ ਸਪੈਸ਼ਲੀ ਜਦੋਂ ਪਿਸ਼ਾਬ ਦੀ ਗੱਲ ਕਰਦੇ ਜਾਣਾ ਪੈਂਦਾ ਉਹਨਾਂ ਨੂੰ, ਕਈ ਨਾ ਕਈ ਮੈਨੂੰ ਮੈਸੇਜ ਬਹੁਤ ਆਉਂਦੇ ਸੀ, ਮੈਂ ਵੀ ਪੁੱਛਣਾ ਲਿਖ ਕੇ ਲਿਆ, ਉਹਨੇ ਆਪਣੇ ਭਾਜੀ ਨੇ ਯਾਦ ਕਰਾਤਾ। ਐਵਰੇਜ 2-3 ਦਫਾ ਉਹਨਾਂ ਨੂੰ ਉੱਠਣਾ ਪੈਂਦਾ ਰਾਤ ਨੂੰ, 3 ਦਫਾ ਮੈਕਸੀਮਮ। ਕਈ ਦਫਾ ਉਹਨਾਂ ਨੂੰ ਐਵਰੀ ਆਵਰ ਰਾਤ ਨੂੰ ਆਉਂਦਾ, ਫਿਰ 5-6-7 ਦਫਾ ਉੱਠਣਾ ਪੈਂਦਾ। ਇਹ ਕਿਸੇ ਰਾਤ ਨੂੰ ਇੱਦਾਂ ਹੁੰਦਾ, ਮੈਨੂੰ ਲੱਗਦਾ ਵਾਪਸ ਡਾਈਟ ਤੇ ਗੱਲ ਹੋ ਗਈ। ਡਾਈਟ ਤੇ ਹੋ ਗਈ ਗੱਲ। ਦੈਟਸ ਡਿਪੈਂਡਸ ਵਾਟ ਦਾ ਵੀਟ ਐਂਡ ਡਿਊਰਿੰਗ ਦ ਡੇ, ਹੈ ਨਾ, ਪਹਿਲਾਂ ਕੀ ਖਾਧਾ, ਹਾਂ, ਕੀ ਖਾਧਾ ਦਿਨੇ ਉਹਨੇ। ਤੇ ਖਾਸ ਕਰਕੇ ਵੀ ਇਹਨਾਂ ਨੂੰ ਚਾਹੀਦਾ ਵੀ ਤੁਸੀਂ 6:30 ਤੋਂ ਬਾਅਦ ਹੈ ਨਾ ਸ਼ਾਮ ਨੂੰ ਉਹ ਕੁਛ ਖਾਇਆ ਪੀਆ ਨਾ ਕਰੋ। ਹਾਂਜੀ, ਉਹਦੇ ਨਾਲ ਫਿਰ ਤੁਹਾਡਾ ਰਾਤ ਦਾ ਪ੍ਰੋਬਲਮ ਜਿਹੜਾ ਕੰਮ ਹੋ ਜਾਊਗਾ। ਡਾਕਟਰ ਜੀ, ਇਹਦਾ ਜਦੋਂ ਤੁਹਾਨੂੰ ਜਾਂਚ ਤੇ ਆਉਂਦਾ ਹੈ, ਇਹਦਾ ਮਤਲਬ ਥੋੜੀ ਸ਼ੂਗਰ ਹਾਈ ਹੈ? ਦੈਟਸ ਰਾਈਟ। ਅੱਛਾ, ਉਹਦਾ ਪਹਿਲਾਂ ਉੱਥੋਂ ਦਿਖਾਈ ਦੇ ਦਿੰਦਾ ਹੈ? ਉੱਥੋਂ ਹੀ ਪਤਾ ਲੱਗ ਜਾਂਦਾ ਵੀ ਸ਼ੂਗਰ ਹਾਈ ਆ। ਕੁਝ ਖਾਧਾ ਹੋਏਗਾ ਉਹਦਾ ਸ਼ੂਗਰ ਹਾਈ ਹੋਈ ਡੈਫੀਨਿਟਲੀ। ਤੇ ਜਿਹੜੀਆਂ ਚੀਜ਼ਾਂ ਸ਼ੂਗਰ ਜੇ ਤੁਸੀਂ ਉੱਦਾਂ ਵੀ ਨਹੀਂ ਸ਼ੂਗਰ ਖਾਂਦੇ ਹੈ ਨਾ, ਕੁਝ ਸਟਾਰਚੀ ਫੂਡ ਖਾਂਦੇ ਆ, ਸਟਾਰਚੀ ਫੂਡ ਦਾ ਵੀ ਗਲੂਕੋਜ਼ ਬਣਦਾ। ਹਾਂਜੀ, ਉਹ ਸ਼ੂਗਰ ਹੀ ਤਕਰੀਬਨ ਹੁੰਦੀ ਹੈ ਨਾ, ਸੋ ਖੂਨ ਵਿੱਚ ਜਾ ਕੇ ਸ਼ੂਗਰ ਹੀ ਬਣ ਜਾਂਦੀ ਆ। ਸੋ ਜੇ ਉਹ ਐਕਸੈਸ ਖਾਧਾ ਆ ਉਹ ਫਿਰ ਪਿਸ਼ਾਬ ਰਾਹ ਨਿਕਲਣਾ ਹੀ ਆ। ਹਾਂਜੀ, ਬੜਾ ਮੁਸ਼ਕਿਲ ਹੈ ਡਾਕਟਰ ਦੀ ਬੋਡੀ ਨੂੰ ਸਮਝਣਾ, ਸੋ ਡਿਫਿਕਲਟ। ਇਹਦਾ ਵੈਸੇ ਕੁਝ ਬੰਦਿਆਂ ਨੂੰ ਉਹਨਾਂ ਨੇ ਕਹਿੰਦੇ ਉਹਨਾਂ ਨੇ ਮੈਡੀਸਨ ਲਿੱਤੀ ਹੈ, ਇਜ਼ ਦੈਟ ਅ ਗੁੱਡ ਆਈਡੀਆ ਟੂ ਹੈਵ ਮੈਡੀਕੇਸ਼ਨ ਕਿ ਪਿਸ਼ਾਬ ਨੂੰ ਸਟਾਪ ਕੀਤਾ ਜਾਵੇ? ਹਾਂਜੀ, ਉਹਨੇ ਜਿਹੜੀ ਦਵਾਈ ਦਿੱਤੀ ਆ ਉਹ ਹੈਗੀ ਆ ਖਾਸ ਕਰਕੇ ਦਿੰਦੇ ਹੁੰਦੇ ਬਲੈਡਰ ਨੂੰ ਰਿਲੈਕਸ ਕਰਨ ਨੂੰ, ਜਾਂ ਪ੍ਰੋਸਟੇਟ ਜਿਹੜਾ ਕਈਆਂ ਦਾ ਵਧਿਆ ਹੁੰਦਾ ਹੈ ਉਹਦੇ ਕਰਕੇ ਵੀ ਪਿਸ਼ਾਬ ਬਹੁਤ ਆਉਂਦਾ ਰਹਿੰਦਾ ਹੈ।
ਤੇ ਉਹ ਫਿਰ ਪ੍ਰੋਸਟੇਟ ਗਲੈਂਡ ਨੂੰ ਸ਼ਰਿੰਕ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ। ਹਾਂਜੀ, ਸੋ ਉਹ ਕਹਿੰਦੇ ਵੀ ਉਹ ਕੰਮ ਨਹੀਂ ਕਰ ਰਹੀ। ਭਾਜੀ ਬੜੀ ਛੇਤੀ ਬ੍ਰੇਕ ਵੱਲ ਜਾ ਰਹੇ, ਪਰ ਮੈਂ ਇੱਕ ਸਵਾਲ ਪੁੱਛ ਲੈਣਾ ਕੁਇਕਲੀ। ਲੋਕੀ ਪਾਣੀ ਘੱਟ ਪੀਂਦੇ ਨੇ ਵੀ ਸ਼ਾਮ ਨੂੰ, ਹਾਂਜੀ, ਉਹ ਵੀ ਤਾਂ ਖਰਾਬ ਗੱਲ ਹੈ ਨਾ। ਨਹੀਂ ਜ਼ਰੂਰੀ ਨਹੀਂ ਹੈਗਾ, ਜੇ ਤੁਸੀਂ ਇਨਫ ਪੀ ਲਿਆ ਡਿਊਰਿੰਗ ਦ ਡੇ ਹਾਂ, ਤੇ ਸ਼ਾਮ ਨੂੰ ਤੁਸੀਂ ਨਾ ਪੀਓ। ਸ਼ਾਮ ਨੂੰ ਲੇਟ 6 ਤੋਂ ਬਾਅਦ ਨਾ ਪੀਓ। 6 ਤੋਂ ਬਾਅਦ ਨਾ ਪੀਓ ਜੇ ਤੁਹਾਨੂੰ ਰਾਤ ਨੂੰ ਪਿਸ਼ਾਬ ਦਾ ਪ੍ਰੋਬਲਮ ਹੈ। ਓਕੇ ਭਾਜੀ ਇਹ ਤਾਂ ਫੁੱਲ ਟਾਈਮ ਜੌਬ ਹੈ, ਆਪਣੀ ਬੋਡੀ ਨੂੰ ਲੁੱਕ ਆਫਟਰ ਕਰਨਾ। ਓਨੈਸਟਲੀ ਪੂਰਾ ਟਾਈਮ ਚਾਹੀਦਾ। ਅਸੀਂ ਬ੍ਰੇਕ ਵੱਲ ਜਾਵਾਂਗੇ। ਪਲੀਜ਼ ਤੁਸੀਂ ਪ੍ਰੋਗਰਾਮ ਦੇਖਦੇ ਰਹੋ। ਮੈਂ ਬੇਸ਼ੱਕ ਕਹਿੰਦਾ ਸਟਾਰਟ ਵੀ ਕਿਹਾ ਸੀਗਾ, ਪਲੀਜ਼ ਕਾਲ ਕਰੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ। ਤੇ ਤੁਸੀਂ ਜਿਹੜੀ ਟਾਈਮਿੰਗ ਹੈਗੀ ਹੈ ਮੰਡੇ ਵੈਨਸਡੇ ਫਰਾਈਡੇ 10 to 11, ਸਾਡੇ ਕਾਲ ਸੈਂਟਰ ਨੂੰ 0121551001 ਤੇ ਨੰਬਰ ਕਰਕੇ ਤੁਸੀਂ ਉਹਨਾਂ ਦਾ ਡਾਕਟਰ ਦਾ ਸਪੈਸ਼ਲ ਨੰਬਰ ਹੈ ਜਿੱਥੇ ਕੰਸਲਟੇਸ਼ਨ ਨੰਬਰ ਹੈਗਾ। ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 and 11 ਤੁਸੀਂ ਕਾਲ ਕਰਕੇ ਗੱਲਬਾਤ ਕਰੋ। ਜਿਨ੍ਹਾਂ ਨੂੰ ਰਿਪੀਟ ਪ੍ਰੈਸਕ੍ਰਿਪਸ਼ਨ ਚਾਹੀਦੀ ਉਹਦਾ ਡਿਫਰੈਂਟ ਨੰਬਰ ਹੈ। ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ, ਵਾਪਸ ਆਉਂਦੇ ਹਾਂ ਹੁਣੇ। ਪਲੀਜ਼ ਸਟੇ ਟਿਊਨਡ ਇਨ। ਸਤਿ ਸ਼੍ਰੀ ਅਕਾਲ ਜੀ। ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਬਿਫੋਰ ਅਸੀਂ ਗੱਲਬਾਤ ਦੁਬਾਰਾ ਸਟਾਰਟ ਕਰੀਏ, ਪਲੀਜ਼ ਬਹੁਤ ਇੰਪੋਰਟੈਂਟ ਮੈਸੇਜ ਹੈ। ਕਾਫੀ ਲੋਕਾਂ ਦੇ ਫੋਨ ਆਉਂਦੇ, ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਟਾਈਮਿੰਗ ਵਗੈਰਾ। ਪਹਿਲੇ ਤਾਂ ਸਾਡਾ ਕਾਲ ਸੈਂਟਰ, ਜੇਕਰ ਤੁਸੀਂ ਡਾਕਟਰ ਨਾਲ ਗੱਲ ਕਰਨੀ ਹੈ ਆਪਣੀ ਬਿਮਾਰੀ ਬਾਰੇ, ਮੰਡੇ ਵੈਨਸਡੇ ਤੇ ਫਰਾਈਡੇ ਬਿਟਵੀਨ 10 and 11, ਉਹ ਜਿਹੜਾ 10 ਵਜੇ ਤੋਂ 11 ਟਾਈਮ ਹੈਗਾ, 3 ਦਿਨ ਇੱਕ ਸਪੈਸ਼ਲ ਨੰਬਰ ਹੈਗਾ ਜੋ ਸਾਡਾ ਕਾਲ ਸੈਂਟਰ ਨੂੰ ਦੇਗਾ। ਜਿਹੜਾ ਕਾਲ ਸੈਂਟਰ ਦਾ ਨੰਬਰ ਹੈ 0121551001 ਤੇ ਤੁਸੀਂ ਰਿੰਗ ਕਰਕੇ ਉਹਨਾਂ ਨੂੰ ਕਹੋ ਕਿ ਅਸੀਂ ਡਾਕਟਰ ਜੀ ਨਾਲ ਗੱਲ ਕਰਨੀ। ਉਹ ਤੁਹਾਨੂੰ ਇੱਕ ਨੰਬਰ ਦੇਣਗੇ, ਫਿਰ ਇਹ 3 ਦਿਨਾਂ ਦੇ ਵਿੱਚ ਤੁਸੀਂ 10 ਤੋਂ 11 ਫੋਨ ਕਰ ਸਕਦੇ ਹੋ। ਜਦੋਂ ਫੋਨ ਕਰਦੇ ਹੋ ਬਾਈ ਚਾਂਸ ਡਾਕਟਰ ਜੀ ਨੇ ਪਿਕ ਨਾ ਕੀਤਾ ਫੋਨ ਤੁਹਾਡਾ, ਉੱਥੇ ਵੌਇਸ ਮੇਲ ਨਾ ਛੱਡਿਓ, ਬਿਕੋਜ਼ ਵੌਇਸ ਮੇਲ ਪਿਕ ਨਹੀਂ ਕਰਦੇ ਡਾਕਟਰ ਜੀ। ਲੇਕਿਨ ਉਸ ਤੋਂ ਬਾਅਦ ਫੋਨ ਰੱਖ ਕੇ ਡਾਕਟਰ ਜੀ ਨੂੰ ਟੈਕਸਟ ਕਰ ਦਿਓ। ਉਹ ਟੈਕਸਟ ਦੇ ਨਾਲ ਪੱਕਾ ਤੁਹਾਨੂੰ ਜਵਾਬ ਮਿਲੇਗਾ। ਜਦੋਂ ਵੀ ਉਹਨਾਂ ਨੂੰ ਮੌਕਾ ਲੱਗੇਗਾ ਤੁਹਾਡੇ ਟੈਕਸਟ ਦਾ ਆਨਸਰ ਕਰਨਗੇ। ਡਾਕਟਰ ਜੀ ਸਹੀ ਹੈ? ਹਾਂਜੀ ਬਿਲਕੁਲ, ਦੈਟਸ ਕਰੈਕਟ। ਮਤਲਬ ਤਾਂ ਮੈਂ ਬੈਠ ਜਾਣਾ ਕਿ ਉੱਥੇ ਥੋੜਾ ਜਿਹਾ। ਹਾਂਜੀ ਤੁਸੀਂ ਆ ਜਾਇਆ ਕਰੋ, ਤੁਸੀਂ ਕਾਲ ਸਾਰੇ ਲੈ ਜਾਇਆ ਕਰੋ। ਤੇ ਨਹੀਂ ਭਾਜੀ, ਜਿੱਦਾਂ ਵੀ ਹੋ ਸਕੇ ਕਿਤੇ ਨੇੜੇ ਹੋਏ ਤਾਂ ਮੈਂ ਚਲੇ ਵੀ ਜਾਵਾਂ ਤੁਹਾਡਾ ਥੋੜਾ। ਹਾਂਜੀ ਹਾਂਜੀ, ਕੈਨ ਇਮੈਜਿਨ ਬੜਾ ਸਟ੍ਰੇਨ ਹੈਗਾ, ਬੜਾ ਪ੍ਰੋਬਲਮ ਹੈ। ਇੱਕ ਇਨਸਾਨ ਹਜ਼ਾਰੇ ਲੋਕ ਤੁਹਾਡੇ ਮਗਰ ਲੱਗੇ ਹੋਏ ਨੇ। ਬਹੁਤ ਹੀ ਕਾਲ ਆਉਂਦੇ ਭਾਜੀ ਆਲ ਓਵਰ ਦ ਕੰਟਰੀ। ਹਾਂਜੀ ਇਦਾਂ ਨਹੀਂ ਪਏ ਇੱਥੋਂ ਸਾਊਥ ਹਾਲ ਤੋਂ ਆਉਂਦੇ ਜਾਂ ਲੰਡਨ ਤੋਂ ਆਉਂਦੇ, ਆਲ ਓਵਰ ਦ ਕੰਟਰੀ। ਭਾਜੀ ਸਕਾਟਲੈਂਡ ਤੋਂ ਇੱਧਰ ਉੱਧਰ ਆਪਾਂ ਨੂੰ ਬਾਹਰੋਂ ਯੂਰਪ ਤੋਂ ਵੀ ਆਇਆ ਸੀ, ਤੁਹਾਨੂੰ ਇੰਡੀਆ ਤੋਂ ਵੀ ਕਾਲ ਆਉਂਦੇ ਨੇ। ਦੈਟਸ ਰਾਈਟ, ਸੋ ਕਾਲ ਆਲ ਓਵਰ ਆਉਂਦੇ ਤੇ ਇੰਨੇ ਕਾਲ ਨਹੀਂ ਜਵਾਬ ਅਸੀਂ ਦੇ ਸਕਦੇ। ਜਿਹੜੇ ਬਾਹਰਲੀ ਕੰਟਰੀ ਚੋਂ ਥੋੜੀ ਟਰਾਈ ਕਰਕੇ ਫਿਰ ਰਿਬਤ ਛੱਡ ਦਿੰਦੇ ਨੇ, ਕਿਉਂਕਿ ਕਾਲ ਲੱਗਣਾ 1 ਘੰਟੇ ਦਾ ਟਾਈਮ ਹੁੰਦਾ, ਬੇਸ਼ੁਮਾਰ ਦੁਨੀਆ ਰਿੰਗ ਕਰਦੀ। ਹਾਂਜੀ ਹਾਂਜੀ, ਦੈਟਸ ਰਾਈਟ। ਫਿਰ ਜਦੋਂ ਤੁਸੀਂ ਕੋਈ ਕਿਸੇ ਨਾਲ ਗੱਲ ਵੀ ਕਰਦੇ ਹੋ 10-15 ਮਿੰਟ ਲਾ ਦਿੰਦੇ ਆ ਦੱਸਣ ਨੂੰ, ਆਪਣਾ ਦੁੱਖ ਰੋਣਾ ਹੁੰਦਾ ਨਾ ਸਾਰਾ ਕੁਝ। ਹਾਂਜੀ ਦੈਟਸ ਰਾਈਟ। ਤੇ ਫਿਰ ਇੱਦਾਂ ਹੀ ਟਾਈਮ ਨਿਕਲ ਜਾਂਦਾ ਹੈ। ਸੋ ਇਟਸ ਵੈਰੀ ਡਿਫਿਕਲਟ ਇੰਨੇ ਕਾਲ ਲੈਣੀ। ਮੈਂ ਥੋੜੀ ਕੌਂਸਲੈਂਸ ਦਿੰਦਾ ਇਹ ਚੀਜ਼ ਦੀ। ਆਪਾਂ ਕਹਿੰਦੇ ਕਿ ਡਾਕਟਰ ਦਾ ਫੋਨ ਨਹੀਂ ਆਨਸਰ ਹੁੰਦਾ ਕਿਉਂਕਿ ਬਿਜ਼ੀ ਹੁੰਦਾ। ਤੁਹਾਨੂੰ ਪਤਾ ਜਿਹੜੇ ਤੁਸੀਂ ਐਮਰਜੈਂਸੀ ਅਪਾਇੰਟਮੈਂਟ ਲੈਣੀ ਹੈ ਆਪਣੀ ਜੀਪੀ ਦੇ ਨਾਲ, ਉਹ ਕਹਿੰਦੇ ਕਿ ਸਵੇਰ ਕਾਲ ਕਰੋ 8 ਵਜੇ। ਹਾਂਜੀ ਹਾਂਜੀ ਭਾਜੀ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ। ਮੈਂ 1 ਮਿੰਟ ਪਹਿਲਾਂ ਕਰੋ, 30 ਸੈਕਿੰਡ ਪਹਿਲਾਂ ਕਰੋ, ਹਾਲੇ ਲਾਈਨ ਬੰਦ ਹੈਗੀ। ਬੰਦ ਆ। ਤੁਸੀਂ 5 ਸੈਕਿੰਡ 8 ਵਜੇ ਤੋਂ ਨਿਕਲ ਕੇ ਤੁਸੀਂ ਫੋਨ ਕਰੋ ਨਾ, ਉਹ ਜਦੋਂ ਤੁਹਾਡਾ ਫੋਨ ਆਨਸਰ ਜੇ ਤੇ ਲੱਗ ਗਿਆ, ਉਹ ਮੈਨੂੰ ਕਹੇਗੀ ਕਿ ਯੂ ਆਰ ਨੰਬਰ 27 ਇਨ ਦ ਕਿਊ। ਹਾਂਜੀ, ਹੁਣ ਉਹ 5 ਸੈਕਿੰਡ ਵਿੱਚ 26 ਬੰਦੇ ਕਿੱਦਾਂ ਕਿਊ ਚ ਲੱਗੇ? ਕਿਊ ਚ ਲੱਗ ਗਏ। ਦੈਟਸ ਰਾਈਟ। ਯਾ ਸਾਡਾ ਟੈਕਨੀਕਲ ਟੀਮ ਹੈਗੀ, ਮੈਨੂੰ ਪੁੱਛਿਆ ਸੀ, ਮੈਨੂੰ ਸਮਝਾ, ਕਹਿੰਦਾ ਮੇਰੀ ਸਮਝ ਤੋਂ ਬਾਹਰ ਹੈਗਾ। ਦੈਟਸ ਰਾਈਟ, ਬੜਾ ਪ੍ਰੋਬਲਮ ਹੈ ਭਾਜੀ, ਬਹੁਤ ਵੱਡੀ ਪ੍ਰੋਬਲਮ ਹੈਗੀ। ਜੀਪੀ ਬਣਾਉਣੀ ਬੜਾ ਪ੍ਰੋਬਲਮ ਹੈ ਅੱਜ ਕੱਲ੍ਹ। ਦੈਟਸ ਰਾਈਟ। ਤੁਸੀਂ 26 ਬੰਦੇ ਤੁਹਾਡੇ ਅੱਗੇ ਤੁਸੀਂ ਵੇਟ ਕਰਦੇ ਹੋ, ਉਹ ਜਿੱਦਾਂ ਤੁਸੀਂ ਕਹਿੰਦੇ ਕਿ ਬੰਦਾ 10 ਮਿੰਟ ਲਾਂਦਾ, ਭਾਜੀ ਤੁਸੀਂ ਦੇਖੋ ਕਿੰਨੀ ਵੇਟ ਕਰਨੀ ਪਈ। ਜਾਤੇ ਤਾਂ ਟਾਈਮ ਫਿਨਿਸ਼ ਹੋ ਜਾਂਦਾ, ਜਾਤੇ ਵੇਟ ਕਰਦੇ ਤੁਸੀਂ। ਹਾਂਜੀ, ਉਹ ਫੋਨ ਵੀ ਨਹੀਂ ਹੋਲਡ ਕਰਦਾ ਇੰਨੀ ਲੰਬੀ ਲਾਈਨ। ਐਨੀਵੇ, ਜਿੱਦਾਂ ਮੈਂ ਕਹਿ ਰਿਹਾ, ਪਲੀਜ਼ ਕਾਲ ਕਰੋ। ਕਿਸੇ ਤਰ੍ਹਾਂ ਦੀ ਬਿਮਾਰੀ ਤੁਸੀਂ ਡਿਸਕਸ ਕਰਨਾ ਹੈ, ਐਟ ਲੀਸਟ ਡਾਕਟਰ ਜੀ ਤੁਹਾਨੂੰ ਹਾਂ ਤੇ ਨਾ ਦੇ ਜਵਾਬ ਦੇਣਗੇ ਕਿ ਹਾਂ ਇਲਾਜ ਹੈਗਾ। ਨੋਰਮਲੀ ਦੇਖਿਆ ਗਿਆ ਜਦੋਂ ਵੀ ਡਾਕਟਰ ਨਾਲ ਗੱਲ ਕੇ ਹੋਮਿਓਪੈਥੀ ਦੇ ਵਿੱਚ ਕਾਫੀ ਇਲਾਜ ਹੈਗੇ ਨੇ, ਔਰ ਵੱਡੀ ਗੱਲ ਉਹਦਾ ਨੁਕਸਾਨ ਨਹੀਂ ਹੈਗਾ। ਅੱਜ ਤੱਕ ਕੋਈ ਇੱਦਾਂ ਦੀ ਚੀਜ਼ ਨਹੀਂ ਹੈ ਕਿ ਕਿਸੇ ਦਾ ਨੁਕਸਾਨ ਹੋਵੇ। ਇਹੀ ਹੋ ਸਕਦਾ ਕਿ ਮੈਨੂੰ ਫਰਕ ਨਹੀਂ ਪਿਆ। ਉਹ ਵੀ ਡਿਪੈਂਡ ਕਰਦਾ ਮੇਰੇ ਹਿਸਾਬ ਨਾਲ, ਜਿਹਨੂੰ ਨਹੀਂ ਫਰਕ ਪੈਂਦਾ ਪਹਿਲਾਂ ਉਹਨਾਂ ਦੀ ਸੋਚ ਪੋਜ਼ਿਟਿਵ ਨਹੀਂ ਹੈਗੀ ਕਿ ਮੈਨੂੰ। ਭਾਜੀ ਮੈਂ ਸੋਚ ਦੀ ਥੋੜ੍ਹੀ ਜਿਹੀ ਗੱਲ ਕਰਾਂਗਾ ਉਹਦੀ। ਦੂਸਰੀ ਗੱਲ ਹੁੰਦੀ ਕਿ ਬਿਮਾਰੀ ਕਿੰਨੀ ਦੇਰ ਦੀ ਕਿੱਦਾਂ ਹੈਗੀ ਹੈ, ਫਿਰ ਉਹਦੇ ਨਾਲ ਤੁਸੀਂ ਦਵਾ ਖਾਣੇ ਹੋਮਿਓਪੈਥੀ, ਤੁਸੀਂ ਆਪਣੀ ਡਾਈਟ ਚੇਂਜ ਕਰਦੇ ਨਹੀਂ ਕਰਦੇ, ਉਹ ਵੀ ਫਰਕ ਪੈ ਜਾਂਦਾ। ਬਹੁਤ ਫੈਕਟਰਸ ਹੈ ਭਾਜੀ, ਬਹੁਤ ਹੀ ਫੈਕਟਰਸ ਆ। ਹਾਂਜੀ, ਕਈ ਬਿਮਾਰੀਆਂ ਬੜੀਆਂ ਸੀਰੀਅਸ ਹੁੰਦੀਆਂ ਆ, ਕਈ ਬਿਮਾਰੀਆਂ ਬਹੁਤ ਲੰਬੇ ਚਿਰ ਤੋਂ ਹੁੰਦੀਆਂ ਲੋਕਾਂ ਨੂੰ,
ਤੇ ਉਹ ਜੇ ਸਮਝਦੇ ਪਏ ਅਸੀਂ ਚਲੋ ਇੱਕ ਵਾਰੀ ਦਵਾਈ ਲੈ ਕੇ ਠੀਕ ਹੋ ਜੇ, ਇੱਦਾਂ ਨਹੀਂ ਹੁੰਦਾ ਹੈਗਾ। ਹਾਂਜੀ, ਵੈਰੀ ਡਿਫਿਕਲਟ ਕਰਕੇ ਕੰਪਲਿਕੇਟਡ ਬਿਮਾਰੀਆਂ ਚਿਰਾਂ ਦੀਆਂ ਹੁੰਦੀਆਂ। ਹਾਂਜੀ, ਫਿਰ ਕਈ ਬਿਮਾਰੀਆਂ ਇਕੱਠੀਆਂ ਹੋਈਆਂ ਹੁੰਦੀਆਂ। ਹਾਂਜੀ, ਨਾਲ ਸ਼ੂਗਰ ਹੁੰਦੀ, ਨਾਲ ਬਲੱਡ ਪ੍ਰੈਸ਼ਰ ਹੁੰਦਾ, ਨਾਲ ਕੋਈ ਸਕਿਨ ਪ੍ਰੋਬਲਮ ਹੁੰਦਾ, ਕੋਈ ਬਾਉਲ ਪ੍ਰੋਬਲਮ ਹੁੰਦਾ। ਸੋ ਇੰਨੀਆਂ ਇਕੱਠੀਆਂ ਹੋਈਆਂ ਹੁੰਦੀਆਂ ਬਿਮਾਰੀਆਂ ਹਨ, ਤੁਸੀਂ ਇੱਕੋ ਹੀ ਦਵਾਈ ਨਾਲ ਡੀਲ ਨਹੀਂ ਕਰ ਸਕਦੇ, ਇੱਕੋ ਹੀ ਟਾਈਮ ਉਹਨਾਂ ਨਾਲ ਨਹੀਂ ਡੀਲ ਕਰ ਸਕਦੇ। ਕਾਫੀ ਟਾਈਮ ਲੱਗ ਜਾਂਦਾ ਸੌਟ ਆਊਟ ਕਰਨ ਨੂੰ, ਹੌਲੀ ਹੌਲੀ, ਕਿਉਂਕਿ ਹੋਮਿਓਪੈਥਿਕ ਦਵਾਈ ਜਿਹੜੀ ਆ ਇਹ ਬਹੁਤ ਡੂੰਘੀ ਕੰਮ ਕਰਦੀ ਆ। ਹਾਂਜੀ, ਇਹ ਡਿਫਰੈਂਟ ਲੈਵਲ 'ਤੇ ਐਨਰਜੀ ਲੈਵਲ 'ਤੇ ਕੰਮ ਕਰਦੀ ਹੈ ਅਤੇ ਐਕਚੁਅਲੀ ਇਹ ਬੋਡੀ ਨੂੰ ਸਟਿਮੂਲੇਟ ਕਰਦੀ ਹੈ ਵੀ ਆਪਣੇ ਆਪ ਨੂੰ ਠੀਕ ਕਰੇ। ਬਿਲਕੁਲ, ਦੈਟਸ ਰਾਈਟ। ਅਤੇ ਜਦੋਂ ਤੁਸੀਂ ਇੱਕ ਵਾਰੀ ਠੀਕ ਹੋ ਜਾਂਦੇ, ਬਿਲਕੁਲ ਠੀਕ ਹੋ ਜਾਂਦੇ, ਫਿਰ ਤੁਹਾਨੂੰ ਲੋੜ ਨਹੀਂ ਹੈਗੀ ਵੀ ਤੁਸੀਂ ਹਰ ਵੇਲੇ ਦਵਾਈ ਖਾਈ ਜਾਓ। ਜਿੱਦਾਂ ਐਲੋਪੈਥਿਕ ਦਵਾਈ ਹੈ, ਜਦ ਤੁਹਾਨੂੰ ਇੱਕ ਵਾਰੀ ਉਹਨੇ ਲਾਤੀ ਬਲੱਡ ਪ੍ਰੈਸ਼ਰ ਦੀ ਗੋਲੀ, ਉਹ ਤੁਹਾਨੂੰ ਫੋਰ ਲਾਈਫ ਖਾਣੀ ਪੈਣੀ ਆ। ਹਾਂਜੀ, ਸੋ ਹੋਮਿਓਪੈਥੀ ਇੱਦਾਂ ਨਹੀਂ ਹੈਗੀ। ਜਦ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਆ ਜਾਂਦਾ ਹੈ, ਫਿਰ ਤੁਹਾਨੂੰ ਨਹੀਂ ਲੋੜ ਹੈਗੀ ਦਵਾਈ ਹੋਰ ਖਾਣ ਦੀ। ਹਾਂਜੀ, ਪਰ ਜੀ ਨੌਲੇਜ ਜਿਹੜੀ ਨਾ ਹੁੰਦੀ ਇਨਸਾਨ ਨੂੰ, ਡਾਕਟਰ ਨੂੰ ਟਰਸਟ ਕਰਦੇ ਨੇ, ਜੋ ਨੇ ਕਹਿਤਾ ਲੋਕੀ ਲੱਗ ਜਾਂਦੇ ਨੇ ਪਿੱਛੇ। ਦੈਟਸ ਰਾਈਟ। ਚਲੋ ਉਹਨਾਂ ਨੂੰ GP ਦੀ ਗੱਲ ਮੰਨਣੀ ਪੈਂਦੀ ਹੈ, ਜਿੱਦਾਂ ਉਹ ਕਹਿੰਦੇ ਆ। ਅਤੇ GP ਦਾ ਯੂਸਫੁਲ ਵੀ ਹੈਗਾ ਹੈ, ਕਿ ਤੁਹਾਡੇ ਐਮਰਜੈਂਸੀ ਕਈ ਵਾਰੀ ਹੋ ਜਾਂਦਾ, ਉਹ ਦਵਾ ਫਟਾਫਟ ਕੰਟਰੋਲ ਕਰ ਲੈਂਦੇ ਆ ਤੁਹਾਡਾ ਬਲੱਡ ਪ੍ਰੈਸ਼ਰ, ਅਤੇ ਤੁਹਾਨੂੰ ਫਿਰ ਕੋਈ ਨੁਕਸਾਨ ਤੋਂ ਬਚਾ ਲੈਂਦੇ ਆ। ਕਿਉਂਕਿ ਜ਼ਿਆਦਾ ਬਲੱਡ ਪ੍ਰੈਸ਼ਰ ਹੋਵੇ, ਜਿੱਦਾਂ ਮੈਂ ਕਹਿੰਦਾ ਵੀ ਹਾਰਟ ਅਟੈਕ ਵੀ ਹੋ ਸਕਦਾ ਆ, ਸਟ੍ਰੋਕ ਹੋ ਸਕਦਾ ਆ, ਅਤੇ ਫਿਰ ਉਹ ਫੋਰ ਲਾਈਫ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਹੈ। ਪਰ ਜੀ ਆਪਾਂ ਕੰਟਰਡਿਕਟ ਕਰਦੇ ਹਾਂ ਆਪਣੀ ਸਟੇਟਮੈਂਟ, ਅਸੀਂ ਕਹਿੰਦੇ ਹਾਂ ਕਿ GP ਇੱਦਾਂ ਕਰਦੇ, ਇਹ ਕਰਦੇ, ਉਹ ਕਰਦੇ, ਪਰ ਆਪਣੀ ਨਾ ਕਦੇ ਵੀ ਚਲਾਇਆ ਕਰੋ। ਜੋ ਰਿਕਮੈਂਡੇਸ਼ਨ ਤੁਹਾਨੂੰ ਦਿੱਤੀ ਗਈ GP ਦੀ, ਉਹਨੂੰ ਫੋਲੋ ਕਰੋ। ਕਿਉਂਕਿ ਤੁਸੀਂ ਕਿਹਾ ਤੁਸੀਂ ਐਮਰਜੈਂਸੀ 'ਚ ਵੀ ਫੋਲੋ ਹੋ ਸਕਦੇ ਇੱਕਦਮ ਹੈ, ਕੋਈ ਤੁਹਾਨੂੰ ਇੱਦਾਂ ਦਾ ਸੀਰੀਅਸ ਹੋ ਜਾਵੇ, ਕਿਤੇ ਬਚਾ ਸਕਦੇ, ਕਿਤੇ ਨਹੀਂ ਬਚਾ ਸਕਦੇ। ਤੁਸੀਂ ਦਵਾਈ ਆਪਣੀ ਮਰਜ਼ੀ ਨਾਲ ਨਹੀਂ ਛੱਡਦੇ ਤਾਂ ਖਾ ਲਓ, ਇੱਦਾਂ ਨਹੀਂ ਹੋ ਸਕਦਾ। ਹਾਂਜੀ। ਸੋ ਜਿਹੜੇ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ, ਉਹਨਾਂ ਦੀ ਦਵਾਈ ਜਿਹੜੀ ਹੈ ਐਲੋਪੈਥਿਕ ਚੱਲਦੀ, ਅਸੀਂ ਕਦੇ ਬੰਦ ਨਹੀਂ ਕਰਾਈ ਦੀ ਹੈਗੀ, ਉਹਦੀ ਖਾਈ ਜਾਣਾ ਹੈ, ਨਾਲ ਅਸੀਂ ਹੋਮਿਓਪੈਥਿਕ ਦਵਾਈ ਦੇਈ ਦੀ ਹੈ। ਹਾਂਜੀ, ਸੋ ਜਦੋਂ ਉਹਦਾ ਰਿਜ਼ਲਟ ਆਉਣ ਲੱਗ ਪੈਂਦਾ ਹੈ, ਬਲੱਡ ਪ੍ਰੈਸ਼ਰ ਡਾਊਨ ਹੋਣ ਲੱਗ ਪੈਂਦਾ, ਫਿਰ ਅਸੀਂ ਕਹੀਦਾ ਵੀ ਤੁਸੀਂ ਹੁਣ GP ਨੂੰ ਦਿਖਾਓ, ਆਪਣੀ ਰੀਡਿੰਗਸ ਉਹ ਦਵਾਈ ਤੁਹਾਡੀ ਘਟਾ ਦੇਵੇ। ਬਿਲਕੁਲ, ਸੋ ਹੌਲੀ ਹੌਲੀ ਘਟਾ ਕੇ ਉਹ ਬੰਦ ਕਰ ਸਕਦੇ। ਬੜੀ ਅੱਛੀ ਗੱਲ ਹੈ। ਤੁਸੀਂ ਕਿਹਾ GP ਨੂੰ ਪੁੱਛ ਕੇ ਘਟਾਓ, ਆਪੇ ਨਹੀਂ ਘਟਾ ਦੇਣੀ ਕਿ ਮੇਰਾ ਠੀਕ ਹੋ ਗਿਆ। ਦੈਟਸ ਰਾਈਟ। ਹਾਂਜੀ ਡਾਕਟਰ, ਇੱਕ ਬਹੁਤ ਇੰਪੋਰਟੈਂਟ ਹੈ, ਮੈਨੂੰ ਨਾ ਕੋਈ ਮੈਂ ਕਲਿੱਪ ਦੇਖਦਾ ਸੀ, ਬੜੇ ਮੈਂ ਇੱਦਾਂ ਦੇ ਬੜੇ ਦੇਖਦਾ ਰਹਿੰਦਾ, ਸਪੈਸ਼ਲੀ ਜਦੋਂ ਬੰਦੇ ਆਪਣੀ ਬਿਮਾਰੀਆਂ ਕਰਕੇ। ਇੱਕ ਨਾ ਬੰਦੇ ਦਾ ਜਿਹੜਾ ਮਾਈਂਡ ਹੈ ਨਾ ਭਾਜੀ, ਇਹ ਸਾਰੀ ਤੁਹਾਡੀ ਬੋਡੀ ਕੰਟਰੋਲ ਕਰਦਾ। ਕੰਟਰੋਲ ਇਨ ਦ ਸੈਂਸ, ਅਗਰ ਤੁਸੀਂ ਕਹੋ ਇਹ ਮੈਨੂੰ ਬਿਮਾਰੀ ਨਹੀਂ ਹੈ, ਮੈਨੂੰ ਠੀਕ ਕਰਨਾ, ਉਹਨੂੰ ਪੋਜ਼ਿਟਿਵ ਸੋਚੋ, ਤੁਸੀਂ ਕਰ ਸਕਦੇ ਹੋ। ਦੈਟਸ ਰਾਈਟ। ਯੂ ਕੈਨ ਡੂ ਇਟ। ਉਹ ਤੁਹਾਡੀ ਬੋਡੀ ਨਾ ਤੁਹਾਡਾ ਬਿਮਾਰੀ ਨੂੰ ਤੁਹਾਡੇ ਬ੍ਰੇਨ ਫਾਈਟ ਕਰਦਾ। ਹਾਂ, ਬਿਲਕੁਲ ਭਾਜੀ। ਮਾਈਂਡ ਇਜ਼ ਸੱਚ ਅ ਸਟਰੋਂਗ ਥਿੰਗ, ਅਤੇ ਉਹ ਬੋਡੀ 'ਤੇ ਉਹਦਾ ਪੂਰਾ ਅਸਰ ਹੁੰਦਾ ਹੈ, ਪੂਰਾ ਕੰਟਰੋਲ ਮਾਈਂਡ ਦਾ ਹੁੰਦਾ ਹੈ। ਹਾਂਜੀ, ਸੋ ਜੇ ਤੁਸੀਂ ਬਹੁਤ ਹੀ ਢੇਰੀ ਢਾਹ ਦਿੰਦੇ ਆ, ਤਾਂ ਤੁਹਾਡੇ ਉਹ ਫੀਲਿੰਗ ਆਉਣਾ ਹੀ ਆ, ਕੋਈ ਇੱਦਾਂ ਦਾ ਬੋਡੀ ਵਿੱਚ ਕੋਈ ਨਾ ਕੋਈ ਬਿਮਾਰੀ ਪੈਦਾ ਹੋਣੀ ਹੈ। ਹਾਂਜੀ, ਅਤੇ ਜਿੱਦਾਂ ਅੱਗੇ ਵੀ ਆਪਾਂ ਕਹਿ ਹਟੇ ਵੀ ਜਦੋਂ ਤੁਹਾਨੂੰ ਗੁੱਸਾ ਬਹੁਤ ਚੜ੍ਹਦਾ ਆ, ਇੱਕਦਮ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਹਾਂਜੀ, ਬੇਸ਼ੱਕ ਤੁਸੀਂ ਮਿਣ ਕੇ ਦੇਖ ਲਿਓ, ਗੁੱਸੇ 'ਚ ਡੈਫੀਨੇਟਲੀ ਹਾਈ ਹੋਊਗਾ ਬਲੱਡ ਪ੍ਰੈਸ਼ਰ ਉਸ ਵੇਲੇ। ਇਹਦੀ ਮੈਂ ਗੱਲ ਕਰਾਂਗਾ, ਆਪਾਂ ਪਹਿਲਾਂ ਕਾਲ ਲੈਂਦੇ, ਬੜਾ ਇੰਪੋਰਟੈਂਟ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅੰਕਲ ਜੀ। ਹਾਂਜੀ, ਸਵਾਗਤ ਕਰਦੇ ਹਾਂ। ਆਪਣਾ ਨਾਮ ਦੱਸੋਗੇ, ਕੌਣ ਬੋਲਦੇ ਹੋ? ਜੀ ਮੈਂ ਮਨਦੀਪ ਗੱਲ ਕਰ ਰਹੀ ਹਾਂ ਸਾਊਥ ਹਾਲ ਤੋਂ। ਮਨਦੀਪ ਜੀ, ਮੈਂ ਆਪਣੇ ਪਾਪਾ ਬਾਰੇ ਕੁਐਸਚਨ ਕਰਨਾ ਸੀ। ਹਾਂਜੀ, ਤੁਹਾਡਾ ਸਵਾਗਤ ਕਰਦੇ ਹਾਂ। ਤੁਸੀਂ ਗੱਲ ਕਰੋ, ਸਿੱਧੇ ਡਾਕਟਰ ਜੀ ਨਾਲ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਜੀ। ਸਤਿ ਸ਼੍ਰੀ ਅਕਾਲ ਜੀ, ਸੁਣਾਓ ਜੀ। ਸਰ, ਮੈਂ ਤੁਹਾਨੂੰ ਕੁਐਸਚਨ ਕਰਨਾ ਸੀ। ਐਕਚੁਅਲੀ ਮੇਰੇ ਪਾਪਾ ਦੀ ਏਜ 53 ਹੈ ਐਂਡ ਉਹਨਾਂ ਨੂੰ ਹਾਰਟ ਦੀ ਜਿੱਦਾਂ ਥੋੜੀ ਪ੍ਰੋਬਲਮ ਆ ਰਹੀ ਹੈ। ਵੈਸੇ ਉਹ ਡਾਇਬੀਟਿਕ ਵੀ ਨੇ, ਕੋਲੇਸਟ੍ਰੋਲ ਦੀ ਵੀ ਦਵਾਈ ਲੈ ਰਹੇ ਨੇ, ਤੇ ਹੁਣ ਉਹਨਾਂ ਨੂੰ ਮਤਲਬ 2-3 ਮਹੀਨੇ ਹੋ ਗਏ ਉਹਨਾਂ ਨੂੰ ਨਾ ਪ੍ਰੋਬਲਮ ਆ ਰਹੀ ਹੈ, ਉਹਨਾਂ ਦੀ ਹਾਰਟ ਦੀ ਸਟੇਬਲ ਨਹੀਂ ਰਹਿੰਦੀ ਜਿੱਦਾਂ। ਉਹਦੇ ਕਰਕੇ ਉਹਨਾਂ ਨੂੰ ਜਿੱਦਾਂ ਚੱਕਰ ਵੀ ਆਉਂਦੇ ਨੇ, ਘਬਰਾਹਟ ਵੀ ਹੁੰਦੀ ਹੈ, ਜਿੱਦਾਂ ਬੇਹੋਸ਼ੀ ਦੀ ਹਾਲਤ 'ਚ ਹੋ ਜਾਂਦੇ ਆ, ਜਿੱਦਾਂ 5-7 ਮਿੰਟ ਲਈ, ਫਿਰ ਆਫਟਰ ਨੋਰਮਲ ਹੋ ਜਾਂਦੇ ਆ। ਹਾਂਜੀ, ਕਿਹੜੀ ਦਵਾਈ ਖਾ ਰਹੇ ਆ? ਸਰ ਐਕਚੁਅਲੀ ਉਹ ਮੈਨੂੰ ਦਵਾਈਆਂ ਦੇ ਨਾਮ ਤਾਂ ਨਹੀਂ ਯਾਦ ਹੈਗੇ, ਬਟ ਉਹ ਡਾਇਬੀਟੀਜ਼ ਦੀ ਖਾ ਰਹੇ ਆ, ਕੋਲੇਸਟ੍ਰੋਲ ਦੀ ਤੇ ਹਾਈ BP ਦੀ ਵੀ ਖਾ ਰਹੇ ਆ। ਫਿਰ ਕਈ ਦਵਾਈਆਂ ਦੇ ਸਾਈਡ ਇਫੈਕਟਸ ਹੁੰਦੇ ਆ ਨਾ। ਨਹੀਂ ਸਰ, ਐਕਚੁਅਲੀ ਦਵਾਈ ਤੇ ਕਾਫੀ ਪਹਿਲਾਂ ਤੋਂ ਖਾ ਰਹੇ, ਜਿੱਦਾਂ 5-6 ਸਾਲ ਤੋਂ ਖਾ ਰਹੇ ਆ, ਬਟ ਇਹ ਪ੍ਰੋਬਲਮ ਹੁਣੇ 2-3 ਮਹੀਨੇ ਤੋਂ ਆਈ ਹੈ ਤੁਹਾਨੂੰ। ਹਾਂਜੀ, ਹੁਣ ਐਗਜ਼ੈਕਟਲੀ ਕੀ ਪ੍ਰੋਬਲਮ ਆ ਰਹੀ ਹੈ? ਸਰ ਇਹ ਜਿੱਦਾਂ ਹਸਪੀਟਲ ਵੀ ਗਏ ਸੀ, ਐਮਰਜੈਂਸੀ ਤੇ ਉਹਨਾਂ ਨੇ ਇਹੀ ਆਖਿਆ ਕਿ ਤੁਹਾਡੀ ਹਾਰਟ ਬੀਟ ਸਟੇਬਲ ਨਹੀਂ ਹੈਗੀ, ਕਦੀ ਜਿੱਦਾਂ ਲੋ ਹੋ ਜਾਂਦੀ ਹੈ, ਕਦੀ ਵੈਰੀ ਫਾਸਟ ਜਿੱਦਾਂ ਚੱਲਦੀ ਹੈ, ਫਿਰ ਉਹਦੇ ਕਰਕੇ ਇਹਨਾਂ ਨੂੰ ਚੱਕਰ ਵੀ ਆਉਂਦੇ ਆ, ਘਬਰਾਹਟ ਵੀ ਹੁੰਦੀ ਹੈ, ਜਿੱਦਾਂ ਹੱਥ ਪੈਰ ਸ਼ੇਕ ਹੋਣ ਲੱਗ ਜਾਂਦੇ ਆ, ਤੇ ਜਿੱਦਾਂ 5-7 ਮਿੰਟ ਲਈ ਤਾਂ ਜਿੱਦਾਂ ਬੇਸੁੱਧ ਹੋ ਜਾਂਦੇ ਆ ਬਿਲਕੁਲ। ਅੱਛਾ, ਜਾਨ ਕਿ ਹਾਰਟ ਰੇਟ ਉਸ ਤੋਂ ਬਾਅਦ ਹੌਲੀ-ਹੌਲੀ ਠੀਕ ਹੋ ਜਾਂਦੇ ਆ। ਹਾਰਟ ਕਦੇ ਤੇਜ਼ ਚੱਲਦਾ, ਕਦੇ ਸਲੋ ਚੱਲਦਾ, ਕਦੀ ਹਾਂਜੀ, ਕਦੀ ਤੇਜ਼ ਚੱਲਦਾ, ਕਦੀ ਹੌਲੀ। ਹਾਂਜੀ, ਉਹ ਰਿਦਮ ਖਰਾਬ ਹੋ ਗਿਆ ਜੀ ਉਹਦਾ।
ਹਾਂਜੀ ਹਾਂ ਹਾਂਜੀ। ਦੈਟਸ ਤੇ ਸਰ ਉਹਨਾਂ ਨੇ ਵੈਸੇ ਨਾ ਇਹਨਾਂ ਨੂੰ ਦਿੱਤੀ ਆ ਇੱਕ ਜਿੱਦਾਂ ਮੈਡੀਸਿਨ ਦਿੱਤੀ ਆ, ਬਟ ਉਹਦੇ ਨਾਲ ਕੋਈ ਫਰਕ ਨਹੀਂ ਹੈਗਾ। ਹਾਂਜੀ ਉਹ ਫਿਰ ਦੂਸਰੇ ਤੀਸਰੇ ਦਿਨ ਫਿਰ ਹੋ ਜਾਂਦੇ ਆ। ਫੇਰ ਹੋ ਜਾਂਦਾ ਦੈਟਸ ਹਾਂਜੀ। ਰਾਈਟ ਹਾਂਜੀ। ਸੋ ਕੁਝ ਹੋਮਿਓਪੈਥਿਕ ਦਵਾਈਆਂ ਹੈਗੀਆਂ ਜਿਹੜੇ ਹਾਰਟ ਰਿਦਮ ਨੂੰ ਕੰਟਰੋਲ ਕਰਦੀਆਂ। ਠੀਕ ਹੈ ਜੀ। ਹਾਂਜੀ ਸੋ ਤੁਸੀਂ ਸਾਨੂੰ ਕੰਟੈਕਟ ਕਰਿਓ, ਕਾਲ ਚੈਨਲ ਦੇ ਹੈੱਡ ਆਫਿਸ ਤੋਂ ਨੰਬਰ ਲੈ ਲਓ। ਜੀ ਸਰ, ਉਹ ਅਸੀਂ ਲਾਸਟ ਈਅਰ ਵੀ ਤੁਹਾਨੂੰ ਮਿਲੇ ਸੀ, ਮੈਡੀਸਨ ਲਿੱਤੀ ਸੀ ਤੁਹਾਡੇ ਤੋਂ, ਅੱਛਾ ਬਟ ਫਿਰ ਚਲੋ ਠੀਕ ਆ, ਫਿਰ ਮਿਲ ਲੈਂਦੇ ਆਪਾਂ। ਠੀਕ ਹੈ ਜੀ। ਸੋ ਮਚ। ਓਕੇ ਥੈਂਕ ਯੂ। ਓਕੇ ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਦਾ। ਡਾਕਟਰ ਜੀ ਜੇ ਹੁਣ ਮੈਂ ਨਾ ਬਲੱਡ ਪ੍ਰੈਸ਼ਰ ਦੀ ਵਾਪਸ ਗੱਲ ਕਰੀ, ਬੜਾ ਇੰਪੋਰਟੈਂਟ ਸਬਜੈਕਟ ਹੈਗਾ। ਜਦੋਂ ਤੁਸੀਂ ਗੱਲ ਸੁਣਦੇ ਸੀ ਆਪਣੀ ਮਨਦੀਪ ਕੌਰ ਦੀ, ਤੇ ਮੇਰੇ ਦਿਮਾਗ 'ਚ ਗੱਲ ਆ ਗਈ ਭਾਜੀ ਇਟ ਇਜ਼ ਰਾਈਟ। ਜੇ ਮੈਂ ਕਹਾਂਗਾ ਅਗਰ ਤੁਸੀਂ ਲੰਡਨ ਵਰਗੀ ਸ਼ਹਿਰ 'ਚ ਰਹਿੰਦੇ ਹੋ ਤੇ ਜਾਂ ਤੁਸੀਂ ਕਿਤੇ ਬਾਹਰ ਰਿਮੋਟ ਏਰੀਆ 'ਚ ਰਹਿੰਦੇ ਹੋ, ਤੇ ਇੱਥੇ ਜ਼ਿਆਦਾ ਬੰਦਿਆਂ ਨੂੰ ਬਲੱਡ ਪ੍ਰੈਸ਼ਰ ਰਹਿਣ ਦੀ ਚਾਂਸ ਹੀ ਹੈਗਾ ਹੈ। ਡੈਫੀਨਿਟਲੀ ਹੈ ਨਾ? ਡੈਫੀਨਿਟਲੀ ਹਾਂਜੀ। ਦੇਖ ਲੈ ਮੇਰੇ ਦਿਮਾਗ 'ਚ ਗੱਲ ਲੱਗੀ ਬੈਠੀ। ਤੁਸੀਂ ਬੜੇ ਕਲੇਵਰ। ਨਹੀਂ ਭਾਜੀ ਨਹੀਂ, ਪਤਾ ਕੀ ਹੁੰਦਾ ਹੈ, ਇੱਕ ਗੱਲ ਨਾ ਮੈਂ ਬੜੇ ਸ਼ੌਂਕ ਨਾਲ ਇਸ ਸਬਜੈਕਟ ਨੂੰ ਸਟੱਡੀ ਕਰਦਾ, ਸ਼ੌਂਕ ਨਾਲ ਪੜ੍ਹਦਾ ਇਹਨੂੰ, ਕਿਉਂਕਿ ਲੋਕਾਂ ਨੂੰ ਬੜੇ ਬਿਮਾਰੀਆਂ ਲੋਕ ਤਾਂ ਭਾਜੀ ਜਿੱਦਾਂ ਹੁਣ ਤੁਹਾਡੀ ਬੇਸ਼ੁਮਾਰ ਤੁਹਾਡੀ ਜਾਣ ਪਛਾਣ ਹੋ ਗਈ, ਤੁਸੀਂ ਜਿੱਥੇ ਵੀ ਜਾਂਦੇ ਹੋ ਤੁਹਾਨੂੰ ਲੋਕ ਦੁਆ ਦਿੰਦੇ ਨੇ, ਤੁਹਾਨੂੰ ਮਿਲਦੇ ਨੇ, ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਮੇਰਾ ਨਾਮ ਇਹ ਹੈਗਾ ਉਹ ਹੈਗਾ, ਤੇ ਤੁਹਾਨੂੰ ਜਾਣਦੇ ਨੇ ਸਾਰੇ, ਬਹੁਤ ਹੀ ਲੋਕੀ ਜਾਣਨ ਲੱਗ ਪਏ। ਇਸ ਤਰ੍ਹਾਂ ਹੁਣ ਮੇਰੀ ਜਾਣ ਪਛਾਣ ਰੱਬ ਦਾ ਬੜਾ ਪਿਆਰ ਮਿਲਦਾ ਲੋਕਾਂ ਕੋਲੋਂ, ਬੜਾ ਅੱਛਾ ਲੱਗਦਾ। ਹੁਣ ਮੇਰਾ ਅਸੀਂ ਕੱਲ੍ਹ ਪਰਸੋਂ ਗੱਲ ਕਰਦੇ, ਬੜੇ ਤਰ੍ਹਾਂ ਦੀ ਗੱਲਾਂ ਹੋ ਜਾਂਦੀਆਂ ਨੇ, ਇਹ ਵੀ ਬੜੇ ਇੰਟਰਸਟਿੰਗ ਹੁੰਦੀਆਂ, ਸੁਣਨ ਵਾਲੀਆਂ ਗੱਲਾਂ ਹੁੰਦੀਆਂ। ਇੱਥੇ ਲੰਡਨ ਦੇ ਵਿੱਚ ਲੋਕੀ ਬਹੁਤ ਅਗਰੈਸਿਵ ਹੈਗੇ ਨੇ। ਉਹ ਜਦੋਂ ਘਰੋਂ ਨਿਕਲਦੇ, ਜਦ ਘਰੋਂ ਮਨ ਲੱਗਦਾ ਉਹਨਾਂ ਦੀ ਲੜਾਈ ਹੁੰਦੀ ਹੈ, ਉਹ ਜਿਹੜਾ ਗੁੱਸਾ ਹੁੰਦਾ ਉਹ ਕਿਸੇ ਹੋਰ ਦੇ ਉੱਪਰ ਛਿੱਟਣਾ ਹੁੰਦਾ, ਤੇ ਕੱਢ ਦਿੰਦੇ ਆ। ਮੈਂ ਇਹ ਗੱਲ ਜਾਰੀ ਰੱਖਾਂਗਾ, ਬੜਾ ਇੰਪੋਰਟੈਂਟ ਹੈ, ਬਿਕੋਜ਼ ਦਾ ਲਾਈਫ ਸਟਾਈਲ ਚੇਂਜ ਕਰਨ ਦੀ ਬਹੁਤ ਲੋੜ ਹੈ। ਪਹਿਲਾਂ ਕਹੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੱਚਾ। ਹਾਂਜੀ ਭਾਜੀ ਸਵਾਗਤ ਕਰਦੇ, ਆਪਣਾ ਨਾਮ ਦੱਸੋ। ਮੇਰਾ ਨਾਮ ਰਣਜੀਤ ਕੌਰ ਆ। ਰਣਜੀਤ ਸਿੰਘ ਜੀ, ਬਹੁਤ ਰਣਜੀਤ ਕੌਰ ਜੀ। ਕੌਰ ਆ ਬੱਚਾ। ਹਾਂਜੀ ਬੋਲੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਨਾ 2020 ਦੇ ਵਿੱਚ ਸਟ੍ਰੋਕ ਹੋਇਆ ਸੀਗਾ ਲੈਫਟ ਸਾਈਡ ਤੇ। ਉਹ ਲੱਤ ਮੇਰੀ ਬਹੁਤ ਭਾਰੀ ਆ, ਡਾਕਟਰ ਕਹਿੰਦੇ ਆ ਏਦਾਂ ਹੀ ਰਹਿਣਾ ਆ, ਇਹ ਪਾਣੀ ਪਿਸ਼ਾਬ ਦੀ ਗੋਲੀਆਂ ਦਿੰਦੇ ਆ। ਮੇਰੀ 90 ਸਾਲ ਦੀ ਉਮਰ ਆ, ਮੈਨੂੰ ਪਤਾ ਨਹੀਂ ਪੂਰੀ ਮੇਰੀ ਉਮਰ ਤਾਂ, ਹਨਾ। ਤੇ ਬੱਚਾ ਜੀ ਉਹ ਓਦਾਂ ਹੀ ਆ, ਮੇਰਾ ਤਾਂ ਪੈਰ ਤੁਰਦੀ ਆ, ਮੈਂ ਬਾਥਰੂਮ ਜਾਂਦੀ ਆ, ਮੈਂ ਇਕੱਲੀ ਰਹਿੰਦੀ ਹਾਂ, ਮੇਰੇ ਥੱਲੇ ਫੈਮਿਲੀ ਆ ਤੇ ਮੈਂ, ਹਨਾ। ਮੈਂ ਪੁੱਛਣਾ ਚਾਹੁੰਦੀ ਸੀ ਵੀ ਜੇ ਡਾਕਟਰ ਮੇਰੇ ਲਈ ਕੁਝ ਕਰ ਸਕਦੇ ਆ, ਹਨਾ। ਹਾਂਜੀ ਸੋ ਭੈਣ ਜੀ ਹੁਣ ਤੁਹਾਨੂੰ 2 ਸਾਲ ਹੋ ਗਏ ਸਟ੍ਰੋਕ ਹੋਏ ਨੂੰ ਨਾ? 2.5 ਸਾਲ ਹੀ ਹੋ ਗਏ। ਹਾਂਜੀ ਹਾਂਜੀ। ਸੋ ਡਾਕਟਰਾਂ ਨੇ ਦਵਾਈਆਂ ਦਿੱਤੀਆਂ, ਸਿਲੰਡਰ ਹਸਪੀਟਲ ਲੈ ਗਏ ਸੀ ਮੁੰਡੇ, ਪਰ ਮੇਰੀ ਲੱਤ ਹੈਵੀ ਆ, ਇਹ ਚੱਕ ਕੇ ਮੈਨੂੰ ਤਾਹਨ ਰੱਖਣੀ ਪੈਂਦੀ, ਆਪਣੇ ਆਪ ਦੀ ਦੂਜੀ ਲੱਤ 'ਚ ਚੱਕ ਕੇ ਰੱਖ ਰਹੀ ਨਹੀਂ ਸੋਫੇ ਤੇ, ਹਨਾ। ਹਾਂਜੀ ਹਾਂਜੀ ਭੈਣ ਜੀ। ਤੇ ਮੈਂ ਤਾਂ ਪੁੱਛਣਾ ਚਾਹੁੰਦੀ ਸੀ ਵੀ ਜੇ ਕੁਛ ਆਪਾਂ ਹੋਵੇ, ਹਨਾ। ਹਾਂਜੀ ਭੈਣ ਜੀ, ਸੋ ਗੱਲ ਇੱਦਾਂ ਹੈ ਵੀ ਜਦੋਂ ਸਟ੍ਰੋਕ ਹੁੰਦਾ ਨਾ, ਤੇ ਤੁਹਾਡੇ ਬ੍ਰੇਨ ਵਿੱਚ ਜਿਹੜਾ ਏਰੀਆ ਜਿਹੜਾ ਲੱਤ ਨੂੰ ਕੰਟਰੋਲ ਕਰਦਾ ਆ, ਉਹ ਉੱਥੇ ਡੈਮੇਜ ਹੋ ਚੁੱਕਾ ਆ। ਹਾਂਜੀ ਸੋ ਜੇ ਤੁਸੀਂ ਇੱਕਦਮ ਹੀ ਉਸੇ ਵੇਲੇ ਹੋਮਿਓਪੈਥਿਕ ਇਲਾਜ ਕਰਾ ਲੈਂਦੇ ਆ ਨਾ, ਤਾਂ ਉਦੋਂ ਤੁਹਾਨੂੰ ਫਾਇਦਾ। ਉਸੇ ਵੇਲੇ ਡਾਕਟਰ ਲੈ ਗਏ ਸੀ ਮੁੰਡੇ ਹਸਪਤਾਲ। ਹਾਂਜੀ ਚਲੋ ਮੇਰਾ ਮਤਲਬ ਕਹਿਣ ਦਾ ਵੀ ਥੋੜੇ ਹਫ਼ਤੇ ਬਾਅਦ ਬੇਸ਼ੱਕ ਹਾਂਜੀ, ਉਦੋਂ ਫਿਰ ਕਰੋਨਾ ਹੋਇਆ ਸੀ, ਡਾਕਟਰ ਕੋਈ ਆ ਵੀ ਨਹੀਂ ਸੀ ਸਕਦਾ ਮੇਰੇ ਕੋਲ, ਹਨਾ। ਹਾਂਜੀ ਹਾਂਜੀ। ਫੋਨ ਤੇ ਕਹਿੰਦੀਆਂ ਸੀ ਗੱਲ ਕਰ, ਫੋਨ ਤੇ ਕੀ ਦੇਖਦੀਆਂ ਸੀ, ਫੋਨ ਤੇ ਸੁੱਚਾ ਦੇਖਣੀ, ਜਰਾਬਾਂ ਭੇਜ ਦੇਣੀਆਂ ਸੀ, ਜਰਾਬਾਂ ਮੈਂ ਪਾ ਵੀ ਨਹੀਂ ਸਕਦੀ, ਮੁੰਡਿਆਂ ਨੇ ਪਾਉਣੀਆਂ, ਫਿਰ ਮੱਸੀ ਲਾਉਣੀਆਂ, ਪਰ ਸਟਿਲ ਉਦਾਂ ਦਾ ਸੇਮ ਸੀਗਾ। ਹਾਂਜੀ ਔਖਾ ਜੀ, ਬਹੁਤ ਔਖਾ ਹੈ। ਤੇ ਇਹ ਹੁਣ ਦਵਾਈ ਨਾਲ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਥੋੜ੍ਹਾ ਜਿਹਾ। ਹਾਂਜੀ ਤੇ ਅਸੀਂ ਉਹਦਾ ਕੋਸ਼ਿਸ਼ ਕਰ ਸਕਦੇ ਹਾਂ, 1-2 ਵਾਰੀ ਕੋਸ਼ਿਸ਼ ਕਰ ਸਕਦੇ ਹਾਂ ਜੇ ਕੋਈ ਫਰਕ ਪੈ ਜਾਵੇ, ਪਰ ਜਿੰਨਾ ਟਾਈਮ ਲੰਘੀ ਜਾਵੇ, ਹੈ ਨਾ, ਉਨਾ ਫਿਰ ਮੁਸ਼ਕਿਲ ਹੋ ਜਾਂਦਾ ਟਰੀਟਮੈਂਟ ਕਰਾਉਣਾ। ਫਿਰ ਮੈਂ ਤਾਂ ਹੀ ਮੈਂ ਕਿਹਾ ਸੀ ਪੁੱਛਦੀ ਆ, ਕਈ ਵਾਰੀ ਕੀਤਾ, ਅੱਗੇ ਵੀ ਕੀਤਾ ਸੀ, ਫੋਨ ਗਾਹਾਂ ਨਹੀਂ ਪਹੁੰਚਾਉਂਦੇ, ਹੈ ਨਾ। ਹੁਣ ਮੈਂ ਮੁੰਡੇ ਨੇ ਚੱਕਿਆ, ਮੇਰੇ ਕਾਕਾ, ਮੈਂ ਕਿ ਮੈਨੂੰ ਪ੍ਰੋਬਲਮ ਆ, ਮੈਂ ਤਾਂ ਡਾਕਟਰ ਨਾਲ ਗੱਲ ਕਰਨੀ ਚਾਹੁੰਦੀ ਆ। ਹਾਂਜੀ ਹਾਂਜੀ ਚਲੋ ਇੱਕ ਵਾਰੀ ਫੇਰ ਕੋਸ਼ਿਸ਼ ਕਰ ਲਿਓ। ਹਾਂਜੀ ਤਾਂ ਮੇਰੇ ਲਈ ਫਾਇਦਾ ਹੋ ਜੂਗਾ, ਉਹਨਾਂ ਲਈ ਵੀ ਫਾਇਦਾ, ਪਰਮਾਤਮਾ। ਹਾਂਜੀ ਹਾਂਜੀ ਫੇਰ ਤੁਸੀਂ ਵਾਪਸ ਡਾਕਟਰ ਨੂੰ ਕਾਲ ਕਰ ਲਿਓ, ਮੰਡੇ ਵੈਨਸਡੇ ਫਰਾਈਡੇ 10 ਤੋਂ 11 ਵਜੇ ਕਾਲ ਕਰਕੇ ਨਾ, ਤੇ ਅੱਛੀ ਤਰ੍ਹਾਂ ਗੱਲ ਕਰਕੇ ਫਿਰ ਤੁਹਾਨੂੰ ਕਹਿੰਦੇ ਟਰਾਈ ਕਰਾਂਗੇ, ਰੱਬ ਸ਼ਾਇਦ ਮਿਹਰ ਕਰੇਗਾ ਡਾਕਟਰ ਜੀ। ਹਾਂਜੀ ਹਾਂਜੀ ਕੋਈ ਪਤਾ ਨਹੀਂ ਕਿਹਦਾ ਕਾਲ ਲੱਗ ਜਾਵੇ, ਹੈ ਨਾ। ਹਾਂਜੀ ਦੱਸ ਭਾਜੀ ਦੇਖੋ ਆਵਾਜ਼ ਅੱਛੀ ਹੈ, 90 ਸਾਲਾਂ ਦੇ ਹੈਗੇ ਨੇ, ਬਟ ਸਾਊਂਡਸ ਵੈਰੀ ਵੈਲ, ਬੜੇ ਐਕਟਿਵ ਸੀਗੇ, ਬੜੀ ਅੱਛੀ ਤਰ੍ਹਾਂ ਗੱਲ ਕੀਤੀ ਉਹਨਾਂ ਨੇ। ਇਹ ਨਹੀਂ ਮੈਂ ਕਹਿੰਦਾ ਕਿ 90 ਸਾਲ ਦਾ ਬੰਦਾ ਬਿਲਕੁਲ ਹੀ ਰਹਿ ਜਾਂਦਾ, ਤਾਂ ਸ਼ੀ ਇਜ਼ ਕੀਪਿੰਗ ਕੁਆਇਟ ਫਿਟ,
ਜਿਹੜਾ ਸਟ੍ਰੋਕ ਹੋਇਆ ਚਲੋ ਉਹ ਕਿਉਂ ਹੋਇਆ, ਕਾਤੇ ਹੋਇਆ, ਰੱਬ ਦੀ ਮਿਹਰ ਹੈਗੀ ਉੱਥੇ ਉਹਦਾ ਹੋਇਆ। ਮੋਸਟ ਲਾਈਕਲੀ ਇਹਨਾਂ ਨੂੰ ਬਲੱਡ ਪ੍ਰੈਸ਼ਰ ਕਰਕੇ ਹੋਇਆ ਭਾਜੀ। ਬਲੱਡ ਪ੍ਰੈਸ਼ਰ ਕਰਕੇ। ਹਾਂ, ਬਲੱਡ ਪ੍ਰੈਸ਼ਰ ਹਾਈ ਸੀਗਾ ਤੇ ਇਹਨਾਂ ਦੇ ਜਾਂ ਤਾਂ ਉਹ ਨਾੜੀ ਵਿੱਚ ਕਲੌਟ ਹੋ ਗਿਆ ਜਾਂ ਨਾੜੀ ਫਟ ਗਈ ਆ ਤੇ ਉਹ ਫਿਰ ਬ੍ਰੇਨ ਏਰੀਆ ਜਿਹੜੇ ਬ੍ਰੇਨ ਸੈਲਸ ਆ ਉਹ ਡੈਮੇਜ ਹੋ ਗਏ ਕਰਕੇ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਤੇ ਉਹ ਏਰੀਆ ਸੀਗਾ ਜਿਹੜਾ ਇਹਨਾਂ ਦੇ ਲੈਫਟ ਲੈਗ ਨੂੰ ਕੰਟਰੋਲ ਕਰਦਾ ਸੀ। ਭਾਜੀ ਇਕੱਲੇ ਰਹਿ ਰਹੇ ਨੇ, ਬੜੀ ਹਿੰਮਤ ਹੈ, 90 ਸਾਲ ਦੇ ਦੇਖੋ ਤੁਸੀਂ। ਡੂਇੰਗ ਵੈਰੀ ਵੈਲ। ਬਹੁਤ ਅੱਛਾ ਕਰ ਰਹੇ ਹੋ ਭੈਣ ਜੀ, ਰੱਬ ਤੁਹਾਨੂੰ ਪ੍ਰੇ ਕਰਦੇ ਹੋ ਤੰਦਰੁਸਤ ਰੱਖੇ। ਪਲੀਜ਼ ਕਾਲ ਕਰਿਓ ਜ਼ਰੂਰ, ਕੋਈ ਨਾ ਕੋਈ ਭਲਾ ਹੋਏਗਾ ਕਿ ਡਾਕਟਰ ਜੀ ਪਾਸ ਦਵਾ ਹੈਗੀ, ਕੋਸ਼ਿਸ਼ ਕਰਨਗੇ ਅਗਰ ਤੇ ਚਾਂਸ ਲੱਗ ਗਿਆ ਠੀਕ ਵੀ ਹੋ ਸਕਦੀ ਹੈ, ਥੋੜਾ ਫਰਕ ਪੈ ਜਾਂਦਾ ਹੋਵੇ। ਰੱਬ ਦੇ ਹੱਥ ਆ, ਆਪਾਂ ਟਰਾਈ ਕਰ ਸਕਦੇ ਹਾਂ। ਡਾਕਟਰ ਜੀ ਬਲੱਡ ਪ੍ਰੈਸ਼ਰ ਦਾ ਬੜਾ ਟਾਈਮ ਬੜੀ ਫਾਸਟ ਜਾ ਰਿਹਾ ਕਿਉਂਕਿ ਸਾਡੇ ਕਾਲ ਵੀ ਬੜੇ ਇੰਪੋਰਟੈਂਟ ਹੁੰਦੇ ਨੇ। ਅਸੀਂ ਗੱਲਾਂ ਕਰਦੇ ਸੀ, ਉਹ ਕਹਿੰਦਾ ਜਦੋਂ ਮੈਂ ਘਰੋਂ ਨਿਕਲਦਾ ਨਾ ਮੈਂ ਪ੍ਰੇ ਕਰਦਾ ਕਿ ਮੇਰਾ ਕਿਸੇ ਨਾਲ ਰਸਤੇ ਝਗੜਾ ਨਾ ਹੋਵੇ। ਅੱਛਾ। ਕਾਰਾਂ ਦੇ ਵਿੱਚ ਤੁਸੀਂ ਕਿਤੇ ਕਿਊਜ਼ ਖੜੇ ਹੋਣਾ, ਕਿਤੇ ਨਾ ਕੋਈ ਇੱਦਾਂ ਦੀ ਗੱਲ, ਕਿਉਂਕਿ ਆਲ ਬੀ ਵੈਰੀ ਔਨੈਸਟ ਵਿਦ ਯੂ, ਪਲੀਜ਼ ਮਾਫੀ ਚਾਹਾਂਗਾ। ਆਪਣੇ ਆਲਮੋਸਟ 100 ਸਾਲ ਤੋਂ ਉੱਪਰ ਹੋ ਗਿਆ ਇੱਥੇ ਜਨਰੇਸ਼ਨ ਆਈ ਨੂੰ, ਪਹਿਲੇ ਨੂੰ ਅਸੀਂ ਸਾਡੀਆਂ ਆਦਤਾਂ ਨਹੀਂ ਬਦਲੀਆਂ। ਇੰਡੀਆ ਪਾਕਿਸਤਾਨ ਲਈ ਉਹ ਹਾਲੇ ਵੀ ਉੱਦਾਂ ਹੀ ਹੈਗੇ ਨੇ, ਨਾ ਤਾਂ ਕਿਸੇ ਨੂੰ ਥੈਂਕ ਯੂ ਕਹਿਣਾ, ਨਾ ਕਿਸੇ ਨੂੰ ਹੈਲੋ ਕਹਿਣਾ, ਨਾ ਕਿਸੇ ਦਾ ਹਾਲ ਪੁੱਛਣਾ, ਆਪੋ ਆਪਣੀ ਤਾਂ ਪਈ ਹੁੰਦੀ ਹੈ। ਜੇ ਕੋਈ ਅੱਗੇ ਜਾ ਰਿਹਾ ਉਹਨੇ ਦਰਵਾਜ਼ਾ ਖੋਲ੍ਹਿਆ, ਇਹ ਨਹੀਂ ਕਿ ਮੈਂ ਕੋਈ ਬਜ਼ੁਰਗ ਆ ਰਿਹਾ ਕਿ ਮੈਂ ਦਰਵਾਜ਼ਾ ਫੜਨਾ, ਉੱਥਾ ਕਰਕੇ ਉਹਦੇ ਮੂੰਹ 'ਤੇ ਵੱਜ ਜਾਂਦਾ। ਇਹਦੇ ਨਾਲ ਬੰਦੇ ਦਾ ਪ੍ਰੈਸ਼ਰ ਵਧਿਆ ਰਹਿੰਦਾ ਫਿਰ। ਹਾਂਜੀ, ਦੈਟਸ ਰਾਈਟ। ਸੋ ਕਈ ਲੋਕਾਂ ਵਿੱਚ ਪੋਲਾਈਟਨੈਸ, ਮਿਠਾਸ ਨਹੀਂ ਹੈਗੀ, ਥੋੜੇ ਰਫ ਬੋਲਦੇ ਆ, ਰਫ ਬਿਹੇਵ ਕਰਦੇ ਆ ਤੇ ਉਹਦੀ ਲੋੜ ਤਾਂ ਹੈ ਨਹੀਂ ਇੱਦਾਂ ਕਰਨੇ ਦੀ। ਪਰ ਭਾਜੀ ਕਿਉਂ ਰਹਿੰਦੇ ਇੱਦਾਂ, ਉਹਦੀ ਕੋਈ ਦੁਆ ਹੈਗੀ? ਆਪਣੇ ਆਪਣੀ ਪਰਸਨੈਲਿਟੀ ਹੁੰਦੀ, ਜਿੱਦਾਂ ਤੁਸੀਂ ਕਹਿੰਦੇ ਦੁਖੀ ਹੋਰ ਕਿਸੇ ਗੱਲ ਤੋਂ ਹੁੰਦੇ ਆ ਕੇ ਗੁੱਸਾ ਹੋਰ ਕਿਸੇ ਤੇ ਕੱਢ ਲੈਣਾ। ਤੇ ਪਰ ਮੈਂ ਇੱਕ ਸਲਾਹ ਦਿੰਦਾ, ਤੁਸੀਂ ਆਪਣੇ ਫਰੈਂਡ ਨੂੰ ਕਹਿ ਦਿਓ ਉਹ ਪ੍ਰੇ ਨਾ ਕਰਿਆ ਕਰੇ ਤੇ ਮੇਰਾ ਝਗੜਾ ਨਾ ਹੋਵੇ, ਕਰਕੇ ਜੇ ਉਹ ਪ੍ਰੇ ਕਰੇਗਾ ਨਾ ਫਿਰ ਮੇਰਾ ਝਗੜਾ ਉਹਦਾ ਹੋਣਾ ਹੀ ਹੋਣਾ ਝਗੜਾ। ਦੈਟਸ ਰਾਈਟ ਯਾਰ। ਕਿਉਂਕਿ ਰੱਬ ਨੇ ਥੋੜਾ ਟਾਉਣਾ ਉਹਦਾ ਝਗੜਾ, ਠਾਣਾ ਤਾਂ ਉਹਨੇ ਆਪਣੇ ਆਪ ਆ। ਨਹੀਂ ਫਿਰ ਵੀ ਤੁਸੀਂ ਪਤਾ ਕਿ ਦੇਖੋ ਇੱਕ ਗੱਲ ਹੁੰਦੀ ਹੈ, ਉਹਦਾ ਤੁਸੀਂ ਪਾਠ ਪੂਜਾ ਕਰਦੇ ਕਿ ਨਹੀਂ ਕਰਦੇ, ਤੁਸੀਂ ਅੱਛੇ ਕੰਮ ਲਈ ਜਾਂਦੇ, ਹਮੇਸ਼ਾ ਅਰਦਾਸ ਕਰਕੇ ਜਾਂਦੇ ਹੋ, ਉਸ ਬਹਾਨੇ ਰੱਬ ਦਾ ਨਾਮ ਲਿੱਤਾ ਜਾਂਦਾ। ਚਲੋ ਉਹ ਤਾਂ ਠੀਕ ਹੈ, ਰੱਬ ਦਾ ਨਾਮ ਲੈਣਾ ਚੰਗਾ ਆ, ਪਰ ਜਿਹੜਾ ਝਗੜਾ ਉਹਨੂੰ ਕਰਨਾ ਆ ਜਾਂ ਉਹਨਾਂ ਕਿਸੇ ਨੂੰ ਝਗੜਾ, ਉਹਦੇ ਆਪਣੇ ਹੱਥ ਆ। ਹਾਂਜੀ, ਜੇ ਤੁਹਾਨੂੰ ਕੋਈ ਝਗੜਾ ਕਰਦਾ ਤੁਸੀਂ ਨਾ ਰਿਐਕਟ ਕਰੋ, ਯੂ ਡੋਂਟ ਹੈਵ ਟੂ ਰਿਐਕਟ, ਹੈ ਨਾ। ਜ਼ਰੂਰੀ ਥੋੜ੍ਹਾ ਵੀ ਤੁਸੀਂ ਉਹਨੂੰ ਉਸੇ ਤਰ੍ਹਾਂ ਬੁਲਾਉਣਾ ਜਿੱਦਾਂ ਤੁਹਾਨੂੰ ਕਿਨੇ ਹੋਰ ਬੁਲਾਇਆ, ਹੈ ਨਾ। ਪਰ ਜੀ ਕਮਿੰਗ ਬੈਕ ਟੂ ਬਲੱਡ ਪ੍ਰੈਸ਼ਰ, ਮੈਂ ਦਾਅਵੇ ਨਾਲ ਕਹਿ ਸਕਦਾ ਲੰਡਨ 'ਚ ਦੇ ਵਿੱਚ ਨਾ ਵਰਲਡ ਕੈਪੀਟਲ ਹੈਗਾ, ਇੱਥੇ ਤਾਂ ਮੈਨੂੰ ਲੱਗਦਾ ਲੋਕਾਂ ਨੂੰ ਜ਼ਿਆਦਾ ਬਿਮਾਰੀ ਹੈਗੀ ਹੈ। ਹਰ ਕਿਤੇ ਤੁਸੀਂ ਛੋਟੇ ਮਿਡਲੈਂਡ ਦੇ ਟਾਊਨ ਚਲੇ ਜਾਓ, ਵੇ ਲੰਡਨ ਤੋਂ ਬਾਹਰ ਚਲੇ ਜਾਓ, ਬੜੀ ਸਕੂਨ ਦੀ ਜ਼ਿੰਦਗੀ ਹੈ ਉੱਥੇ। ਤੁਸੀਂ ਕੰਟਰੀ ਸਾਈਡ ਵਿੱਚ ਜਾਓ ਨਾ, ਹਾਂ ਕੰਟਰੀ ਸਾਈਡ ਦੇ ਵਿੱਚ ਇੱਕ ਤਾਂ ਉਹਨਾਂ ਨੂੰ ਉੱਥੇ ਲੋਕਲ ਪ੍ਰੋਡਿਊਸ ਜਿਹੜਾ ਲੋਕਲ ਫੂਡ ਮਿਲਦਾ ਫਾਰਮਾਂ ਵਿੱਚ, ਹੈ ਨਾ, ਉਹਦੇ ਫਾਇਦਾ ਉਹਨਾਂ ਨੂੰ। ਤੇ ਸਿਟੀ ਵਿੱਚ ਇੱਦਾਂ ਹੈ ਵੀ ਤੁਸੀਂ ਹਰ ਵੇਲੇ ਤੁਸੀਂ ਰਸ਼ ਵਿੱਚ ਰਹਿੰਦੇ ਆ, ਪੋਲੂਸ਼ਨ ਹੈਗੀ ਆ, ਵਰਕ ਸਟ੍ਰੈਸ ਹੈਗੀ ਆ। ਹਾਂਜੀ, ਲਾਈਫ ਸਟਾਈਲ ਵੈਰੀ ਫਾਸਟ, ਜਲਦੀ ਲੰਚ ਖਾ ਕੇ ਮੁੜ ਕੇ ਫਿਰ ਕੰਮ 'ਤੇ ਜਾਣਾ। ਅਤੇ ਬਾਕੀ ਜਿਹੜੀ ਹੋਰ ਵੀ ਤੁਹਾਨੂੰ ਸਟ੍ਰੈਸਿਸ ਰਹਿੰਦੀਆਂ ਸਾਰੇ ਆਲ ਐਡਸ ਅਪ, ਹੈ ਨਾ। ਅਤੇ ਉੱਥੇ ਤੁਹਾਡੀ ਸਟ੍ਰੈਸ ਜਿਹੜੀ ਹੈ ਉਹਨਾਂ ਬਲੱਡ ਪ੍ਰੈਸ਼ਰ ਅਪ ਹੋਣਾ ਹੀ ਹੋਣਾ ਆ। ਹਾਂਜੀ, ਸੋ ਡੈਫੀਨੇਟਲੀ ਜਿਹੜਾ ਸਿਟੀ ਲਾਈਫ ਸਟਾਈਲ ਆ ਇਟਸ ਨਾਟ ਗੁੱਡ ਫॉर ਹੈਲਥ। ਵੈਸੇ ਬੜੀ ਨਾ ਇੰਟਰਸਟਿੰਗ ਗੱਲ ਹੈ, ਕੋਸ਼ਿਸ਼ ਕਰੋ ਕਿ ਜਿੱਥੇ ਬਹੁਤ ਕੰਜਸਟਡ ਏਰੀਆ ਹੈ ਉੱਥੇ ਤੁਹਾਨੂੰ ਆਪਣਾ ਨਹੀਂ ਰਹਿਣਾ ਚਾਹੀਦਾ ਬਹੁਤ, ਕਿਉਂਕਿ ਡਾਕਟਰ ਜੀ ਲੋਕੀ ਸਾਲਾਂ ਦੇ ਰਹਿੰਦੇ ਨੇ, ਫਿਰ ਕਹਿੰਦੇ ਨੇ ਇੱਥੇ ਸਾਡੇ ਰਿਸ਼ਤੇਦਾਰ ਕੋਈ ਪੁੱਛਦਾ ਨਹੀਂ, ਜਿਹੜੇ ਰਿਸ਼ਤੇਦਾਰ ਕੋਲ ਰਹਿੰਦੇ ਨੇ ਉਹਦਾ ਤਾਂ ਉੱਦਾਂ ਹੀ ਦਿਲ 'ਚ ਹੀ ਹੁੰਦਾ ਕਿ ਮੇਰੇ ਆਲੇ ਦੁਆਲੇ ਹੈਗੇ। ਹਾਂਜੀ, ਕੋਈ ਨਾ ਉਹਨਾਂ ਦਾ ਸੁੱਖ ਤਾਂ ਹੁੰਦਾ ਨਹੀਂ ਬੰਦਿਆਂ ਦਾ। ਬਿਲਕੁਲ। ਬਾਕੀ ਇੱਕ ਹੁੰਦਾ ਕਿ ਚਲੋ ਸਾਡੇ ਕੋਲ ਗੁਰੂ ਘਰ ਹੈਗਾ, ਅਸੀਂ ਜਾ ਕੇ ਮੱਥਾ ਟੇਕ ਕੇ ਭਾਜੀ ਡਾਕਟਰ ਰੱਬ ਤਾਂ ਤੁਹਾਡੇ ਘਰ ਵੀ ਹੈਗਾ, ਤੁਸੀਂ ਉੱਥੇ ਵੀ ਮੱਥਾ ਟੇਕ ਕੇ ਉੱਥੇ ਵੀ ਪ੍ਰੇ ਕਰ ਸਕਦੇ ਹੋ। ਉੱਥੇ ਵੀ ਕਰ ਸਕਦੇ ਆ। ਹਾਂਜੀ, ਪਰ ਇੱਦਾਂ ਪਏ ਕਈਆਂ ਬਜ਼ੁਰਗਾਂ ਨੇ ਆਊਟਿੰਗ ਹੋ ਜਾਂਦੀ ਗੁਰਦੁਆਰੇ ਜਾਣ ਦੀ ਹਰ ਰੋਜ਼, ਹੈ ਨਾ। ਸੋ ਉਹਨਾਂ ਦੀ ਥੋੜ੍ਹੀ ਜਿਹੀ ਐਕਸਰਸਾਈਜ਼ ਵੀ ਹੋ ਜਾਂਦੀ, ਤੁਰ ਕੇ ਜਾਂਦੇ ਆ, ਉੱਥੇ ਥੋੜ੍ਹੀ ਜਿਹੀ ਸੇਵਾ ਵੀ ਕਰ ਦਿੰਦੇ ਆ। ਸੋ ਗੁਰੂ ਘਰ ਜਾਣਾ ਉਹਨਾਂ ਲਈ ਫਾਇਦੇਮੰਦ ਬਹੁਤ ਹੈਗਾ। ਫਾਇਦੇਮੰਦ ਤਾਂ ਹੈਗਾ ਕਿ 10 ਸਾਲਾਂ ਲੜਾਈ ਕਰਕੇ ਫੇਰ ਹੀ ਪਹੁੰਚੋ ਮੇਰੇ ਵਰਗਾ। ਚਲੋ ਆਪਣਾ ਸੁਭਾਅ ਹੁੰਦਾ। ਨਹੀਂ ਵੈਸੇ ਕਈ ਦਫਾ ਤੁਸੀਂ ਨਾ ਵਾਕਈ ਤੁਸੀਂ ਆਪਣੇ ਦਿਲ 'ਚ ਸੋਚ ਕੇ ਜਾਵੋ ਕਿ ਮੈਨੂੰ ਅੱਜ ਕੁਝ ਵੀ ਹੋ ਜਾਏ ਮੈਂ ਤਾਂ ਗੁੱਸਾ ਨਹੀਂ ਕਰਦਾ। ਹਾਂ ਐਗਜ਼ੈਕਟਲੀ, ਦੈਟਸ ਬੈਟਰ। ਪਰ ਭਾਜੀ ਫਿਰ ਵੀ ਕਦੇ ਕੋਈ ਬੰਦਾ ਇੱਦਾਂ ਦਾ ਹੁੰਦਾ ਨਾ ਤੁਹਾਨੂੰ, ਉਹ ਇੰਨਾ ਮਜਬੂਰ ਕਰ ਦਿੰਦਾ ਕਿ ਤੁਹਾਨੂੰ ਗੁੱਸਾ ਚੜ੍ਹ ਹੀ ਜਾਂਦਾ ਹੈ। ਹੋ ਜਾਂਦਾ ਫਿਰ ਵੀ ਇਨਸਾਨ ਹੈ ਬੰਦਾ, ਤੇ ਇੱਦਾਂ ਪਈ ਉਹਨੂੰ ਇਗਨੋਰ ਕਰ ਦੇਣਾ ਚਾਹੀਦਾ। ਹਾਂਜੀ, ਜਿਹੜਾ ਤਾਂ ਮੱਲੋ-ਮੱਲੀ ਤੁਹਾਡੇ ਨਾਲ ਝਗੜਾ ਕਰਦਾ ਉਹਨੂੰ ਇਗਨੋਰ ਕਰਦਾ ਬੈਟਰ ਹੈ। ਵੈਸੇ ਗੱਲ ਹੋ ਰਹੀ ਹੈ, ਦੇਖੋ ਸਾਰੇ ਤੁਸੀਂ ਜਿੱਥੇ ਜੇ ਹੁਣ ਸਾਥੋਂ ਦੀ ਗੱਲ ਕਰਾਂ, ਬੜੇ ਸਾਲਾਂ ਤੋਂ ਰਹਿੰਦੇ ਹੋ, ਬੜੀ ਪਿਆਰ ਮੁਹੱਬਤ ਪਤਾ ਨਹੀਂ ਹੈ ਕਿ ਨਹੀਂ ਹੈ, ਐਲਿਸ਼ ਕਾਰਟਸ 'ਚ ਰਹਿੰਦੇ ਹੋ, ਬੰਦੇ ਦਿਖਾਈ ਦਿੰਦੇ ਨੇ, ਕਦੇ ਨਾ ਕਦੇ ਛੁੱਟੀ ਇੱਦਾਂ ਦੀ ਜਗ੍ਹਾ 'ਤੇ ਜਾਇਆ ਕਰੋ ਜਿੱਥੇ ਬਿਲਕੁਲ ਲੋਨਲੀਨੈਸ ਹੋਵੇ, ਫਰੈਸ਼ ਹਵਾ ਹੋਵੇ, ਖੇਤ ਹੋਣ, ਕੋਈ ਬੈਡਨ ਬੇਕਰ ਜਗ੍ਹਾ ਹੋਵੇ, ਕਿਸੇ ਵੀ ਤਰ੍ਹਾਂ ਦੀ ਜਗ੍ਹਾ ਹੋਵੇ ਨਾ,
ਇੱਕ ਹਫਤਾ ਜ਼ਰੂਰ ਉੱਥੇ ਕੱਢ ਕੇ ਆਵੋ ਫਰੈਸ਼ ਹਵਾ ਦੇ ਵਿੱਚ। ਹਾਂਜੀ ਹਾਂਜੀ ਬੜਾ ਲੋੜ ਹੈ ਉਹ ਚੀਜ਼ ਦੀ ਬਹੁਤ ਬੰਦੇ ਲੋੜ ਹੈ ਨੂੰ। ਤੁਹਾਡੀ ਬੋਡੀ ਅਸੀਂ ਬਿਲਕੁਲ ਇੱਕ ਭਾਜੀ ਇੱਕ ਹੌਲੀ ਜਿੱਦਾਂ ਤੁਹਾਨੂੰ ਦਵਾ ਦੀ ਲੋੜ ਹੈ ਜ਼ਿੰਦਗੀ ਦੇ ਵਿੱਚ, ਇਸ ਤਰ੍ਹਾਂ ਹੌਲੀਡੇ ਦੀ ਬੜੀ ਲੋੜ ਹਾਂ ਹੈ। ਬ੍ਰੇਕ ਦੀ ਜ਼ਰੂਰ ਲੋੜ ਆ, ਬ੍ਰੇਕ ਦੀ ਲੋੜ ਬ੍ਰੇਕ ਦੀ ਲੋੜ ਹੈਗੀ ਆ। ਤੇ ਉੱਥੇ ਜਾ ਕੇ ਤੁਸੀਂ ਬਿਲਕੁਲ ਤੁਹਾਡੀ ਬੋਡੀ ਰਿਲੈਕਸ ਹੋ ਜਾਊਗੀ। ਹਾਂਜੀ ਤੁਸੀਂ ਬੇਸ਼ੱਕ ਮੇਜਰ ਕਰਕੇ ਦੇਖਿਓ, ਬਲੱਡ ਪ੍ਰੈਸ਼ਰ ਡੈਫੀਨਿਟਲੀ ਡਾਊਨ ਆ ਜਾਏਗਾ। ਆ ਜਾਏਗਾ ਨਾ ਬਿਲਕੁਲ, ਮੈਂ ਉਹੀ ਤਾਂ ਗੱਲ ਕਰਦਾ ਨਾ। ਹਾਂ ਨੀਂਦ ਵੀ ਉੱਥੇ ਸੋਹਣੀ ਆਏਗੀ। ਹਾਂਜੀ ਫਰੈਸ਼ ਏਅਰ ਹੋਊਗਾ ਸੀ ਸਾਈਡ ਤੇ ਜਾਂ ਕੰਟਰੀ ਸਾਈਡ ਵਿੱਚ। ਕਿੰਨਾ ਫਰਕ ਪੈਂਦਾ ਪੋਲੂਸ਼ਨ ਦਾ, ਹੁਣ ਸਿਟੀ ਵਿੱਚ ਕਿੰਨੀ ਪੋਲੂਸ਼ਨ ਆ ਤੇ ਬਹੁਤ ਫਰਕ ਪੈ ਜਾਂਦਾ। ਕਦੇ ਕੋਸ਼ਿਸ਼ ਕਰੋ ਜਦੋਂ ਹੌਲੀ ਤੇ ਜਾਂਦੇ ਜਿੱਦਾਂ ਦਾ ਤੁਸੀਂ ਪਿੰਡ ਗਏ, ਉਹ ਵੀ ਲਾਈਫ ਠੀਕ ਹੈਗੀ ਪਿੰਡਾਂ ਵਿੱਚ ਵੀ। ਦੱਸ ਆਪਣੀ ਘੜੀ ਲਾ ਕੇ ਸਿੱਟ ਦਵੋ, ਟਾਈਮ ਨਹੀਂ ਦੇਖਣਾ, ਆਪਣੇ ਸੂਰਜ ਦੇ ਮੁਤਾਬਿਕ ਉੱਠੋ ਤੇ ਉਹਦੇ ਮੁਤਾਬਿਕ ਸੋਵੋ। ਹਾਂਜੀ ਹਾਂਜੀ ਦੱਸ ਗੁੱਡ। ਭਾਜੀ ਕਿੰਨੀ ਜ਼ਿੰਦਗੀ, ਰੇਡੀਓ ਬੰਦ, ਟੀਵੀ ਬੰਦ, ਜੋ ਦੁਨੀਆ 'ਚ ਹੋਣਾ ਹੁੰਦਾ ਰਹਿੰਦਾ, ਲੇਕਿਨ ਆਪਣਾ ਨਾ ਇੱਕ ਸਕੂਨ ਦੇ ਨਾਲ ਇੱਕ ਹਫਤਾ ਦੋ ਹਫ਼ਤੇ ਕੱਢ ਕੇ ਆਓ। ਦੱਸ ਪੁਰਾਣੇ ਸਮੇਂ ਇੱਦਾਂ ਹੀ ਹੁੰਦਾ ਸੀਗਾ, ਸੂਰਜ ਦੇ ਨਾਲ ਉੱਠਦੇ ਸੀ, ਸੂਰਜ ਦੇ ਨਾਲ ਸੌ ਜਾਂਦੇ ਸੀ। ਹਾਂਜੀ ਸੋ ਵਾਟ ਅ ਨਾਈਸ ਲਾਈਫ ਸਟਾਈਲ। ਭਾਜੀ ਹੁਣ ਬਲੱਡ ਪ੍ਰੈਸ਼ਰ ਦਾ ਹੁਣ ਜਾਸਤੀ ਇਹ, ਪਹਿਲਾਂ ਤਾਂ ਤੁਸੀਂ ਸਟ੍ਰੈਸ ਦਾ ਕਿਹਾ ਸੀਗਾ, ਹੋਰ ਦੱਸੋ। ਸੋ ਸਟ੍ਰੈਸ, ਓਵਰਵੇਟ। ਹਾਂਜੀ ਸੌਰੀ ਮਾਫੀ ਚਾਹਾਂਗਾ, ਆਪਾਂ ਪਹਿਲਾਂ ਕਾਲ ਲੈ ਲਈਏ ਫਿਰ ਗੱਲ ਕਰਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣਾ ਨਾਮ ਦੱਸੋਗੇ, ਕਿੱਥੋਂ ਬੋਲਦੇ ਹੋ? ਮੈਂ ਸਮਿੱਤਰ ਬੋਲਦਾ ਹੈਗਾ ਬਰਮਿੰਘਮ ਤੋਂ। ਹਾਂਜੀ ਪਹਿਲਾਂ ਮੈਂ ਟੈਲੀਫੋਨ ਕੀਤਾ ਸੀ ਤਾਂ ਮੈਂ ਡਾਕਟਰ ਨੂੰ ਪੁੱਛਿਆ ਸੀਗਾ, ਲੇਕਿਨ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਉੱਥੇ ਦੂਸਰੇ ਟੈਲੀਫੋਨ ਤੇ ਕਰਦੇ ਆ, ਕੋਈ ਚੁੱਕਦੇ ਨਹੀਂ ਹੈਗੇ, ਕਹਿੰਦੇ ਨੰਬਰ ਛੱਡ ਦਿਓ ਤੁਹਾਨੂੰ ਕਰਾਂਗੇ। ਮੈਂ ਪੁੱਛਿਆ, ਮੈਂ ਕਿਹਾ ਸੀਗਾ, ਮੈਂ ਕਿਹਾ ਵੀ ਮੇਰੇ ਨਾ ਹੱਥ ਜਿਹੜੇ ਹੈਗੇ ਗੁੱਠੇ ਨਾਲ ਦੀਆਂ ਦੋ ਫਿੰਗਰਾਂ ਤੇ ਦੂਸਰੇ ਹੱਥ ਦੀਆਂ ਵੀ ਉਹ ਨਮ ਹੋਈਆਂ ਪਈਆਂ, ਕੁਝ ਫੜ ਨਹੀਂ ਸਕਦਾ ਉਹਨਾਂ ਕੁਝ ਵੀ ਮੈਂ। ਤੇ ਰਾਤ ਨੂੰ ਤਾਂ ਬਹੁਤ ਮਤਲਬ ਕਿ ਜਿੱਦਾਂ ਪਿੰਨਾਂ ਚੁੱਭਦੀਆਂ ਨੇ ਇੱਦਾਂ ਹੁੰਦੀਆਂ, ਔਰ ਪੈਰਾਂ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਥੱਲੇ ਪੈਰਾਂ ਦੇ ਤਲੀਆਂ ਦੇ ਵਿੱਚ ਨਾ ਇੱਦਾਂ ਰਾਤ ਨੂੰ ਇੰਨੀ ਗਰਮੀ ਨਿਕਲਦੀ ਹੈਗੀ ਆ ਕਿ ਸੌਂ ਵੀ ਨਹੀਂ ਸਕਦੇ। ਇਹ ਮੈਂ ਪੁੱਛਣਾ ਸੀ ਜੇ ਕੋਈ ਹੈ ਦੁਆ ਵਾਸਤੇ ਤਾਂ ਹਾਂਜੀ ਕੰਟੈਕਟ ਕਰ ਸਕਦੇ। ਹਾਂਜੀ ਭਾਜੀ ਤੁਹਾਨੂੰ ਸ਼ੂਗਰ ਦੀ ਬਿਮਾਰੀ ਆ? ਨਹੀਂ ਸ਼ੂਗਰ ਦੀ ਹੈ ਨਹੀਂ, ਮੈਨੂੰ 5.6 ਹੀ ਰਹਿੰਦੀ ਆ। ਅੱਛਾ ਅੱਛਾ ਜੀ ਹਾਂ ਰਾਈਟ। ਤੁਹਾਡਾ ਮੇਰੇ ਖਿਆਲ ਬਾਰਡਰ ਲਾਈਨ ਰਹਿੰਦਾ ਹੈ ਸ਼ੂਗਰ ਤੁਹਾਡੀ? ਹਾਂ ਬਾਰਡਰ ਲਾਈਨ ਦਿੱਤੀ ਆ ਮੈਂ, ਉਹ ਤਾਂ ਮੈਂ ਗੋਲੀ ਤਾਂ ਖਾਈ ਜਾਂਦਾ ਹੈਗਾ। ਹਾਂਜੀ ਬਾਰਡਰ ਲਾਈਨ ਆ, ਇਸ ਕਰਕੇ ਇਹਦਾ ਮਤਲਬ ਪਹਿਲਾਂ ਤੁਹਾਡੀ ਸ਼ੂਗਰ ਜ਼ਿਆਦਾ ਰਹੀ ਆ। ਹਾਂਜੀ ਕਿਸੇ ਵੇਲੇ, ਤੇ ਹੁਣ ਜਦੋਂ ਪਤਾ ਲੱਗਾ ਫਿਰ ਉਹ ਤੋਂ ਕਹਿੰਦੇ ਤੇ ਬਾਰਡਰ ਲਾਈਨ ਆ। ਤੇ ਉਹ ਹੌਲੀ ਹੌਲੀ ਤੁਹਾਡੀ ਉਹ ਸ਼ੂਗਰ ਦੇ ਨਾਲ ਜਿਹੜੀਆਂ ਨਾੜੀਆਂ ਹਨਾ ਪੈਰਾਂ ਵਿੱਚ ਹੱਥਾਂ ਵਿੱਚ ਉਹ ਡੈਮੇਜ ਹੋ ਚੁੱਕੀਆਂ। ਹਾਂਜੀ ਅੱਛਾ ਹਾਂ ਸ਼ੂਗਰ ਕਰਕੇ। ਸੋ ਤੁਹਾਨੂੰ ਫਿਰ ਕੁਝ ਹੋ ਸਕਦਾ? ਹਾਂਜੀ ਹੋ ਸਕਦਾ ਹਾਂਜੀ ਤੁਸੀਂ ਹੋ ਸਕਦਾ ਮੈਨੂੰ ਟੈਕਸਟ ਕਰ ਦਿਓ ਹਾਂਜੀ ਨੰਬਰ ਤੇ। ਟੈਕਸਟ ਮੈਂ ਮੇਰੇ ਕੋਲ ਤਾਂ ਦੂਸਰਾ ਟੈਲੀਫੋਨ ਹੈ, ਮੈਂ ਲੈਂਡਲਾਈਨ ਹੀ ਹੈਗੀ ਆ। ਅੱਛਾ ਜੀ ਕੋਈ ਨਹੀਂ, ਫਿਰ ਤੁਸੀਂ ਦੁਬਾਰਾ ਫੋਨ ਕਰਕੇ ਟਰਾਈ ਕਰਿਓ। ਹਾਂਜੀ ਕਿਉਂਕਿ ਮੈਂ 3-4 ਵਾਰੀ ਕੀਤਾ ਤੁਹਾਡੇ ਟੈਲੀਫੋਨ ਦੇ ਉੱਤੇ, ਲੇਕਿਨ ਉਹ ਕਹਿੰਦੇ ਤੇ ਨੰਬਰ ਛੱਡ ਜਾਓ ਅਸੀਂ ਤੁਹਾਨੂੰ ਕਰਾਂਗੇ। ਹਾਂਜੀ ਇੱਦਾਂ ਭਾਜੀ ਅਸੀਂ ਵੌਇਸ ਮੇਲ ਦਾ ਆਨਸਰ ਨਹੀਂ ਦੇ ਸਕਦੇ ਹੈਗੇ, ਕਿਉਂਕਿ ਤੁਸੀਂ ਮੈਸੇਜ ਭਰ ਦਿੰਦੇ ਆ, ਬਹੁਤ ਹੀ ਮੈਸੇਜ ਭਰੇ ਹੁੰਦੇ, ਫਿਰ ਸਾਡੇ ਸਾਰੇ ਨਹੀਂ ਸੁਣ ਹੁੰਦੇ ਹੈਗੇ। ਉਹ ਸਾਡਾ ਟਾਈਮ ਬਹੁਤ ਫਿਰ ਉੱਥੇ ਲੱਗ ਜਾਂਦਾ, ਤੇ ਤੁਸੀਂ ਜ਼ਰੂਰ ਫਿਰ ਟਰਾਈ ਕਰ ਲਿਓ। ਹਾਂਜੀ ਥੈਂਕ ਯੂ ਭਾਜੀ ਤੁਹਾਡੇ ਕਾਲ ਕਰਨ ਦਾ। ਤੁਸੀਂ ਬੜਾ ਮੈਨੂੰ ਪਤਾ ਬੜਾ ਮੁਸ਼ਕਿਲ ਹੁੰਦਾ, ਕਦੇ ਤੁਹਾਡੇ ਪਾਸ ਮੋਬਾਈਲ ਫੋਨ ਨਹੀਂ ਹੁੰਦਾ ਜਾਂ ਤੁਸੀਂ ਟੈਕਸਟ ਨਹੀਂ ਕਰ ਸਕਦੇ। ਪਲੀਜ਼ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ, ਕੋਈ ਗੁਆਂਢੀ ਨੂੰ, ਕੋਈ ਬੱਚੇ ਨੂੰ ਕਹੋ ਕਿ ਇਹਨਾਂ ਡਾਕਟਰ ਨੂੰ ਟੈਕਸਟ ਕਰ ਦਿਓ। ਅਗਰ ਜਦੋਂ ਡਾਕਟਰ ਨੂੰ ਤੁਸੀਂ ਟੈਕਸਟ ਕਰ ਦਿੱਤਾ, ਡਾਕਟਰ ਜੀ ਜ਼ਰੂਰ ਤੁਹਾਨੂੰ ਵਾਪਸ ਕਾਲ ਕਰਨਗੇ। 1 ਦਿਨ 2 ਦਿਨ ਬਾਅਦ ਜਦੋਂ ਵੀ ਮੌਕਾ ਲੱਗੇਗਾ ਤੁਹਾਨੂੰ ਕਾਲ ਕਰਨਗੇ। ਜੇ ਫੋਨ ਨਹੀਂ ਚੱਕਿਆ ਜਾਂਦਾ, ਬੜੀ ਬਿਜ਼ੀ ਲਾਈਨਾਂ ਹੁੰਦੀਆਂ ਨੇ ਤੇ ਨਹੀਂ ਲੱਗਦਾ ਫੋਨ ਵਗੈਰਾ, ਟੈਕਸਟ ਇਜ਼ ਦਾ ਬੈਸਟ ਵੇ ਡਾਕਟਰ ਨੂੰ ਕੰਟੈਕਟ ਕਰਨ ਦਾ। ਉਹਦੇ ਨਾਲ ਤੁਹਾਨੂੰ ਡਾਕਟਰ ਜੀ ਜ਼ਰੂਰ ਵਾਪਸ ਤੁਹਾਡੇ ਨਾਲ ਗੱਲਬਾਤ ਕਰਨਗੇ। ਜੀ ਡਾਕਟਰ ਜੀ। ਹਾਂਜੀ ਸੋ ਆਪਾਂ ਦੱਸ ਰਹੇ ਸੀ ਬਲੱਡ ਪ੍ਰੈਸ਼ਰ ਹੋਰ ਕੀ ਵਜ੍ਹਾ ਹੁੰਦੀ ਆ, ਤੇ ਆਪਾਂ ਕਿਹਾ ਸੀ ਵੀ ਸਟ੍ਰੈਸ, ਇਮੋਸ਼ਨਸ, ਹਾਂਜੀ ਤੇ ਲਾਈਫ ਸਟਾਈਲ, ਫਾਸਟ ਫੂਡਸ ਖਾਣੇ। ਹਾਂਜੀ ਤੇ ਇਹ ਜਿੱਦਾਂ ਵੈਜੀਟੇਬਲ ਆਇਲਸ ਆਪਾਂ ਦੱਸਿਆ, ਵੈਜੀਟੇਬਲ ਆਇਲਸ ਖਾਣੇ ਇਹ ਨਾੜੀਆਂ ਨੂੰ ਡੈਮੇਜ ਕਰਦੇ। ਸ਼ੂਗਰ ਜ਼ਿਆਦਾ ਹੁੰਦੀ ਹੈ, ਸ਼ੂਗਰ ਜ਼ਿਆਦਾ ਖਾਣ ਨਾਲ ਬਲੱਡ ਵੈਸਲਸ ਡੈਮੇਜ ਹੁੰਦੀਆਂ। ਤੇ ਟਰਾਂਸ ਫੈਟਸ, ਹਾਈਡਰੋਜਨੇਟਡ ਫੈਟਸ ਜਿਹੜੇ ਆ ਉਹ ਹੁੰਦੇ ਆ, ਜਿੱਦਾਂ ਤੁਸੀਂ ਕੇਕ ਬਿਸਕਿਟ ਕੋਈ ਖਾਂਦੇ ਉਹਦੇ ਵਿੱਚ ਪਾਏ ਹੁੰਦੇ ਆ, ਤੇ ਇਹ ਸਾਰੀਆਂ ਨਾੜੀਆਂ ਨੂੰ ਡੈਮੇਜ ਕਰਦੀਆਂ। ਹਾਂਜੀ ਸੋ ਜਦੋਂ ਉਹ ਘੁੱਟਵੀਆਂ ਹੋ ਜਾਂਦੀਆਂ ਨਾੜੀਆਂ, ਫਿਰ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਹਾਂਜੀ ਨੈਚੁਰਲੀ। ਸੋ ਆਲ ਦੀਸ ਆਰ ਕਾਜ਼ਸ। ਅਤੇ ਇੱਦਾਂ ਦੀ ਤੁਹਾਡੀ ਡਾਇਟ ਬਹੁਤ ਇੰਪੋਰਟੈਂਟ ਆ, ਅਤੇ ਤੁਹਾਡੀ ਇਮੋਸ਼ਨਸ ਬਹੁਤ ਇੰਪੋਰਟੈਂਟ ਆ। ਜਿੱਦਾਂ ਤੁਸੀਂ ਕਹਿ ਰਹੇ ਸੀ ਨਾ ਵੀ ਜਦੋਂ ਗੁੱਸਾ ਆਉਂਦਾ ਹੈ ਤੁਹਾਡਾ ਬਲੱਡ ਪ੍ਰੈਸ਼ਰ ਇੱਕਦਮ ਵੱਧਦਾ ਆ। ਬਿਲਕੁਲ ਇਸੇ ਤਰ੍ਹਾਂ ਜਦੋਂ ਤੁਹਾਨੂੰ ਕੋਈ ਗਰੀਫ ਹੁੰਦਾ ਆ, ਕੋਈ ਮੌਤ ਹੋ ਜਾਂਦੀ ਘਰ ਵਿੱਚ, ਉਹ ਦਿਲ ਨੂੰ ਗੱਲ ਲਾ ਲੈਂਦੇ ਆ। ਕਈ ਸਾਲ ਕਈ ਲੋਕਾਂ ਦੇ ਲੰਘ ਜਾਂਦੇ ਆ, ਉਹ ਗਰੀਫ ਗਮੀ ਦੇ ਵਿੱਚ ਹੀ ਰਹਿੰਦੇ ਆ, ਅਤੇ ਡਿਪਰੈਸ਼ਨ ਵੀ ਹੋ ਜਾਂਦਾ ਨਾਲ, ਅਤੇ ਬਲੱਡ ਪ੍ਰੈਸ਼ਰ ਵੀ ਹੋ ਜਾਂਦਾ। ਅਤੇ ਉਹਨਾਂ ਦੀ ਵੀ ਅਸੀਂ ਟਰੀਟਮੈਂਟ ਸਹੀ ਕੀਤੀ ਆ, ਉਹਨਾਂ ਨੂੰ ਵੀ ਠੀਕ ਕੀਤਾ।
ਤੇ ਆਲ ਥੀਸ ਥਿੰਗਸ ਐਡ ਅਪ। ਹਾਂਜੀ ਡਾਕਟਰ ਜੀ ਥੈਂਕ ਯੂ। ਮੈਂ ਲਾਸਟਲੀ ਜਦ ਆਪਣੇ ਭਾਜੀ ਦਾ ਫੋਨ ਆਇਆ ਸੀ ਤੁਸੀਂ ਥੋੜ੍ਹਾ ਬਹੁਤਾ ਦੱਸਿਆ ਵੀ ਸੀਗਾ ਜਿਹੜੀ ਆਪਣੀ ਸ਼ੂਗਰ ਦੀ ਰੀਡਿੰਗ ਹੈਗੀ ਆ ਅਸੀਂ ਜਿਹੜੀ ਕਹਿੰਦੇ ਕਿ ਬਾਰਡਰ ਲਾਈਨ ਤੇ ਜਾਂ ਥੋੜਾ ਥੱਲੇ 5.6 ਹੈਗਾ ਦੈਟਸ ਰਾਈਟ। ਇਹ ਬੇਸ਼ੱਕ ਦੀ ਉਹ ਫਿਗਰ ਹੈਗੀ ਲੇਕਿਨ ਤੁਹਾਡੇ ਬੋਡੀ ਦੇ ਮੁਤਾਬਿਕ ਉਹ ਸਹੀ ਫਿਗਰ ਨਹੀਂ ਹੈ ਹਾਂ ਦੈਟਸ ਰਾਈਟ। ਕਿਉਂਕਿ ਡਿਪੈਂਡ ਕਰਦਾ ਨਾ ਰੈਜ਼ਿਸਟੈਂਸ ਦੇ ਉੱਪਰ ਤੁਹਾਡਾ ਇਨਟੇਕ ਦੇ ਉੱਪਰ ਤੁਹਾਡੀ ਬੋਡੀ ਦੀ ਕੀ ਹਿਸਾਬ ਹੈਗਾ। ਹਾਂਜੀ ਹਾਂਜੀ। ਸੋ ਇਹੀ ਗੱਲ ਬਹੁਤ ਇੰਪੋਰਟੈਂਟ ਆਪਾਂ ਪਹਿਲਾਂ ਵੀ ਕਰ ਰਹੇ ਹਾਂ, ਪਰ ਹਰੇਕ ਇੰਡੀਵਿਜੂਅਲ ਆ ਜੋ ਉਹਦਾ ਆਪਣਾ ਹੀ ਸੈਟਿੰਗ ਆ, ਆਪਣੀ ਸੈਟਿੰਗ ਆਪਣੀ ਸੈਟਿੰਗ ਆ। ਇਹ ਨਹੀਂ ਤਾਂ ਹੁਣ ਦਿੱਤੀ ਪਈ ਐਵਰੇਜ ਕੱਢ ਕੇ ਦਿੱਤੀ ਪਈ ਬਿਟਵੀਨ ਦਿਸ ਐਂਡ ਦਿਸ ਫਿਗਰ ਇਜ਼ ਨਾਰਮਲ। ਹਰੇਕ ਲਈ ਉਹ ਨਾਰਮਲ ਨਹੀਂ ਹੋ ਸਕਦੀ। ਨਹੀਂ ਹੋ ਸਕਦੇ ਭਾਜੀ। ਇੱਕ ਤਾਂ ਬੜਾ ਫਿਟ ਆਦਮੀ ਹੋਏਗਾ, ਬੜਾ ਜਵਾਨ ਹੋਏਗਾ, ਇੱਕ ਬਜ਼ੁਰਗ ਚਲੋ ਐਵਰੇਜ ਕਰ ਲੈਂਦੇ ਨੇ, ਥੋੜੀ ਬਹੁਤੀ ਗਾਈਡਲਾਈਨ ਹੈਗੀ ਆ, ਪਰ ਤੁਸੀਂ ਉਹਦੇ ਤੇ ਡਿਪੈਂਡ ਨਹੀਂ ਕਰ ਸਕਦੇ। ਨਹੀਂ ਤੁਸੀਂ ਤੁਹਾਡੇ ਆਪਣਾ ਸਰੀਰ ਕੀ ਕਹਿੰਦਾ ਉੱਤੇ ਚੱਲੋ ਹਨਾ, ਉਹਦੇ ਤੇ ਚੱਲੋ। ਦੈਟਸ ਰਾਈਟ। ਹੁਣ ਜੇ ਇਹ ਕਹਿੰਦੇ ਪਏ ਮੇਰਾ 5.6 ਆ ਹਾਂਜੀ, ਉਹ ਇੱਕ ਤਰ੍ਹਾਂ ਕੁਛ ਨਹੀਂ ਕਿ ਦੈਟ ਮੀਨਸ ਵਿਦਿਨ ਦ ਨਾਰਮਲ ਗਾਈਡਲਾਈਨ ਲਿਮਿਟਸ। ਹਾਂਜੀ ਪਰ ਇਹਨਾਂ ਦੇ ਫਿਰ ਡੈਮੇਜ ਕਿਉਂ ਹੋਏ ਆ? ਹਾਂਜੀ ਬੋਡੀ ਦੇ ਮੁਤਾਬਿਕ, ਬੋਡੀ ਮੁਤਾਬਕ ਇਟਸ ਨਾਟ ਨਾਰਮਲ। ਇਟਸ ਨਾਟ ਨਾਰਮਲ। ਭਾਜੀ ਹੋਪ ਤੁਸੀਂ ਸੁਣਦੇ ਹੋਵੋਗੇ ਕਿ ਬਿਕਾਜ਼ ਜਿਹੜੀ ਰੀਡਿੰਗ ਹੁੰਦੀ ਹੈ ਨਾ ਇਹ ਉਹ ਇੱਕ ਗਾਈਡਲਾਈਨ ਹੁੰਦੀ ਹੈ, ਪਰ ਜ਼ਰੂਰੀ ਨਹੀਂ ਕਿ ਹਰ ਬੋਡੀ ਨੂੰ ਉਹੀ ਰੀਡਿੰਗ ਲਾਗੂ ਹੁੰਦੀ ਹੈ। ਦੈਟਸ ਰਾਈਟ ਦੈਟਸ ਰਾਈਟ। ਯਾਰ ਕੋਈ ਬੰਦੇ ਨੂੰ ਹਾਈ ਹੋ ਕੇ ਉਹ ਤਾਂ ਵੀ ਕੰਟਰੋਲ 'ਚ ਰਹਿ ਸਕਦੀ ਹੈ। ਹਾਂ ਦੈਟਸ ਰਾਈਟ। ਕਿਸੇ ਨੂੰ ਲੋ ਹੋ ਕੇ ਉਹਦੀ ਬੋਡੀ ਦੀ ਤਾਂ ਵੀ ਜ਼ਿਆਦਾ ਹੈਗੀ ਪਰ ਲੋ ਦੀ ਰੀਡਿੰਗ ਬੇਸ਼ੱਕ ਕੋਈ ਲੋ ਦਿਖਾਉਂਦੀ। ਬਲੱਡ ਪ੍ਰੈਸ਼ਰ ਵੀ ਇਦਾਂ ਹੀ ਆ, ਉਹ ਵੀ ਐਵਰੇਜ ਲਿਆ ਹੁੰਦਾ। ਐਵਰੇਜ ਲਿਆ ਹੁੰਦਾ। ਹਾਂਜੀ ਹੁਣ ਤਾਂ ਇਹ ਕਹਿੰਦੇ ਪਏ 140 ਤੋਂ ਜਿਹਦਾ ਉੱਤੇ ਆ ਉਹਨੂੰ ਦਵਾਈ ਤੇ ਜਾਣਾ ਚਾਹੀਦਾ ਆ। ਹਾਂਜੀ ਦਵਾਈ ਖਾਣੀ ਚਾਹੀਦੀ ਆ। ਪਹਿਲਾਂ ਜਦੋਂ ਅਸੀਂ ਕੁਆਲੀਫਾਈ ਹੋਏ ਸੀਗੇ ਨਾ 30 ਸਾਲ ਪਹਿਲਾਂ, ਉਦੋਂ ਕਹਿੰਦੇ ਹੁੰਦੇ ਜਿਹੜਾ 160 ਤੋਂ ਉੱਤੇ ਹੋਵੇ ਹਾਂ ਤਾਂ ਉਹਨੂੰ ਦਵਾਈ ਲੈਣੀ ਚਾਹੀਦੀ ਆ। ਸੋ ਇਹ ਕਿੱਦਾਂ ਇੰਨਾ ਬਦਲ ਕਿੱਦਾਂ ਗਿਆ? ਹਾਂਜੀ ਸੋ ਇਹ ਬਦਲਦਾ ਕਰਕੇ ਜਿਹੜੀਆਂ ਦਵਾਈਆਂ ਬਣਾਉਂਦੇ ਆ ਉਹ ਪੁਸ਼ ਕਰਦੇ ਆ ਇਸ ਗੱਲ ਵੀ ਉਹਨਾਂ ਦੀਆਂ ਦਵਾਈਆਂ ਜ਼ਿਆਦਾ ਵਿਕਣ। ਹਾਂਜੀ ਸੋ 140 ਜਿਹੜਾ ਉਹ ਹਰੇਕ ਲਈ ਨਾਰਮਲ ਨਹੀਂ ਹੈਗਾ। ਹਾਂਜੀ 160 ਵੀ ਕਿਸੇ ਲਈ ਨਾਰਮਲ ਹੋ ਸਕਦਾ ਆ, ਡਿਪੈਂਡਸ ਔਨ ਦ ਬੋਡੀ। ਹਾਂਜੀ ਡਾਕਟਰ ਜੀ ਥੈਂਕ ਯੂ ਤੁਹਾਡਾ ਸੋ ਮਚ। ਤੁਸੀਂ ਆਣ ਕੇ ਸ਼ੋਅ ਕਰਦੇ ਲੋਕਾਂ ਦਾ ਬੜਾ ਭਲਾ ਹੁੰਦਾ। ਨੈਕਸਟ ਵੀਕ ਸੇਮ ਟਾਈਮ ਸੇਮ ਪਲੇਸ ਤੋਂ ਨਾਲ ਮੁਲਾਕਾਤ ਹੋਏਗੀ। ਪਲੀਜ਼ ਦੇਖਦਿਆ ਕਰੋ, ਪ੍ਰੋਗਰਾਮ ਬੜਾ ਇੰਟਰਸਟਿੰਗ ਹੁੰਦਾ। ਜਿਨ੍ਹਾਂ ਦੇ ਅਸੀਂ ਕਾਲ ਨਹੀਂ ਲੈ ਸਕੇ ਮਾਫੀ ਚਾਹਾਂਗੇ, ਬਿਕਾਜ਼ ਲਾਈਨਾਂ ਹਮੇਸ਼ਾ ਬਿਜ਼ੀ ਹੁੰਦੇ ਆ। ਉਹ ਤੁਸੀਂ ਨੋਟ ਕੀਤਾ ਨਾ, ਮੈਂ ਆਪਣੀ ਗੱਲ ਬੰਦ ਕਰਕੇ ਪਹਿਲਾਂ ਤੁਹਾਡੇ ਕਾਲ ਲੈਂਦੇ ਹਾਂ। ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕਾਲ 'ਤੇ ਵੇਟ ਨਾ ਕਰਾਇਆ ਜਾਵੇ, ਐਟਲੀਸਟ ਉਹ ਰਿਸਪੈਕਟ ਕੀਤੀ ਜਾਂਦੀ ਹੈ ਤੁਹਾਡੀ। ਇਸੇ ਤਰ੍ਹਾਂ ਤੁਸੀਂ ਕਾਲ ਚੱਲਣ ਦੀ ਮਦਦ ਕਰੋ, ਰਿਸਪੈਕਟ ਕਰੋ ਕਿ ਜਿੰਨੀ ਵੀ ਸਾਡੇ ਕੋਲੋਂ ਕੋਸ਼ਿਸ਼ ਹੋ ਸਕਦੀ ਹੈ ਸੇਵਾ ਲੱਗੇ। ਡਾਕਟਰ ਜੀ ਕਰ ਰਹੇ ਨੇ। ਤੇ ਨੈਕਸਟ ਵੀਕ ਫਿਰ 11 ਤੋਂ 12 ਤੁਹਾਨੂੰ ਮੁਲਾਕਾਤ ਹੋਗੀ। ਤਬ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।